लखी जंगल है या मालवा है, इसका बहुता संबंध जोड़ा है भट्टियां गल, राजपूतां गल, जैसलमेर ते कहाँ भी भट्टी आए थे भी ये सारे उधर ते आए भी हैं, जिवें बराड़ सिद्धूआं के बारे में मैं कहा जा। कुछ लोग ये ਜਿਹੜੇ ਕਹਿੰਦੇ ਕਿ ਅਸੀਂ ਜੈਸਲਮੇਰ ਤੋਂ ਆਏ ਹਾਂ, ਪਰ ਇੱਕ ਇੱਥੇ ਚੰਗਿਆੜੇ ਕੱਢ ਵੀ ਬੰਦਾ ਪਹੁੰਚ ਗਿਆ। ਉਹ ਕਹਿੰਦਾ ਨਾ ਨਾ ਤੁਹਾਨੂੰ ਕਿਹਨੇ ਆਖਿਆ ਸੀ ਉੱਥੋਂ ਆਏ, ਅਸੀਂ ਤਾਂ ਅਬੋਹਰ ਤੋਂ ਆਏ। ਮੇਰੇ ਕਹਿੰਦੇ 40 ਸਾਲ ਦੀ ਖੋਜ ਹੈ, ਇੱਕ ਦਿਨ ਦੀ ਨਹੀਂ। ਜਿਹੜੀ ਪੰਜਾਬੀ 'ਚ ਸਿੱਧੂ ਵੰਸ਼ ਬਾਰੇ ਕੋਈ ਕਿਤਾਬ ਛਪੀ ਹੈ, ਉਹ ਜੈਸਲਮੇਰ ਦੀਆਂ ਹਿੰਦੀ ਵਾਲੀਆਂ ਕਿਤਾਬਾਂ ਤੋਂ ਚੱਕ ਕੇ ਉਹਨਾਂ ਨੇ ਜੀ ਉਹਦੀ ਕਾਪੀ ਕਰ ਲਈ ਅਤੇ ਉਹਨੂੰ ਜੋੜਤਾ ਕ੍ਰਿਸ਼ਨ ਮਹਾਰਾਜ ਦੇ ਯਾਦੂ ਵੰਸ਼ ਨਾਲ। ਸਰਸੇ ਤੋਂ ਲੈ ਕੇ ਫਿਰੋਜ਼ਪੁਰ ਤੱਕ ਅਤੇ ਅਬੋਹਰ ਤੋਂ ਲੈ ਕੇ ਸੰਗਰੂਰ ਤੱਕ ਇਹ ਸਾਰਾ ਜੰਗਲ ਦਾ ਇਲਾਕਾ ਸੀ, ਜਿਹਦੀਆਂ ਨਿਸ਼ਾਨੀਆਂ ਅੱਜ ਵੀ ਮਿਲ ਜਾਂਦੀਆਂ। ਇੱਥੇ ਜਿਹੜਾ ਕਿਲੇ ਦੇ ਆਲੇ ਦੁਆਲੇ ਦਾ ਇਲਾਕਾ ਹੈ, ਇਹ ਬੜਾ ਉੱਚਾ ਹੈ ਅਤੇ ਲੱਗਦਾ ਹੀ ਹੈ ਵੀ ਇੱਥੇ ਤੇ ਵਸਿਆ ਹੋਇਆ ਬਠਿੰਡਾ, ਜਿਹੜਾ ਹੁਣ ਦਾ ਬਠਿੰਡਾ ਹੈ। ਮੈਂ ਕਸੂਤੀ ਜੀ ਗੱਲ ਕਹਿਣ ਲੱਗਾ ਵੀ ਆਰੀਅਨਸ ਦੇ ਪੈਰ ਨਹੀਂ ਲੱਗੇ ਇੱਧਰ। ਇਹਨਾਂ ਨੇ ਅਜੀਤ ਨੇ ਸਰਵੇ ਵਗੈਰਾ ਕਰਾਇਆ ਕੋਈ ਕਿ ਬਈ ਕਿੰਨਾ ਕੁ ਪਾਪੂਲਰ ਹੈ ਜਾਂ ਕਿਵੇਂ ਹੈ, ਕਿਉਂਕਿ 20 ਸਾਲ ਬਹੁਤ ਲੰਮੇ ਹੁੰਦੇ। ਉਹ ਕਿਤੇ ਰਾਜਸਥਾਨ ਜਾਂ ਪਿੰਡਾਂ ਪੁੰਡਾਂ 'ਚ ਗਏ ਜਾਂ ਅਬੋਹਰ ਦੇ ਪਿੰਡਾਂ 'ਚ ਗਏ, ਉਹ ਕਹਿੰਦੇ ਵੀ ਅਸੀਂ ਊਂ ਤਾਂ ਅਖਬਾਰ ਖੂਰ ਨਹੀਂ ਪੜ੍ਹਦੇ, ਇੱਕ ਖੁੰਡ ਚਰਚਾ ਹੁੰਦੀ ਤਾਂ ਉਹ ਪੜ੍ਹਨ ਵਾਸਤੇ ਲੈਂਦੇ। ਉਸ ਗੱਲ ਨੇ ਮੈਨੂੰ ਵੀ ਥੋੜ੍ਹਾ ਜਿਹਾ ਉਤਸ਼ਾਹਿਤ ਕੀਤਾ, ਮੈਂ ਲਿਖਦਾ ਰਿਹਾ ਲਗਾਤਾਰ। ਬਾਕੀਆਂ ਨੂੰ ਤਾਂ ਮੈਂ ਕਿਸੇ ਨੂੰ ਸਾਲ 2 ਸਾਲ 4 ਸਾਲ ਚਲਾ ਕੇ ਬੰਦ ਕਰ ਦਿੰਦਾ। ਖੁੰਡ ਚਰਚਾ ਇਹ ਮੈਨੂੰ ਬੰਦ ਕਰਨ ਨਹੀਂ ਦਿੰਦੇ, ਮਗਰੋਂ ਵੀ ਮੈਂ ਹੱਥ ਬੰਨ੍ਹ ਕੇ ਮੈਂ ਕਿਹਾ ਬਸ ਕਰੋ ਯਾਰ, 20 ਸਾਲ ਦੁਸ਼ਮਣਾਂ ਦੀ ਗਿਣਤੀ ਹੈ ਜਿਹੜੀ, ਉਹ ਤਾਂ 20 ਲੱਖ ਹੋ ਗਈ। ਇਹਨੂੰ ਅਜੀਤ ਹਜ਼ਮ ਕਰ ਗਿਆ। ਮੈਂ ਤਾਂ ਬੜਾ ਉਹਨਾਂ ਧੰਨਵਾਦੀ ਹਾਂ, ਮੈਨੂੰ ਉਮੀਦ ਨਹੀਂ ਸੀ ਕਿ ਜੋ ਮੈਂ ਲਿਖਦਾ ਇਹਨੂੰ ਕੋਈ ਅਖਬਾਰ ਹਜ਼ਮ ਕਰ ਲੂਗਾ। ਤੁਹਾਡਾ ਚੈਨਲ ਹੈ, ਤੁਸੀਂ ਲੋਕਾਂ ਦੀ ਗੱਲ ਕਰਦੇ ਆ, ਲੋਕ ਬੋਲੀ 'ਚ ਕਰਦੇ ਆ, ਕਿੰਨਿਆਂ ਕੁ ਨੂੰ ਚੰਗੀ ਲੱਗਦੀ ਹੈ। ਉਹ ਯਾਰ ਛੱਡੋ, ਪਰ ਉਹ ਚੰਗਿਆੜੇ ਕੱਢੀ ਜਾਂਦਾ ਹੈ। ਹੁਣ ਕੁਛ ਸ਼ਬਦ ਹੈ ਜਿਹੜੇ ਸਾਡੇ ਖਾਸ ਕਰਕੇ ਲੱਖੀ ਜੰਗਲ ਦੇ ਇਲਾਕੇ 'ਚ ਜਿਹੜੇ ਸ਼ਬਦ ਵਰਤੇ ਜਾਂਦੇ, ਉਹ ਸ਼ਬਦ ਹੀ ਖਤਮ ਹੋ ਗਏ। ਅੱਜ ਅਸੀਂ ਕਿਸੇ ਨੂੰ ਕਹੀਏ ਉੱਥੇ ਚੁੰਡ 'ਚ ਬਹਿ ਜਾ, ਅਤੇ ਮੈਨੂੰ ਲੱਗਦਾ ਵੀ ਸਾਡੇ ਤਾਂ ਇੱਥੇ ਕੋਈ ਸਮਝਦਾ ਨਹੀਂ। ਲੈ ਵੀ ਪਹਿਲਾਂ ਮੈਂ ਤੁਹਾਨੂੰ ਇੱਕ ਚੰਗਿਆੜਾ ਸੁਣਾਵਾਂ, ਉਸ ਤੋਂ ਬਾਅਦ ਆਪਾਂ ਬਾਤਾਂ ਸ਼ੁਰੂ ਕਰਾਂਗੇ। ਕਹਾ ਸ਼ਹਿਰ ਲਧੋਏ ਜੰਗਲ ਧਰਤੀ, ਧੁੰਮਾਂ ਬਰਾੜ ਧਮਾਈਆਂ ਵੇ, ਅੱਗਿਓਂ ਟੱਕਰੇ ਭੱਟੀ ਯੋਧੇ ਜੋ ਹਨ ਵੀਰ ਬਲਾਈਆਂ ਵੇ, ਸ਼ੇਰਾਂ ਵਾਂਗੂ ਗੱਜਣ ਯੋਧੇ ਚੱਲਣ ਵਾਂਗੂ ਹਵਾਈਆਂ ਵੇ, ਘੋੜੇ ਮਰੇ ਸਵਾਰ ਹਜ਼ਾਰਾਂ ਨਦੀਆਂ ਖੂਨ ਚਲਾਈਆਂ ਵੇ, ਅੰਤ ਬਰਾੜ ਨੇ ਸੈਨਾ ਭੱਟੀਆਂ, ਅੰਤ ਬਰਾੜ ਨੇ ਸੈਨ ਭੱਟੀਆਂ, ਵੱਲ ਭਟਨੇਰ ਭਜਾਈਆਂ ਵੇ, ਜਿੱਤ ਬਠਿੰਡੇ ਨੂੰ ਸਿੱਧੂ ਯੋਧਿਆਂ ਸ਼ਾਹੀ ਮਜਲਸਾਂ ਲਾਈਆਂ ਵੇ। ਲੈ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਬਠਿੰਡੇ ਦਾ ਮੈਂ ਜ਼ਿਕਰ ਕਰ ਰਿਹਾ ਤਾਂ ਮੈਂ ਸੁਣਿਆ ਵੀ ਜਿੱਤ ਬਠਿੰਡੇ ਨੂੰ ਸਿੱਧੂ ਯੋਧਿਆਂ ਸ਼ਾਹੀ ਮਜਲਸਾਂ ਲਾਈਆਂ ਵੇ। आज बठिंडे के बीच है, मैं बठिंडे का नाम जब भी आवा तो मालवे का नाम आवा, तो मालवे के बारे में बहुत सारिया बोलियाँ, चल मालवे देश में चलीए जिथे किकरां नूं अंब लगदे। सो मालवा अपने आप में कमाल है। मालवे के बीच एक होर इलाका है लखी जंगल, सिख इतिहास कह भी इसका बहुत डूंगा रिश्ता है। सो अज मैं बठिंडे के बीच है, मालवे के बीच है, पूरा अज आपां लखी जंगल कियां मालवे कियां बातां करेंगे। मेरी गए ने सरदार लाभ सिंह संधू, उन्होंने तो जानेंगे भी मालवा है क्या, लखी जंगल क्या, और किताबों का एक बहुत बड़ा डेरा है। पूरे आप बैठे हैं, संधू साहब ने बहुत कुछ जोड़ा है मालवे के बारे में लिखा, 10-12 उनकी किताबां, उनका कालम खुंड चर्चा अजीत के विच बहुत लंबा समा कई साल 20 साल छपदा रहा। सो अज कोई चंगियाड़े मालवे के, क्योंकि मैनू हुण अपने खित्तियां के अपने इलाकों का सारा कुछ भुलदा जा रहा, क्योंकि हाईली इंटलैक्चुअल हो गए हैं। जी पढ़ाई मैनू कराई जा रही है उसका हमारी मिट्टी गल कोई दूर नेड़े का भी वाह वास्ता नहीं। संधू साहब हमारे चैनल पर जी आया नू। सो मैं सोचा भी थारी बोली सुन के मैं थानू अपनी सुना के आवां। ਮਨਜੀਤ ਸਿੰਘ ਰਾਜਪੁਰਾ ਅਤੇ ਸਾਰੇ ਉਹਨਾਂ ਦੀ ਸਾਰੀ ਟੀਮ ਨੂੰ ਮੈਂ ਲਾਭ ਸਿੰਘ ਸੰਧੂ ਲੱਖੀ ਜੰਗਲ ਪੰਜਾਬੀ ਸੱਥ ਦੇ ਵਿਹੜੇ ਵਿੱਚ ਜੀ ਆਇਆਂ ਕਹਿੰਦਾ। ਵਿਹੜਾ ਤਾਂ ਹੈ ਨਹੀਂ, ਉਹ ਆਪਾਂ ਇਹਨੂੰ ਕਹਾਂਗੇ ਵਿਹੜਾ ਹੀ, ਕਿਉਂਕਿ ਸ਼ਬਦ ਹੀ ਆਪਣੇ ਕੋਲ ਵਿਹੜਾ ਹੈ। ਅਤੇ ਜਿਹੜਾ ਇੱਥੇ ਮਾਲਵੇ ਦੀ ਗੱਲ ਤੁਸੀਂ ਕੀਤੀ ਹੈ, ਮਾਲਵਾ ਅਤੇ ਲੱਖੀ ਜੰਗਲ ਇਹ ਪਰਾਏਵਾਚੀ ਸ਼ਬਦ ਜੀ ਬਣ ਗਏ। ਜੀ ਜੀ।
ਲੱਖੀ ਜੰਗਲ ਕਿਉਂ? ਆਮ ਤੌਰ 'ਤੇ ਨਾ ਇਹ ਸਾਡੇ ਆਮ ਇੱਥੇ ਰਿਵਾਜ ਆ, ਇੱਥੋਂ ਦੇ ਲੋਕਾਂ ਨੂੰ ਪਤਾ ਨਹੀਂ ਸੀ ਕਿ ਲੱਖੀ ਜੰਗਲ ਕੀ ਹੈ। ਉਹ ਸਮਝਦੇ ਸੀ ਜਿੱਥੇ ਗੁਰੂ ਮਹਾਰਾਜ ਆਏ ਹੈ, ਦਸ਼ਮੇਸ਼ ਪਿਤਾ, ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਗੁਰੂ ਹਰ ਰਾਏ ਜੀ, ਅਤੇ ਉਹ ਇਲਾਕਾ ਜਿਹੜਾ ਉਹਨਾਂ ਕੁ ਹੈ ਉਹ ਲੱਖੀ ਜੰਗਲ ਹੈ ਜੀ। ਜੰਗਲ ਕੀ ਹੁੰਦਾ ਹੈ, ਜੰਗਲ ਦਾ ਵਿਸਥਾਰ ਕਿੰਨਾ ਹੁੰਦਾ ਹੈ, ਇਹ ਆਮ ਲੋਕਾਂ ਨੂੰ ਨਹੀਂ ਪਤਾ ਸੀ, ਕਿਉਂਕਿ ਉੱਥੇ ਗੁਰਦੁਆਰਾ ਸਾਹਿਬ ਬਣਿਆ ਵਾ ਹੈ। ਲੋਕ ਸ਼ਰਧਾ ਨਾਲ ਜਾਂਦੇ ਆ, ਮੱਥਾ ਟੇਕਦੇ ਆ ਜਾਂਦੇ ਆ, ਖੋਜਬੀਨ ਵਾਲੇ ਪਾਸੇ ਨੂੰ ਨਹੀਂ ਕੋਈ ਗਿਆ। अच्छा, ਜਿਹੜਾ ਲੱਖੀ ਜੰਗਲ ਹੈ ਜਾਂ ਮਾਲਵਾ ਹੈ, इसका ਬਹੁਤਾ ਸੰਬੰਧ ਜਿਹੜਾ ਹੈਗਾ ਭੱਟੀਆਂ ਗੱਲ, ਰਾਜਪੂਤਾਂ ਗੱਲ, ਜੈਸਲਮੇਰ ਤੇ ਕਹਾਂ ਵੀ ਭੱਟੀ ਆਏ ਤੇ ਵੀ ਇਹ ਸਾਰੇ ਉੱਧਰ ਤੇ ਆਏ ਵੇ ਆ, ਜਿਵੇਂ ਬਰਾੜ ਸਿੱਧੂਆਂ ਕੇ ਬਾਰੇ ਮੈਂ ਕਿਹਾ ਜਾ। ਤੁਹਾਨੂੰ ਕਿਆ ਲੱਗਾ ਵੀ ਇਹ ਸਾਰਾ ਕੁਝ ਜਿਹੜੇ ਅੱਜ ਆਪਾਂ ਦੇਖ ਰਹੇ ਹਾਂ ਵੀ ਗੁਰੂ ਸਾਹਿਬ ਨੇ ਫਿਰ ਅਮਰ ਛਕਾਇਆ, ਕਿਉਂਕਿ ਖਾਲਸਾ ਤਾਂ ਉਹੀ ਹੈ ਨਾ ਜਿਹੜਾ ਮਤਲਬ ਕਿ ਉਹ ਅਪਣਾ ਰਿਹਾ ਉਹ ਸਾਰੀਆਂ ਰਹੁ ਰੀਤਾਂ। ਕੋਈ ਜਨਮ ਤੇ ਤਾਂ ਕਹਿੰਦੇ ਵੀ ਸਿੱਖ ਨਹੀਂ ਹੁੰਦਾ, ਅਪਣਾਇਆ ਜਾਂਦਾ। ਤੇ ਉਹ ਸਾਰੀ ਕੁਝ ਕਹਾਣੀ ਇਹ ਅਸਲ ਜਿਹੜੀ ਗੱਲ ਹੈ ਨਾ ਜੈਸਲਮੇਰ ਤੋਂ ਆਉਣ ਵਾਲੀ, ਸਿੱਧੂ ਵੰਸ਼ ਬਾਰੇ ਕਈ ਕਿਤਾਬਾਂ ਜੀ। ਕੁਝ ਲੋਕ ਇਹ ਆ ਜਿਹੜੇ ਇਹ ਕਹਿੰਦੇ ਕਿ ਅਸੀਂ ਜੈਸਲਮੇਰ ਤੋਂ ਆਏ ਹਾਂ, ਪਰ ਇੱਕ ਇੱਥੇ ਚੰਗਿਆੜੇ ਕੱਢ ਵੀ ਬੰਦਾ ਪਹੁੰਚ ਗਿਆ। ਉਹ ਕਹਿੰਦਾ ਨਾ ਨਾ, ਤੁਹਾਨੂੰ ਕਿਹਨੇ ਆਖਿਆ ਸੀ ਉੱਥੋਂ ਆਏ, ਅਸੀਂ ਤਾਂ ਬੋਰ ਤੋਂ ਆਏ। ਅੱਛਾ। ਉਹ ਪਤਾ ਨਹੀਂ ਕਿੱਧਰੋਂ ਖੋਜ ਕਰਦਾ ਕਰਦਾ ਮੇਰੇ ਪਿੰਡ ਤੱਕ ਪਹੁੰਚ ਗਿਆ। ਕੌਣ ਬੰਦਾ ਜੀ ਉਹ ਕਹਿਣਾ? ਦੱਸਦਾ ਉਹਦੇ ਬਾਰੇ ਵੀ, ਕਾਲੇ ਨਾ ਪਾਓ। ਜਦੋਂ ਆਪਾਂ ਚੰਗਿਆੜੇ ਹੀ ਕੱਢਣੇ ਤੇ ਚੰਗਿਆੜਾ ਬਾਰੇ ਜ਼ਰੂਰ ਦੱਸਿਆ ਜਾਊਗਾ। ਠੀਕ ਹੈ। ਉਹ ਕਹਿੰਦੇ ਜੀ ਵੀ ਨਾ, ਮੇਰੇ ਕਹਿੰਦੇ 40 ਸਾਲ ਦੀ ਖੋਜ ਹੈ, ਇੱਕ ਦਿਨ ਦੀ ਨਹੀਂ। ਅੱਛਾ। ਮੈਂ ਜੈਸਲਮੇਰ ਵਾਲੀਆਂ ਕਿਤਾਬਾਂ 'ਤੇ ਨਹੀਂ ਚੱਲਦਾ, ਨਾ ਮੈਂ ਚੱਲਦਾ ਹਰਿਆਣੇ ਵਾਲੀਆਂ ਕਿਤਾਬਾਂ 'ਤੇ। ਮੈਂ ਖੁਦ ਸਿੱਧੂ ਹਾਂ ਅਤੇ ਮੈਂ ਕਹਿੰਦਾ ਦੁਆਰਕਾ ਸਿੱਧੂ ਹਾਂ। ਸਾਡੇ ਦੁਆਰਕੇ ਸਿੱਧੂਆਂ ਨੂੰ ਕਹਿੰਦਾ ਦਰਾਕੇ ਵੀ ਕਹਿੰਦੇ ਆ। ਅਤੇ ਇਹ ਉਹਨੇ ਕੀ ਕੀਤਾ ਵੀ ਜਿਹੜੀ ਗੱਲ ਦਾ ਮੈਨੂੰ ਮੇਰੇ ਪਿੰਡ ਬਾਰੇ ਪਤਾ ਨਹੀਂ। ਅੱਛਾ। ਉਹ ਕਹਿੰਦਾ ਤੁਹਾਡਾ ਪਿੰਡ ਹੈ ਨਾ ਜਿਹੜਾ, ਇਹ ਕਿਸੇ ਵੇਲੇ 33 ਪਰਗੰਨੇ ਹੁੰਦੇ ਸੀਗੇ ਸਰਹੰਦ ਅਧੀਨ, ਅਤੇ ਤੁਹਾਡਾ ਪਿੰਡ ਉਹਦੇ 'ਚੋਂ ਇੱਕ ਸੀ, ਸਰਹੰਦ ਦੇ ਤਹਿਤ। ਹਾਂਜੀ। ਅਤੇ ਕਹਿੰਦਾ 1526  'ਚ ਇਹ ਉੱਜੜ ਗਿਆ। ਥਾਰੇ ਪਿੰਡ ਕਨੋਂ ਗਿਆ? ਦੁਆਰੇ ਆਣਾ ਮੇਰਾ ਪਿੰਡ ਹੈ, ਕੋਟਕਪੂਰੇ ਦੇ ਨਾਲ। ਅੱਛਾ। ਮੇਰੇ ਮੇਰੇ ਪਿੰਡ 'ਚ ਸੰਧੂਆਂ ਤੋਂ ਇਲਾਵਾ ਹੋਰ ਸਾਰੇ ਗੋਤ ਹੀ ਆਪਾਂ ਨੂੰ ਪਤਾ ਰਲਵੇਂ ਮਿਲਵੇਂ ਹੁੰਦੇ ਆ। ਉੱਥੇ ਸਿੱਧੂ ਦੋ ਕਿਸਮ ਦੇ ਆ, ਇੱਕ ਸਿੱਧੂ ਅਤੇ ਇੱਕ ਬਰਾੜ। ਸਿੱਧੂਆਂ ਨੂੰ ਤਾਂ ਕਹਿੰਦੇ ਮਹਿਰਮੀਏ ਸਿੱਧੂ, ਅਤੇ ਬਰਾੜਾਂ ਨੂੰ ਕਹਿੰਦੇ ਕਪੂਰੇ ਕੇ, ਕਿਉਂਕਿ ਫਰੀਦਕੋਟ ਰਿਆਸਤ ਦੇ ਵਿੱਚ ਕਪੂਰੇ ਕਿਆਂ ਦੀ ਰਿਆਸਤ ਹੀ ਹੈ ਇਹ। ਉਹ ਕਹਿੰਦਾ ਨਾ ਬਈ, ਇਹ ਗੱਲ ਬਿਲਕੁਲ ਨਹੀਂ ਹੋਈ। ਮੈਂ ਕਹਿੰਦਾ ਤੁਹਾਡੇ ਪਿੰਡ ਵੀ ਜਾ ਕੇ ਆਇਆ, ਤੁਹਾਡੇ ਪਿੰਡ ਦੇ ਕੋਲੇ ਨੇੜੇ ਤੇੜੇ ਕੋਈ ਥੇ ਹੋਇਆ ਵਾ ਸੀ, ਹੁਣ ਹੈ ਨਹੀਂ ਗਾ। ਮੇਰੀ ਸੁਰਤ ਤੋਂ ਪਹਿਲਾਂ ਹੋ ਸਕਦਾ ਹੋਵੇ, ਪਰ ਜਦੋਂ ਦਾ ਮੈਂ ਐਵੇਂ ਨਾ ਸਾਡੇ ਪਿੰਡ 'ਚ ਥੇ ਤਾਂ ਕੋਈ ਟਿੱਬਾ ਵੀ ਨਹੀਂ, ਨਹੀਂ ਤਾਂ ਉਹਨੂੰ ਕਹਿ ਦਈਏ ਵੀ ਆਹ ਥੇ ਸੀ। ਪਰ ਉਹਨੇ ਕੁਛ ਨਵੀਆਂ ਗੱਲਾਂ ਦੱਸੀਆਂ ਬੰਦੇ ਨੇ। ਉਹ ਕਹਿੰਦਾ ਵੀ ਜਿਹੜੀਆਂ ਪੁਰਾਣੀਆਂ ਕਿਤਾਬਾਂ ਹੈ ਤੁਸੀਂ ਕੋਈ ਵੇਖ ਲਓ, ਜਿਹੜੀ ਪੰਜਾਬੀ 'ਚ ਸਿੱਧੂ ਵੰਸ਼ ਬਾਰੇ ਕੋਈ ਕਿਤਾਬ ਛਪੀ ਹੈ, ਉਹ ਜੈਸਲਮੇਰ ਦੀਆਂ ਹਿੰਦੀ ਵਾਲੀਆਂ ਕਿਤਾਬਾਂ ਤੋਂ ਚੱਕ ਕੇ ਉਹਨਾਂ ਨੇ ਜੀ ਉਹਦੀ ਕਾਪੀ ਕਰ ਲਈ ਅਤੇ ਉਹਨੂੰ ਜੋੜਤਾ ਕ੍ਰਿਸ਼ਨ ਮਹਾਰਾਜ ਦੇ ਯਾਦੂ ਵੰਸ਼ ਨਾਲ। ਉੱਥੋਂ ਤੁਰਦਾ ਤੁਰਦਾ ਫਿਰ ਉਹ ਆਪਦੇ ਘਰ ਤੱਕ ਲੈ ਆਉਂਦੇ ਆ। ਬਾਕੀ ਸਿੱਧੂ ਕੌਣ ਕਿੱਥੇ ਕੀ ਹੈ ਉਹ ਭੁੱਲ ਜਾਂਦੇ। ਪਰ ਕਹਿੰਦਾ ਮੈਂ ਇਹ ਨਹੀਂ ਕਰਨਾ, ਮੇਰੇ ਆਪਦੇ ਘਰ ਤੱਕ ਨਹੀਂ, ਮੇਰੇ ਇੱਕ ਤਾਂ ਗੋਤ ਤੱਕ ਗੱਲ ਪਹੁੰਚੂਗੀ ਵੀ ਅਸੀਂ ਹੈ ਕਿੰਨੇ ਕੁ। ਸਿੱਧੂਆਂ ਦੀਆਂ 22 ਮੂੰਹਾਂ ਗਿਣੀਆਂ ਜਾਂਦੀਆਂ, 22 ਤਾਂ ਹੀ ਬਣਿਆ। ਮੂਈਆਂ ਕੀ ਬਈ ਅੱਡ ਅੱਡ ਕਿਸਮ ਦੇ, ਜਿਵੇਂ ਹੁਣ ਕੋਈ ਸੇਮੇ ਕੇ ਸਿੱਧੂ ਹੋ ਗਏ। ਅੱਛਾ। ਕੋਈ ਜਿਹੜੇ ਹੈਗੇ ਆ ਉਹ ਲਹਿਰੇ ਵਾਲੇ ਸਿੱਧੂ ਹੋ ਗਏ, ਕੋਈ ਖਾਨੇ ਕੇ ਸਿੱਧੂ ਹੋ ਗਏ। ਇਹ ਅੱਡੋ ਅੱਡ ਜਿੰਨੇ ਪਿੰਡ ਸੀ ਉਹਨਾਂ ਨਾਲ ਸੰਬੰਧ, ਉਹਨਾਂ 'ਚੋਂ ਬਹੁਤ ਸਾਰੇ ਪਿੰਡ ਅੱਗੇ ਵੱਜ ਗਏ। ਆਪਾਂ ਇਹਨਾਂ ਨੂੰ ਕਹਿ ਸਕਾਂ ਵੀ ਸਿੱਧੂਆਂ ਦੀ ਅੱਲਾਂ, ਜਿਸ ਤਰ੍ਹਾਂ ਵੀ ਅੱਲੇ ਸਮਝ ਲਓ, ਲਹਿਰੀ ਅੱਲ ਬਣ ਗਈ। ਹਾਂ। ਅਤੇ ਉਹ ਅੱਡੋ ਅੱਡ ਹੁਣ ਜਿਵੇਂ ਇੱਕ ਭੀਟੀ ਵਾਲਾ ਪਿੰਡ ਹੈ, ਭੀਟੀ ਵਾਲਾ ਉਹ ਵੀ ਸਿੱਧੂਆਂ 'ਚੋਂ, ਇੱਥੋਂ ਸੇਮੇ ਪਿੰਡ 'ਚੋਂ ਵੱਜਿਆ ਹੋਇਆ। ਐਂ ਗਾਂ ਦੀ ਗਾਂ ਸਾਰੇ ਮਾਲਵੇ 'ਚ ਖਿੱਲਰ ਗਏ। ਸਭ ਤੋਂ ਵੱਧ ਗਿਣਤੀ ਅੱਜ ਵੀ ਸਿੱਧੂਆਂ ਦੀ ਹੈ। ਪੁਰਾਣੇ ਸਮੇਂ 'ਚ ਇੱਕ ਲੋਕ ਨਾ ਕਹਾਵਤ ਜੀ ਸੀਗੀ ਕਿ ਇੱਕ ਝਾੜ ਪੱਟਿਆ ਅਤੇ 100 ਸਿੱਧੂ ਕੱਢਿਆ। ਅਤੇ ਇਹ ਗੱਲਾਂ ਸੀ ਜਿਹੜੀਆਂ ਉਹ ਬੰਦੇ ਨੇ ਬੜੀਆਂ ਮੈਨੂੰ ਇੱਥੇ ਆ ਕੇ 4-5 ਘੰਟੇ, ਉਹਦੀ ਉਮਰ 75 ਸਾਲ ਤੋਂ ਉੱਤੇ ਹੈ। ਤੁਹਾਨੂੰ ਚੱਕਰਾਂ ਪਾ ਦਿਆ? ਮੈਨੂੰ ਚੱਕਰ ਕੀ, ਮੈਂ ਆਪਣੇ ਆਪ ਨੂੰ ਸਮਝਦਾ ਸੀਗਾ ਵੀ ਸਿੱਧੂਆਂ ਬਾਰੇ ਤਾਂ ਮੈਂ ਜਾਣਦਾ ਹੀ ਹਾਂ। ਚਲੋ ਪੜ੍ਹਦੇ ਪੁੜ੍ਹਦੇ ਰਹੀਦਾ ਜਾਂ ਮਾੜਾ ਮੋਟਾ ਇੱਥੇ ਆਉਂਦੇ ਰਹਿੰਦੇ, ਕੋਈ ਸਿੱਧੂਆਂ ਨਹੀਂ ਆਉਣਾ ਇੱਥੇ, ਜਿਆਦਾ ਸਿੱਧੂ ਹੀ ਹੈ ਇੱਥੇ। ਅਤੇ ਉਹ ਕਹਿੰਦਾ ਨਾ ਜੀ, ਇਹ ਗੱਲਾਂ ਸੀ ਜਿਹੜੀਆਂ ਵੀ ਉਹਨਾਂ ਬੰਦਿਆਂ ਨੇ ਖੋਜ ਨਹੀਂ ਕੀਤੀ, ਵੀ ਐਵੇਂ ਛੱਡਤੀ। ਹਾਂ, ਉਹਨਾਂ ਨੇ ਤਾਂ ਸਿਰਫ ਆਪਦੀ
ਬੱਲੇ ਬੱਲੇ ਕੀਤੀ ਹੈ। ਉਦਾਹਰਨ ਵਜੋਂ ਇੱਕ ਬੰਦੇ ਨੇ ਕਿਤਾਬ ਲਿਖੀ, ਉਹਦਾ ਰਾਜਸਥਾਨ ਦੇ ਵਿੱਚ ਉਹਦੀ ਜ਼ਮੀਨ ਸੀ, ਅਤੇ ਰਾਜਸਥਾਨ ਦੇ ਵਿੱਚ ਉਹਨੇ ਇਹ ਸਾਬਤ ਕਰਨਾ ਸੀ ਕਿ ਅਸੀਂ ਰਾਜਸਥਾਨੀ ਹੈ, ਕਿਉਂਕਿ ਉੱਥੇ ਜ਼ਮੀਨ ਤੁਹਾਨੂੰ ਪਤਾ ਨਾ ਵੀ ਹੁਣ ਜ਼ਮੀਨ ਬੈ ਨਹੀਂ ਲੈ ਸਕਦੇ ਰਾਜਸਥਾਨ ਦੇ ਵਿੱਚ, ਨਾਂ ਨਹੀਂ ਚੜ੍ਹਦੀ। ਉਹਨੂੰ ਤਾਂ ਕਹਿੰਦਾ ਤਾਂ ਲਿਖੀ ਹੈ ਵੀ ਉਹ ਕਹਿਣ ਵੀ ਅਸੀਂ ਤਾਂ ਇੱਥੇ ਹੀ ਗਏ ਸੀ ਅਤੇ ਇੱਥੇ ਆ ਗਏ, ਅਤੇ ਜ਼ਮੀਨ ਤਾਂ ਸਾਡੀ ਹੈਗੀ ਤਾਂ ਜੱਦੀ ਵਾਸੀ ਇੱਥੋਂ ਦੇ। ਕਹਿੰਦਾ ਇਹ ਜਿਹਾ ਕੁਛ ਬਹੁਤ ਹੋਇਆ, ਖੋਜਾਂ ਘੱਟ ਹੋਈਆਂ। ਉਹ ਬੰਦਾ ਕੌਣ ਹੈ, ਦਾਦਾ ਦੱਸ ਦਿਓ। ਪਟਿਆਲੇ ਯੂਨੀਵਰਸਿਟੀ ਦੇ ਵਿੱਚ ਉਹ ਰਜਿਸਟਰਾਰ ਹੁੰਦੇ ਸੀ, ਅੱਛਾ। ਸਿੱਧੂ ਸਾਹਿਬ ਅੱਜ ਕੱਲ੍ਹ ਰਿਟਾਇਰ ਹੋਏ ਵੇ ਆ। ਉਹਨਾਂ ਦਾ ਐਡਰੈਸ ਕੀ ਹੈ ਮੈਨੂੰ ਪਤਾ ਨਹੀਂ, ਫੋਨ ਜਾਣ ਲੱਗੇ ਮੈਥੋਂ ਲੈ ਜਾਇਓ ਉਹਨਾਂ ਦਾ। ਨਹੀਂ, ਮੈਂ ਤਾਂ ਵੈਸੇ ਪੁੱਛ ਰਿਹਾ ਸੀ, ਮੈਂ ਚਲੋ ਪਤਾ ਲੱਗੇ ਵੀ ਜਿਹੜੇ ਬੰਦੇ ਨੇ ਖੋਜ ਕਰੀ ਇੰਨੀ ਵੀ ਉਹ ਕਹਿੰਦਾ ਨਹੀਂ, ਉਹ ਰਿਟਾਇਰ ਹੋਇਆ ਨੂੰ ਵੀ ਹੁਣ ਤਾਂ 10-12 ਸਾਲ ਹੋ ਗਏ ਹੋਣੇ ਆ, ਪਰ ਉਹ ਲੱਗੇ ਪਏ ਆ ਖੋਜ ਉਹ ਕਰ ਸਪੈਸ਼ਲ। ਮੇਰੇ ਕੋਲ ਉਹਨਾਂ ਦਾ ਕੋਈ ਕੰਮ ਨਹੀਂ ਸੀ ਹੋਰ, ਉਹ ਆਪਦੇ ਉਸੇ ਖੋਜ ਵਾਸਤੇ ਅਤੇ ਮੇਰੇ ਪਿੰਡ ਬਾਰੇ ਕਹਿੰਦੇ ਇਹ ਤਾਂ 1526 ਤੱਕ ਸੀਗਾ ਪਰਗਨਾ, ਅਤੇ ਇੱਥੋਂ ਤਾਂ ਮਾਮਲਾ ਇਕੱਠਾ ਹੁੰਦਾ ਸਰਹੰਦ ਨੂੰ ਜਾਂਦਾ ਸੀ। ਮੈਂ ਕਿਹਾ ਵੀ ਇਹ ਵੀ ਕਮਾਲ ਦੀ ਗੱਲ ਹੈ ਵੀ ਸਾਡੇ ਪਿੰਡ ਬਾਰੇ ਮੈਨੂੰ ਤਾਂ ਪਤਾ ਨਹੀਂ, ਮੈਨੂੰ ਤਾਂ ਇਹ ਲੱਗਦਾ ਵੀ 350 ਸਾਲ ਅਜੇ ਬੱਝੇ ਨੂੰ ਹੋਇਆ। ਉਹ ਕਹਿੰਦੀ ਉਹ ਜਦੋਂ ਥੇ ਹੋ ਗਿਆ, ਖਤਮ ਹੋ ਗਿਆ ਨਾ, ਕਾਲ ਪੈ ਗਿਆ ਸੀ। ਕਾਲ ਵਾਲੀ ਗੱਲ ਹੈ ਜਿਹੜੀ, ਉਹ ਆਪਾਂ ਨੂੰ ਪਤਾ ਹੀ ਪੁਰਾਣੇ ਸਮੇਂ 'ਚ ਇੱਥੇ ਨਾ ਆਮ ਪੈਂਦੇ ਰਹੇ ਆ। ਪੈਣ ਦੇ ਪਿੱਛੇ ਵੀ ਇੱਕ ਗੱਲ ਸੀ ਜਿਹੜੀ, ਉਹ ਸੀ ਕਿ ਜਿਹੜਾ ਸਤੁਦਰਵ ਸੀ ਨਾ, ਉਹਦੀਆਂ 100 ਧਰਾਵਾਂ ਉਹ ਇੱਥੇ ਆਸੇ ਪਾਸੇ ਦੀ ਨਿੱਕੀਆਂ ਨਿੱਕੀਆਂ ਨਦੀਆਂ ਦੇ ਰੂਪ 'ਚ ਵਗਦੀਆਂ ਸੀ, ਅਤੇ ਉਹ ਅੱਡੋ ਅੱਡ ਹੈ। ਕੁਛ ਲੋਕ ਤਾਂ ਕਹਿੰਦੇ ਆ ਵੀ ਕੁਦਰਤੀ ਤੌਰ 'ਤੇ ਕਿਤੇ ਕੋਈ ਭੁਚਾਲ ਆਇਆ ਅਤੇ ਉਹਦੇ ਨਾਲ ਪੱਥਰ ਪੁੱਥਰ ਡਿੱਗ ਡੁੱਗ ਕੇ ਇੱਧਰ ਉੱਧਰ ਉਹਦੇ ਵਹਿਣ ਬਦਲ ਗਏ। ਪਰ ਇੱਕ ਬੰਦੇ ਨੇ ਇਹ ਵੀ ਕਿਹਾ, ਤੁਹਾਡੇ ਨੇੜ ਦਾ ਹੀ ਹੈ ਹਰਪ੍ਰੀਤ ਸਿੰਘ, ਉਹ ਕਹਿੰਦਾ ਨਹੀਂ ਇਹ ਨਹੀਂ ਸੀ, ਉਹ ਤਾਂ ਹਾਂ ਲਲਤ ਦਿੱਤਿਆ ਨੇ ਬੰਨ ਮਾਰ ਕੇ ਦਰਿਆ ਸਿੱਟਤਾ ਸੀਗਾ ਆਪਣੇ 'ਚ ਬਿਆਸਾ 'ਚ, ਅੱਛਾ, ਇਹਦਾ ਵਹਿਣ ਨਹੀਂ ਬਦਲ ਗਿਆ। ਇਹ ਜਾਂਦਾ ਸੀ ਇੱਧਰ ਨੂੰ ਰਾਜਸਥਾਨ ਨੂੰ, ਕੱਛ ਦੀ ਖਾੜੀ 'ਚ ਡਿੱਗਦਾ ਸੀ, ਉਜਾੜ ਹੋ ਗਿਆ ਹਾਕੜਾ ਦਰਿਆ, ਅਤੇ ਜੋ ਦਰਿਆ ਹੀ ਬੰਦ ਹੋ ਗਿਆ ਤਾਂ ਖਤਮ ਹੀ ਹੋ ਗਿਆ, ਅਤੇ ਫਿਰ ਬਾਕੀ ਕੀ ਰਹਿਣਾ ਸੀ। ਬਾਕੀ ਤਾਂ ਜਿੱਥੇ ਦਰਿਆ ਵਗਦਾ ਟਿੱਬੇ ਉੱਥੋਂ ਨਿਕਲ ਹੀ ਆਉਂਦੇ, ਰੇਤਾ ਹੀ ਹੁੰਦਾ ਉੱਥੇ, ਅਤੇ ਰੇਤਾ ਤਾਂ ਬਣਿਆ ਵੀ ਜੰਗਲ ਦੀ ਥਾਂ 'ਤੇ ਟਿੱਬੇ ਕਿਉਂ ਬਣੇ। ਇਹ ਨਾ ਪ੍ਰਸ਼ਨ ਹਰ ਇੱਕ ਖੋਜੀ ਦੇ ਦਿਮਾਗ 'ਚ ਵੱਜਦਾ ਹੈ ਕਿ ਜੰਗਲ ਹੈ ਜਿਹੜਾ, ਉਹ ਟਿੱਬੇ ਕਿਵੇਂ ਬਣੇ। ਮੈਂ ਇੱਥੇ 40 ਕੁ ਸਾਲ ਪਹਿਲਾਂ ਇੱਥੇ ਆਇਆ, ਵੈਸੇ ਵੀ ਪੁਰਾਣੇ ਸਮੇਂ 'ਚ ਮੇਰਾ ਜ਼ਿਲ੍ਹਾ ਬਠਿੰਡਾ ਹੀ ਸੀ, ਅਤੇ ਉਹਨਾਂ ਮਿਲਿਆ ਜਿੱਥੇ ਟਿੱਬੇ ਹੀ ਟਿੱਬੇ ਹੁੰਦੇ ਸੀ। ਮਾਂ ਨੇੜੇ ਤਿਉਣਾ ਪਿੰਡ ਆ, ਉੱਥੇ ਸਕੂਲ ਜਾਂਦਾ, ਅਤੇ ਸਾਈਕਲ ਜਾਂਦੇ ਹੋਇਆਂ ਤਾਂ ਤੜਕੇ ਤਾਂ ਜੇ ਬੱਚਤ ਹੁੰਦੀ ਆ, ਆਉਣ ਵੇਲੇ ਨੂੰ ਫਿਰ ਚੰਗਿਆੜੇ ਹੀ ਨਿਕਲਦੇ, ਪੂਰੀ ਲਾਟ ਟਿੱਬੇ ਟਿੱਬੇ ਹੁੰਦੇ ਚਾਰੇ ਪਾਸੇ, ਹਵਾ ਵਗਣ ਲੱਗ ਪੈਣੀ, ਹਨੇਰੀ ਗਾਲਾਂ 'ਚ ਪੈ ਜਾਣਾ, ਰੇਤਾ ਬੁਰਾ ਹਾਲ। ਇਹ ਸਾਰੀਆਂ ਗੱਲਾਂ ਉਸ ਬੰਦੇ ਨੇ ਇਹ ਖੋਜ ਕਰਕੇ ਨਾ ਲਲਤ ਦਿੱਤਿਆ ਉਸ ਰਾਜੇ ਦਾ ਨਾਂ ਦੱਸਿਆ ਜਿਹਨੇ ਇਹ ਕੰਮ ਕੀਤਾ ਸੀ। ਜਦੋਂ ਉਰੇ ਗੁਰੂ ਸਾਹਿਬ ਆਏ, ਆਪਣੇ ਜੰਗ ਵੀ ਹੋਈ, ਤੁਹਾਨੂੰ ਤਾਂ ਪਤਾ ਹੀ ਹਾਂਜੀ, ਉਸ ਟਾਈਮ ਵੀ ਉਰੇ ਇਸ ਤਰ੍ਹਾਂ ਰੇਤਾ ਟਿੱਬੇ ਦੇ ਜੰਗਲ ਟਿੱਬੇ ਸੀ ਜੀ ਸਾਰੇ। ਇਹ ਜਿਹੜੀ ਗੱਲ ਦੱਸੀ ਉਹਨਾਂ ਨੇ, ਇਹ 766 ਈਸਵੀ ਵਾਲੀ ਦੱਸੀ ਹੈ। ਅੱਛਾ, ਜਿਹੜੀ ਲਲਤ ਦਿੱਤੇ ਵਾਲੀ 736 ਦੇ ਵਿੱਚ ਉਹਦਾ ਰਾਜ ਸ਼ੁਰੂ ਹੋਇਆ, 766 ਈਸਵੀ ਦੇ ਵਿੱਚ ਉਹਨੇ ਇਹ ਜਿਹੜਾ ਦਰਿਆ ਹੈਗਾ ਇਹਨੂੰ ਉੱਧਰ ਸਿੱਟਿਆ। ਡਾਕਟਰ ਹਰਪ੍ਰੀਤ ਸਿੰਘ ਕਿਤਾਬ ਵੀ ਨਾ ਪਈ, ਹਾਂਜੀ ਹਾਂ, ਰਾਸਤੇ ਪੰਜਾਬ। ਹਾਂਜੀ ਹਾਂ। ਅੱਛਾ ਸੰਧੂ ਸਾਹਿਬ, ਜਿਹੜਾ ਆਪਾਂ ਜੇ ਬਾਤ ਕਰਾਂ ਵੀ ਲੱਖੀ ਜੰਗਲ, ਆਪਾਂ ਕਿਹੜੇ ਇੱਕ ਇਲਾਕੇ ਨੂੰ ਖਾਸ ਆਪਾਂ ਹਾਂ ਵੀ ਇਹ ਇਲਾਕਾ ਵੀ ਇੰਨਾ ਲੱਖੀ ਜੰਗਲ ਮੰਨਿਆ ਸੀ? ਜਿਹੜੇ ਕੋਠਾ ਗੁਰੂ ਤੋਂ ਗਿਆਨੀ ਬਲਵੰਤ ਸਿੰਘ ਜੀ ਬਹੁਤ ਵੱਡੇ ਇਤਿਹਾਸਕਾਰ ਹੋਏ ਹੈ, ਬਹੁਤ ਪੜ੍ਹਨ ਵਾਲੇ ਬੰਦੇ ਸੀ, ਵਿਖਾਵਾ ਘੱਟ ਕਰਦੇ ਸੀ। ਉਹਨਾਂ ਨੇ ਇਹ ਕਿਹਾ ਕਿ ਸਰਸੇ ਤੋਂ ਲੈ ਕੇ ਫਿਰੋਜ਼ਪੁਰ ਤੱਕ ਅਤੇ ਅਬੋਹਰ ਤੋਂ ਲੈ ਕੇ ਸੰਗਰੂਰ ਤੱਕ ਇਹ ਸਾਰਾ ਜੰਗਲ ਦਾ ਇਲਾਕਾ ਸੀ, ਜਿਹਦੀਆਂ ਨਿਸ਼ਾਨੀਆਂ ਅੱਜ ਵੀ ਮਿਲ ਜਾਂਦੀਆਂ। ਬਹੁਤ ਸਾਰੇ ਪਿੰਡਾਂ ਦੇ ਵਿੱਚ ਝਿੜੀਆਂ ਪੁਰਾਣੀਆਂ, ਉਹਨਾਂ ਝਿੜੀਆਂ ਤੋਂ ਪਤਾ ਲੱਗਦਾ ਕਿ ਇਹ ਇੱਥੇ ਜੰਗਲ ਦਾ ਇਲਾਕਾ, ਟਿੱਬਿਆਂ ਤੋਂ ਪਹਿਲਾਂ। ਹਾਂ, ਟਿੱਬਿਆਂ ਤੋਂ ਪਹਿਲਾਂ ਨਹੀਂ, ਹੁਣ ਵੀ ਮਿਲ ਜਾਂਦੀਆਂ ਕੋਈ ਥਾਵਾਂ 'ਤੇ ਨਿਸ਼ਾਨੀਆਂ ਹੈਗੀਆਂ। ਉਹ ਕਿਹੜੇ ਥਾਂ ਸੀ? ਜਿਹੜੇ ਨੀਵੇਂ ਥਾਂ ਸੀ, ਜਿੱਥੇ ਆਮ ਤੌਰ 'ਤੇ ਆਪਾਂ ਮਤਲਬ ਛੱਪੜ ਹੁੰਦੇ ਸੀ ਨੇੜੇ ਤੇੜੇ, ਜਾਂ ਵੈਸੇ ਟਿੱਬਿਆਂ ਦੇ ਵਿਚਾਲੇ ਦਾ ਸਨ ਕੋਈ ਨੀਵਾਂ ਜਿਹਾ ਸੀ, ਪਾਣੀ ਮੀਂਹ ਦਾ ਖੜਖੜ ਜਾਂਦਾ, ਉੱਥੇ ਰੁੱਖ ਰਹਿ ਗਏ, ਜਾਂ ਪੁਰਾਣੇ ਰੁੱਖ ਵੀ ਹੈਗੇ ਉੱਥੇ, ਨਵੇਂ ਵੀ ਹੋ ਗਏ। ਪਰ ਜਿਹੜੇ ਰੁੱਖ ਸੀ ਉਹਨਾਂ ਦੀ ਜੱਦ ਬਦਲ ਗਈ। ਜਿਹੜੇ ਪਹਿਲਾਂ ਰੁੱਖ ਸੀ ਪਾਣੀ ਵਾਲੇ ਰੁੱਖ, ਉਹ ਹੋਰ ਕਿਸਮ ਦੇ ਸੀ। ਜਦੋਂ ਇਹ ਜੰਗਲ ਤੋਂ ਬਾਅਦ ਟਿੱਬੇ ਬਣੇ ਤਾਂ ਇਹਦੇ 'ਚ ਕਿੱਕਰਾਂ, ਬੂਈਆਂ, ਮਲੇ, ਕਰੀਰ, ਜੰਡ, ਇਸ ਕਰਕੇ ਇਸ ਇਲਾਕੇ ਤੁਹਾਨੂੰ ਜੰਡਾਂ ਵਾਲੇ ਪਿੰਡ ਬਹੁਤ ਮਿਲਣਗੇ। ਹਰ 40-50 ਮੀਲ ਦੇ ਵਿੱਚ ਇੱਕ ਅੱਧਾ ਜੰਡਾਂ ਵਾਲਾ ਹੈਗਾ ਹੀ ਹੈ, ਕਿਉਂਕਿ ਟਿੱਬਿਆਂ 'ਚ ਤਾਂ ਇਹ ਜਿਹਾ ਕੁਛ ਹੀ ਹੋਣਾ। ਤੁਹਾਨੂੰ ਕਦੇ ਨਿਊ ਵੀ ਲੱਗਾ, ਜਿਸ ਤਰ੍ਹਾਂ ਮੈਂ ਕਈ ਵਾਰ ਸੋਚਾਂ
ਵੀ ਪਹਿਲਾਂ ਜਿਸ ਤਰ੍ਹਾਂ ਜੰਗਲ ਦਾ ਟਿੱਬੇ ਬਣ ਗਏ, ਹਾਂਜੀ ਇਹ ਪੰਜਾਬ ਮਾ ਹੋ ਰਿਹਾ ਵੀ ਪਾਣੀ ਮੁੱਕ ਰਿਹਾ ਤੇ ਪੰਜਾਬ ਸਾਰਾ ਰੇਗਿਸਤਾਨ ਬਣ ਰਿਹਾ, ਵੀ ਸਮੇਂ ਗੈਲ ਫੇਰ ਪਲਟਾ ਵੱਜ ਕੇ ਮਤਲਬ ਚੱਕਰ ਘਮਾਈ ਜਾ ਕੁਦਰਤ ਬੰਦਿਆਂ ਨੇ ਇਸ ਤਰ੍ਹਾਂ ਕਰੀ ਜਾ ਧਰਤੀ ਨੂੰ। ਕੁਦਰਤ ਦੇ ਗੇੜੇ ਆ ਨਾ ਜਿਹੜੇ ਜੀ, ਇਹ ਬੜੇ ਪੈ ਰਹੇ ਆ। ਹੁਣ ਕਦੇ ਕਿਸੇ ਨੇ ਸੋਚਿਆ ਨਹੀਂ ਸੀ, ਮੇਰੇ ਸਹੁਰੇ ਭੀਟੀ ਵਾਲਾ ਪਿੰਡ ਹੈ, ਜਦੋਂ ਆਪਾਂ ਡੱਬ ਵਾਲੀ ਤੋਂ ਹੋਰ ਨੂੰ ਜਾਂਦੇ ਉੱਤੇ ਸੜਕ 'ਤੇ ਆਉਂਦਾ, ਜਦੋਂ ਮੇਰਾ ਵਿਆਹ ਹੋਇਆ ਤੇ ਸਾਨੂੰ ਥੋੜ੍ਹੇ ਜਿਹੇ ਕੱਚੇ ਰਾਹ ਜਾਣਾ ਪੈ ਗਿਆ ਤੇ ਮੇਰੇ ਮੂੰਹ ਦੀ ਸਿਆਣ ਨਹੀਂ ਆਉਂਦੀ ਸੀ ਤੇ ਮੇਰੇ ਦੋਸਤ ਨੇ ਉਹਨੇ ਝਾੜ ਝੂੜ ਕੇ ਮੇਰਾ ਮੂੰਹ ਜਾ ਕੱਢਿਆ। ਮਿੱਟੀ ਮਿੱਟੀ ਇੰਨੀ ਸੀ ਤੇ ਖੇਤ ਨੂੰ ਅਸੀਂ ਜਾਂਦੇ ਹੀ ਨਹੀਂ ਸੀ, ਉਹਨਾਂ ਦੇ ਬਰਬਰ ਉੱਡਦੀ ਸੀ ਚਾਰੇ ਪਾਸੇ। ਜੇ ਕਿਤੇ ਹਨੇਰੀ ਆ ਗਈ ਤੇ ਫਿਰ ਤਾਂ ਕੁਝ ਵੀ ਨਹੀਂ ਦਿਖਦਾ ਸੀ, ਕਾਲੀਆਂ ਬੋਲੀਆਂ ਹਨੇਰੀਆਂ ਸੀ ਜਿਹੜੀਆਂ ਉੱਥੇ ਚੱਲਦੀਆਂ ਸੀ। ਅੱਜ ਕੱਲ੍ਹ ਨਹੀਂ ਆ ਰਹੀਆਂ ਕਿਉਂਕਿ ਟਿੱਬੇ ਖਤਮ ਹੋ ਗਏ, ਉੱਥੋਂ ਨੂੰ ਝੋਨਾ ਲੱਗਦਾ। ਤੁਹਾਨੂੰ ਕੀ ਲੱਗਦਾ ਵੀ ਜਿਹੜਾ ਮੈਂ ਕਈ ਵਾਰ ਸੋਚਾਂ ਵੀ ਯਾਰ ਉਹ ਪੁਰਾਣਾ ਸਮਾਂ ਤਾਂ ਸਾਂਝ ਤੀ, ਜਿਵੇਂ ਇੱਥੇ ਬਾਤਾਂ ਕਰ ਰਹੇ 40 ਸਾਲ ਪੁਰਾਣੀ ਆ, ਤੁਹਾਨੂੰ ਤਾਂ ਸਾਰਾ ਦੇਖ ਲਿਆ ਤੁਹਾਨੂੰ ਕਿਆ ਲਗਾ ਵੀ ਉਹ ਸਮਾਂ ਇਸ ਵਾਲੇ ਸਮੇਂ ਵਿੱਚ ਮੁਕਾਬਲਾ ਕਰਿਆ ਕਿਹੜਾ ਸਮਾਂ ਵਧੀਆ ਦਾ ਬੰਦੇ ਦੀ ਰੂਹ ਵਾਸਤੇ? ਬੰਦੇ ਵਾਸਤੇ ਤਾਂ ਉਹੀ ਸਮਾਂ ਚੰਗਾ ਸੀ, ਸਾਂਝ ਤੀ ਬੰਦੇ ਵਾਸਤੇ। ਜਿਹੜਾ ਅਸੀਂ ਟੈਕਨੋਲੋਜੀ ਜਾਂ ਵਿਕਾਸ ਜਾਂ ਵਿਗਸਨਾ ਜਾਂ ਕਿਉਂਕਿ ਕੁਦਰਤੀ ਵਰਤਾਰੇ ਵੀ ਹੈ ਕੁਛ, ਜੇ ਤਾਂ ਉਹ ਕੁਦਰਤੀ ਤੌਰ 'ਤੇ ਹੁੰਦਾ ਫਿਰ ਤਾਂ ਸੀ ਉਹ ਬਹੁਤ ਵਧੀਆ। ਕਿ ਜਿਹੜਾ ਤਬਦੀਲੀ ਹੁੰਦੀ ਹੈ ਨਾ, ਕੁਛ ਗੱਲਾਂ ਹੁੰਦੀਆਂ ਕੁਦਰਤ ਨਹੀਂ ਕਰ ਦੇਣੀਆਂ ਅਤੇ ਕੁਛ ਅਸੀਂ ਕਰਦੇ ਹਾਂ। ਜਿਹੜਾ ਮਨੁੱਖ ਕਰਦਾ ਨਾ, ਉਹਦੇ ਪਿੱਛੇ ਆਰਥਿਕਤਾ ਲਾਲਚ ਹੈ, ਅਤੇ ਲਾਲਚ ਅਧੀਨ ਕੋਈ ਵੀ ਕੰਮ ਕੀਤਾ ਕਦੇ ਚੰਗਾ ਤਾਂ ਹੁੰਦਾ ਨਹੀਂ। ਅੱਜ ਸਾਡਾ ਹਾਲ ਕੀ ਹੈ ਕਿ ਸਾਡੇ ਇਸ ਇਲਾਕੇ ਦੇ ਵਿੱਚ ਫਿਰ ਦੁਬਾਰੇ ਤੋਂ ਇੱਕ ਜਾਗਰਤੀ ਆ ਰਹੀ ਹੈ ਕਿ ਆਪਾਂ ਅਜਿਹੀਆਂ ਸਬਜ਼ੀਆਂ ਲਾਈਏ ਜਿਨ੍ਹਾਂ 'ਤੇ ਰੇਹ ਸਪਰੇ ਨਾ ਹੋਵੇ, ਆਪਾਂ ਫਸਲਾਂ ਉਹ ਬੀਜੀਏ ਜਿਨ੍ਹਾਂ 'ਤੇ ਰੇਹ ਸਪਰੇ ਨਾ ਹੋਵੇ। ਇਹ ਮੱਤ ਸਾਨੂੰ ਟੈਕਨੋਲੋਜੀ ਨੇ ਅਤੇ ਇਹ ਸ਼ਹਿਰੀ ਲੋਕਾਂ ਨੇ ਹੀ ਦਿੱਤੀ ਹੈ। ਅੱਜ ਕੋਈ ਡਾਕਟਰ ਇਹੋ ਜਿਹਾ ਨਹੀਂ ਇੱਥੇ ਜਿਹੜਾ ਆਮ ਮੰਡੀ 'ਚੋਂ ਲੈ ਕੇ ਕਣਕ ਖਾਂਦਾ ਹੋਵੇ ਜਾਂ ਆਟਾ ਖਾਂਦਾ ਹੋਵੇ। ਉਹਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬੰਦੇ ਬਿਨਾਂ ਰੇਹ ਸਪਰੇ ਤੋਂ ਸਬਜ਼ੀਆਂ ਜਾਂ ਕਣਕ ਜਾਂ ਹੋਰ ਸਾਰਾ ਕੁਝ ਪੈਦਾ ਕਰ ਰਹੇ, ਮੈਨੂੰ ਉਹ ਮਿਲੇ ਆਟਾ। ਡਾਕਟਰਾਂ ਸਾਰਿਆਂ ਦੇ ਘਰਾਂ 'ਚ ਉਹ ਹੈ, ਅਤੇ ਆਪਾਂ ਆਮ ਪੁੱਛ ਲਈਏ ਤਾਂ ਤੁਹਾਨੂੰ ਪਤਾ ਡਾਕਟਰਾਂ ਦੀ ਦੁਕਾਨ ਆਊਗਾ ਦੱਸਣਗੇ, ਉਹ ਤਾਂ ਗਾਹਕ ਭਾਲਦੇ ਫਿਰਦੇ। ਅੱਛਾ, ਲੱਖੀ ਜੰਗਲ ਦੇ ਵਿੱਚ ਹੀ ਕੋਠਾ ਗੁਰੂ, ਉਸਕੇ ਬਾਰੇ ਮੈਂ ਦੱਸੋ। ਉੱਥੇ ਗੁਰੂ ਸਾਹਿਬ ਆਏ ਤੇ ਕਹਿੰਦੇ ਕੋਠਾ ਜੇ ਵੀ ਹੈਗਾ ਪਿੰਡ। ਉਹ ਜਿਹੜਾ ਲੱਖੀ ਜੰਗਲ ਦੇ ਵਿੱਚ ਕੋਠਾ ਗੁਰੂ ਪਿੰਡ ਹੈ ਨਾ, ਉੱਥੋਂ ਦੀ ਅਸਲ ਵਿੱਚ ਪੁਰਾਣੇ ਸਮੇਂ 'ਚ ਇੱਕ GT ਰੋਡ ਵੀ ਲੰਘਦੀ ਸੀ ਪਹਿਲਾਂ। ਹਾਂ, ਅਤੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਤੋਂ ਪਹਿਲਾਂ ਉੱਥੋਂ ਦੀ ਲੰਘੇ ਆ ਗੁਰੂ ਸਾਹਿਬਾਨ ਦੇ ਵਿੱਚੋਂ। ਅਤੇ ਉਹ ਜਿੱਥੇ ਮਤਲਬ ਜਿਹੜੇ ਰਸਤੇ ਆਉਂਦੇ ਗਏ ਕਿਤੇ ਨਾ ਕਿਤੇ ਉਹਨਾਂ ਨੇ ਰੁਕਣਾ ਹੀ ਹੁੰਦਾ ਸੀ। ਇਹ ਇਲਾਕਾ ਪੁਰਾਣੇ ਸਮੇਂ 'ਚ ਅਸਲ ਵਿੱਚ ਪਹਿਲਾਂ ਬੋਧੀ ਪ੍ਰਭਾਵ ਅਧੀਨ ਸੀ, ਅੱਜ ਵੀ ਬੋਧੀਆਂ ਦੀਆਂ ਨਿਸ਼ਾਨੀਆਂ ਮਿਲ ਜਾਂਦੀਆਂ। ਫਿਰ ਇਹ ਨਾਥਾਂ ਜੋਗੀਆਂ ਦੇ ਡੇਰੇ ਬਹੁਤ ਸੀ ਇੱਥੇ, ਬਹੁਤ ਜ਼ਿਆਦਾ। ਅੱਜ ਵੀ ਤੁਹਾਨੂੰ ਹਰ ਦੂਜੇ ਤੀਜੇ ਪਿੰਡ ਨਾਥਾਂ ਦਾ ਡੇਰਾ ਕੋਈ ਮਿਲ ਹੀ ਜਾਣਾ। ਅਤੇ ਉਹ ਗੁਰੂ ਸਾਹਿਬ ਜਿੱਥੇ ਵੀ ਕੋਈ ਇਸ ਕਿਸਮ ਦੀ ਕੁਦਰਤ ਦੇ ਵਿਰੁੱਧ ਕੋਈ ਵੀ ਧਰਮ ਜਾਂ ਕੋਈ ਗੱਲ ਕਰਦਾ ਸੀ ਅਤੇ ਗੁਰੂ ਸਾਹਿਬ ਉੱਥੇ ਜ਼ਰੂਰ ਉਹਨਾਂ ਨੂੰ ਮੱਤ ਦੇਣ ਦੀ ਕੋਸ਼ਿਸ਼ ਕਰਦੇ ਸੀ। ਉਹਨਾਂ ਦਾ ਡੇਰਾ ਵੀ ਉਹ ਜਿਹੇ ਥਾਂ 'ਤੇ ਉੱਥੇ ਹੀ ਰੁਕਦੇ ਸੀ ਉਹ। ਅਤੇ ਕੋਠਾ ਗੁਰੂ ਆ ਜਿਹੜਾ, ਇਹਦੇ ਨੇੜੇ ਤੇੜੇ ਵੀ ਉਸ ਵੇਲੇ ਅਜੇ ਵੀ ਮੇਲਾ ਲੱਗਦਾ ਜਿਹੜਾ ਉਹ ਨਾਥਾਂ ਦੇ ਨਾਂ 'ਤੇ ਲੱਗਦਾ ਉੱਥੇ। ਜਾਂ ਕਾਲੂ ਨਾਥ ਜੀ ਸੀਗੇ ਉਰਲੇ ਪਾਸੇ ਨਥਾਣੇ, ਮਤਲਬ ਇੱਥੇ ਬਹੁਤੇ ਨਾਥ ਹੁੰਦੇ ਸੀ, ਨਾਥ ਜੋਗੀ। ਅਤੇ ਗੁਰੂ ਸਾਹਿਬ ਫਿਰ ਜਿੱਥੇ ਵੀ ਆਉਂਦੇ ਉੱਥੇ ਆਣ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਵੀ ਕਰਦੇ, ਅਤੇ ਜਿਹੜੇ ਉਹਨਾਂ ਦੇ ਧਰਮ ਦੇ ਵਿੱਚ ਆਈ ਹੋਈ ਕੋਈ ਗਿਰਾਵਟ ਹੈ ਕਿਸੇ ਕਿਸਮ ਦੀ ਵੀ, ਜਾਂ ਲੱਗਦਾ ਵੀ ਆਹ ਗੱਲ ਹੈ ਜਿਹੜੀ ਗਲਤ ਹੋ ਰਹੀ ਹੈ, ਉਹ ਵੀ ਉਹਨਾਂ ਨੂੰ ਸਮਝਾਉਂਦੇ। ਅਤੇ ਪੈਦਲ ਯਾਤਰਾ ਤੋਂ ਕਰਦੇ ਸੀ, ਆਪਾਂ ਨੂੰ ਪਤਾ ਹੀ ਹੈ। ਉਹ ਫਿਰ ਇੱਥੋਂ ਲੰਘਦੇ ਹੋਏ ਇਹਨਾਂ ਪਿੰਡਾਂ ਵਿੱਚ ਦੀ ਗਾਂ ਅੱਗੇ ਦਮਦਮਾ ਸਾਹਿਬ ਤੱਕ ਵੀ ਗਏ, ਗੁਰੂ ਨਾਨਕ ਦੇਵ ਜੀ ਵੀ ਗਏ ਉੱਥੇ। ਹੋਰ ਵੀ ਕਈ ਥਾਵਾਂ 'ਤੇ ਇਹ ਅਜੇ ਤੱਕ ਇਤਿਹਾਸ 'ਚੋਂ ਮਾੜਾ ਮੋਟਾ ਮਿਲ ਜਾਂਦਾ ਹੈ ਜਿੱਥੇ ਗੁਰੂ ਸਾਹਿਬ ਗਏ। ਉਹ ਪੁਰਾਣੀ ਨਿਸ਼ਾਨੀ ਹੈ ਜਿਹੜੀ ਉਹ ਸੜਕ ਦੀ ਪੁਰਾਣੀ ਦੀ। ਗੁਰੂ ਸਾਹਿਬ ਵੇਲੇ ਤਾਂ ਹੋ ਸਕਦਾ ਵੀ ਨਿੱਕੀਆਂ ਇੱਟਾਂ ਜਾਂ ਕੱਚੀਆਂ ਹੀ ਜਾਂ ਉਸ ਤਰ੍ਹਾਂ ਹੀ ਹੋਵੇ, ਜਾਂ ਰਸਤਾ ਹੀ ਹੋਵੇ ਇਕੱਲਾ ਚੌੜਾ ਅਤੇ GT ਰੋਡ ਹੋਵੇ ਨਾ ਬਣੀ ਹੋਵੇ। ਪਰ ਉਦੋਂ ਬਾਅਦ ਦੀ ਜਿਹੜੀ ਨਿਸ਼ਾਨੀ ਹੈ ਇੱਥੋਂ ਤੱਕ ਕਿ ਨਥਾਣੇ ਤੋਂ ਬਾਘੇ ਪੁਰਾਣੇ ਤੱਕ ਜਿਹੜੀ ਪੁਰਾਣੇ ਸਮੇਂ ਵਾਲੀ ਬੱਸ ਜਾਂਦੀ ਸੀ, ਉਹ ਉੱਥੇ ਕੁਛ ਰਾਹ ਹੈਗਾ ਜਿਹੜਾ ਅਜੇ ਉਹ ਬਾਕੀ ਬਚਿਆ ਵਾ, ਉਹ ਨਿਸ਼ਾਨੀ ਹੈਗੀ ਹੈ। ਜਿਹੜੇ ਉਹ ਆਪਣਾ ਕੋਠਾ, ਉੱਥੇ ਕੋਠਾ ਹੈ ਜਿੱਥੇ ਗੁਰੂ ਸਾਹਿਬ ਆਏ ਸੀ ਕਹਿੰਦੇ ਕੋਠੇ। ਹਾਂ, ਉਹ ਕੋਠਾ ਤਾਂ ਵੇਖੋ ਸਮੇਂ ਦੇ ਨਾਲ ਉਹ ਜਿਹਾ ਰੰਗ ਰੂਪ ਨਹੀਂ ਉਹਦਾ ਰਹਿ ਗਿਆ, ਕਿਉਂਕਿ ਤਬਦੀਲੀਆਂ ਆਉਂਦੀਆਂ ਰਹਿੰਦੀਆਂ, ਮਾੜਾ ਮੋਟਾ ਕਾਨੂੰਨ ਸੰਭਾਲਿਆ ਗਿਆ ਜਾਂ ਉਹ ਹੈਗਾ, ਉਹ ਸਾਰਾ ਕੁਛ ਹੀ ਕੋਠਾ ਗੁਰੂ ਦੇ ਵਿੱਚ ਮਿਲ ਜਾਂਦਾ। ਪਰ ਸਮੇਂ ਨਾਲ ਤਬਦੀਲੀਆਂ ਬਹੁਤ ਆ ਗਈਆਂ। ਜਿਵੇਂ ਕੋਈ ਪੁਰਾਣੀ ਨਿਸ਼ਾਨੀ ਸੀ ਉਹ ਢਾਹ ਕੇ ਉੱਥੇ ਗੁਰਦੁਆਰਾ ਸਾਹਿਬ ਵੱਡਾ ਬਣਾਤਾ, ਨਵਾਂ ਬਣਾਤਾ, ਕਾਰ ਸੇਵਾ ਵਾਲਿਆਂ ਨੇ ਬਣਾਤਾ। ਉਹ ਨਿਸ਼ਾਨੀਆਂ ਤਾਂ ਬਹੁਤੀਆਂ ਨਹੀਂ ਮਿਲਦੀਆਂ। ਕੁਛ ਇਸ ਇਲਾਕੇ ਦੇ ਵਿੱਚ
ਗੁਰੂ ਸਾਹਿਬਾਨ ਅਸਲ ਵਿੱਚ ਜਦੋਂ ਆਉਂਦੇ ਨਾ, ਤੇ ਮਾਲਵਾ ਸੀ ਜਿਹੜਾ, ਕਿਉਂਕਿ ਸਾਧਾਂ ਸੰਤਾਂ ਦਾ ਜਾਂ ਇਸ ਤਰ੍ਹਾਂ ਦਾ ਜ਼ਿਆਦਾ ਸੀ ਇੱਥੇ ਪ੍ਰਭਾਵ, ਇੱਧਰ ਨੂੰ ਆਣ ਕੇ ਫਿਰ ਉਹਨਾਂ ਨੇ ਜਿਹੜੀ ਸਮੱਤ ਦੇਣੀ ਜਾਂ ਲੋਕਾਂ ਨੂੰ ਦੱਸਣਾ ਸੀ, ਕਿ ਅਸਲ ਤਾਂ ਦੱਸਣਾ ਸੀ ਕੁਦਰਤ ਬਾਰੇ, ਪਰਮਾਤਮਾ ਬਾਰੇ, ਕਿ ਪਰਮਾਤਮਾ ਕਿਵੇਂ ਹੈ ਭਾਈ, ਉਹਨੂੰ ਮਿਲਿਆ ਕਿਵੇਂ ਜਾ ਸਕਦਾ ਹੈ। ਜਾਂ ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ ਤਾਂ ਲੋਕਾਂ ਨੂੰ ਜਾਗਰਤ ਵੀ ਕੀਤਾ ਕਿ ਆਉਣ ਵਾਲੇ ਸਮੇਂ 'ਚ ਆਹ ਕੁਛ ਹੋ ਰਿਹਾ ਭਾਈ, ਬਚੋ ਇਹ ਤੋਂ। ਖਾਸ ਕਰਕੇ ਜਿਹੜੇ ਜ਼ਾਲਮ ਹਮਲਾਵਰ ਉੱਧਰੋਂ ਆਏ, ਗੁਰੂ ਸਾਹਿਬ ਦੇ ਵੇਲੇ ਹੀ ਆਏ ਸੀਗੇ, ਉਹ ਬਾਬਰ ਸੀ ਜਾਂ ਹੋਰ ਸੀ, ਉਹਨਾਂ ਦਾ ਜ਼ਿਕਰ ਵੀ ਬਹੁਤ ਕਰਦੇ ਰਹੇ। ਫਿਰ ਇਸ ਇਲਾਕੇ 'ਚ ਮੁਸਲਿਮ ਪ੍ਰਭਾਵ ਘੱਟ ਸੀ ਜੀ ਜੀ, ਕਿਉਂਕਿ ਭਾਵੇਂ ਇਹ 700 ਕੁਛ ਈਸਵੀ ਦੇ ਵਿੱਚ ਮੁਹੰਮਦ ਬਿਨ ਕਾਸਿਮ ਨੇ ਹਿੰਦੁਸਤਾਨ ਦੇ ਕੁਝ ਥਾਵਾਂ 'ਤੇ ਹਮਲੇ ਕੀਤੇ ਸੀ, ਪਰ ਉਦੋਂ ਤੱਕ ਇੱਥੇ ਜ਼ਿਆਦਾਤਰ ਨਾ ਜਿਹੜਾ ਸੀ ਜੋਗੀ ਹੋਏ, ਨਾਥ ਹੋਏ, ਜਾਂ ਇਸ ਕਿਸਮ ਦੇ ਲੋਕ ਜ਼ਿਆਦਾ ਸੀ। ਆਪਣੇ ਉਹ ਹਿੰਦੁਸਤਾਨ ਦੀ ਪਹਿਲੀ ਕਹਾਂ ਵੀ ਇੱਕ ਤੀਵੀਂ ਜਿਹਨੇ ਰਾਜ ਕਰਿਆ, ਰਜੀਆ ਸੁਲਤਾਨਾ ਵੀ ਥਾਰੇ ਬਠਿੰਡੇ ਦੇ ਕਿਲੇ ਦੇ ਵਿੱਚ ਹੀ। ਇਹ ਗੱਲ ਹੈ ਨਾ ਜਿਹੜੀ ਇਹਦੇ 'ਤੇ, ਜਿਹੜੀ ਤਾਂ ਅਸੀਂ ਉਹਨਾਂ ਦੇ ਮਰਨ ਦੀ ਖਬਰ, ਉਹਦੇ 'ਤੇ ਤਾਂ ਇਤਿਹਾਸਕਾਰ ਇੱਕ ਮਤ ਨਹੀਂ ਵੀ ਉਹਨੇ ਆਪਣੇ ਗੁਲਾਮ ਗਿਲ ਵਿਆਹ ਕਰਾ ਲਿਆ। ਹਾਂ, ਨਹੀਂ ਉਹ ਸਾਰੀਆਂ ਗੱਲਾਂ ਤਾਂ ਠੀਕ ਹੈ। ਇੱਥੇ ਅਲਤੂਨੀਆਂ ਸੀ ਜਿਹੜਾ, ਉਹਦੇ ਬਾਪ ਦਾ ਸੂਬੇਦਾਰ ਸੀ ਅਲਤਮਸ਼ ਦਾ, ਅਤੇ ਇੱਥੇ ਜਦੋਂ ਰਜੀਆ ਨੂੰ ਬਣਾਇਆ ਗਿਆ ਨਾ, ਅਤੇ ਉਸ ਵੇਲੇ ਜਿੰਨੇ ਮੁਸਲਿਮ ਪਠਾਨ ਹਾਕਮ ਸੀ ਜਿਹੜੇ, ਉਹ ਸਾਰੇ ਵਿਰੁੱਧ ਹੋ ਗਏ। ਇੱਥੋਂ ਇਹਨੇ ਬਗਾਵਤ ਕਰਤੀ ਅਲਤੂਨੀਆਂ ਨੇ, ਅਤੇ ਉਹ ਅਲਤੂਨੀਆਂ ਦੀ ਬਗਾਵਤ ਨੂੰ ਦਬਾਉਣ ਵਾਸਤੇ ਉੱਥੋਂ ਚੱਲ ਪਈ। ਅੰਦਰੋਂ ਫੌਜ ਦੇ ਕਈ ਜਰਨੈਲ ਸੀ ਜਿਹੜੇ, ਉਹ ਇਸ ਗੱਲ 'ਤੇ ਔਖੇ ਸੀ ਮੁਸਲਿਮ ਧਰਮ ਦੇ ਵਿੱਚ, ਜਾਂ ਹੁਣ ਤਾਂ ਹੋਰਨਾਂ ਧਰਮਾਂ 'ਚ ਵੀ ਆਪਾਂ ਵੇਖ ਰਹੇ ਹਾਂ ਕਿ ਔਰਤ ਨੂੰ ਬਰਦਾਸ਼ਤ ਕਰਨਾ ਅਜੇ ਤੱਕ ਵੀ ਬਰਾਬਰ ਦੇ ਘਰ ਕੋਈ ਨਹੀਂ ਗਏ। ਇੱਕ ਉਹ ਯੋਗ ਬਹੁਤ ਸੀ, ਉਹਦੇ ਭਰਾ ਸੀ ਜਿਹੜੇ ਉਹਦੇ ਮੁਕਾਬਲੇ 'ਤੇ ਨਲਾਇਕ ਸੀ, ਤਾਂ ਹੀ ਉਹਨੂੰ ਰਾਜਗੱਦੀ ਦਿੱਤੀ ਗਈ ਸੀ। ਉਹ ਜਦੋਂ ਇੱਧਰ ਆਈ ਤਾਂ ਇੱਧਰ ਇਹ ਬਠਿੰਡੇ ਦਾ ਕਿਲਾ ਤਾਂ ਪੁਰਾਣਾ ਹੀ ਸੀ। ਇਹ ਆਪਣੇ ਉਹ 1200 के ਵਿੱਚ ਹੋਇਆ ਮੇਰੇ ਖਿਆਲ ਨਹੀਂ, 1200 ਕੁਛ ਰਜੀਆ ਸੁਲਤਾਨਾ ਦਾ ਕਤਲ ਹੋਇਆ। ਹਾਂ, ਕਿਲਾ ਇਹ ਕਿੰਨਾ ਕੁ ਪੁਰਾਣਾ ਜੀ ਬਠਿੰਡੇ ਵਾਲਾ? ਇਹ ਕਿਲਾ ਵੇਖੋ, ਜੇ ਤਾਂ ਆਪਾਂ ਹੁਣ ਤੱਕ ਦੀ ਜਿਹੜੀ ਖੋਜ ਆ ਉਹਦੇ ਮੁਤਾਬਕ, ਤੇ 280 ਤੋਂ 90 ਦੇ ਵਿੱਚ ਉਦੋਂ ਬਣਿਆ। ਦੂਸਰੀ ਤੀਸਰੀ ਸਦੀ में। ਹਾਂ, 1700-1800 ਸਾਲ। ਇਹਦਾ ਰਾਜਾ ਦੱਬ, ਜਿਹੜਾ ਕਿ ਭੱਟੀ ਰਾਓ ਦਾ ਭਤੀਜਾ ਸੀ। ਰਾਵਲ ਭੱਟੀ ਵੀ ਕਹਾਂ। ਹਾਂ ਹਾਂ, ਭੱਟੀ ਰਾਓ ਸੀ ਨਾ ਜਿਹੜਾ, ਉਹਦਾ ਭਤੀਜਾ ਸੀ, ਅਤੇ ਉਹਨੇ ਕਹਿੰਦੇ ਵੀ ਇਹ ਬਣਾਇਆ ਸੀ। ਇੱਥੇ ਇੱਕ ਨਾ ਹੋਰ ਬੜੀ ਦੰਦ ਕਥਾ ਚੱਲਦੀ ਹੈ, ਥਾਂ ਥਾਂ 'ਤੇ ਲਿਖਿਆ ਵੀ ਮਿਲਦਾ ਕਿ ਬਠਿੰਡੇ ਦਾ ਬੱਬਾ ਜਿਹੜਾ, ਇਹ ਤਾਂ ਮਿਲਦਾ ਹੈਗਾ ਬਿਨੇਪਾਲ ਤੋਂ। ਅੱਛਾ। ਜਿਹੜਾ ਠਿੰਡਾ ਜਾਂ ਪਿੱਛੇ ਲੱਗਦਾ ਵੀ ਉਹਦਾ ਇੱਕ ਵਜ਼ੀਰ ਸੀ ਠੰਡੂ ਰਾਮ, ਉਹਦੇ ਨਾਂ 'ਤੇ। ਇਹ ਚੱਕਰ ਮੇਰੇ ਤਾਂ ਕਦੇ ਸਮਝ 'ਚ ਨਹੀਂ ਆਇਆ, ਕਿਉਂਕਿ ਮੈਨੂੰ ਲਿਖਿਆ, ਜਦੋਂ ਮੈਂ ਖੋਜ ਕਰਦਾ ਜਾਂ ਮੈਂ ਇਤਿਹਾਸ ਬਾਰੇ ਪੜ੍ਹਦਾ ਜਾਂ ਇੱਧਰ ਉੱਧਰੋਂ ਇਤਿਹਾਸਕਾਰਾਂ ਨਾਲ ਵੀ ਗੱਲ ਕਰੀਦੀ ਹੈ, ਇਹ ਦੋ ਗੱਲਾਂ ਉਲਝ ਜਾਂਦੀਆਂ। ਕਿਉਂਕਿ ਪਾਲ ਖਾਨਦਾਨ ਆ ਜਿਹੜਾ, ਉਹ ਲਗਭਗ 900 ਈਸਵੀ ਤੋਂ ਸ਼ੁਰੂ ਹੁੰਦਾ ਅਤੇ 1000 ਈਸਵੀ ਤੱਕ, ਉਦੋਂ ਤੱਕ ਉਹਨਾਂ ਦਾ ਹੈਗਾ। ਇਹ ਫਿਰ ਜਦੋਂ ਥੋੜ੍ਹਾ ਜਿਹਾ ਹੋਰ ਡੂੰਘੇ ਜਾਈਏ ਤਾਂ ਫਿਰ ਪਤਾ ਲੱਗਦਾ ਵੀ ਜਿਹੜਾ ਇਹ ਅਸਲ ਗੱਲ ਕੀ ਹੈ, ਕਿ ਬਠਿੰਡੇ ਦਾ ਕਿਲ੍ਹਾ ਹੈ ਜਿਹੜਾ, ਉਹ ਤਾਂ ਰਾਜਾ ਦੱਬ ਨੇ ਬਣਾਇਆ, ਪਰ ਉਦੋਂ ਇੱਕ ਕਿਲ੍ਹਾ ਸੀ। ਕਿਲ੍ਹਾ ਪਿੰਡ ਜਾਂ ਸ਼ਹਿਰ ਤਾਂ ਹੁੰਦਾ ਨਹੀਂ। ਹੌਲੀ ਹੌਲੀ ਉਸ ਕਿਲ੍ਹੇ ਦੇ ਵਿੱਚ ਆਸੇ ਪਾਸੇ ਜਿਹੜੇ ਉਹਨਾਂ ਦੇ ਹਥਿਆਰ ਬਣਾਉਣ ਵਾਲੇ ਹੁੰਦੇ ਸੀ, ਲੁਹਾਰ ਹੋ ਗਏ, ਕੁਛ ਹੋਰ ਜਿਹੜੇ ਨਿੱਕੇ ਮੋਟੇ ਕੰਮ ਕਰਨ ਵਾਲੇ ਸੀ, ਕੋਈ ਵਿੱਚ ਘੁਮਿਆਰ ਹੋ ਗਏ ਭਾਂਡੇ ਬਣਾਉਣ ਵਾਸਤੇ, ਕੋਈ ਜੁੱਤੀਆਂ ਸਿਉਣ ਵਾਲੇ, ਜਾਂ ਐਂ ਇਕੱਠੇ ਕਰਕੇ ਅਤੇ ਇਹ ਆਸੇ ਪਾਸੇ ਲੋਕ ਵਸਾਏ, ਰਾਜੇ ਵਸਾਉਂਦੇ ਹੀ ਹੁੰਦੇ ਸੀ। ਅਤੇ ਉਹ ਆ ਜਿਹੜੀ ਗੱਲ ਸਾਰੀ ਹੋਈ, ਮੇਰਾ ਇਹ ਖਿਆਲ ਆ, ਆਪਦਾ ਨਿੱਜੀ ਵਿਚਾਰ ਹੈ ਇਹ, ਕੋਈ ਕਿ ਜਿਹੜਾ ਬਠਿੰਡਾ ਨਾਂ ਦਿੱਤਾ ਗਿਆ ਨਾ, ਇਹ ਉਦੋਂ ਮਤਲਬ 1000 ਈਸਵੀ ਦੇ ਨੇੜੇ ਤੇੜੇ ਨਾ, ਉਹਨਾਂ ਦਿਨਾਂ 'ਚ, ਉਦੋਂ ਫਿਰ ਇਹ ਇੱਕ ਸ਼ਹਿਰੀ ਰੂਪ ਧਾਰਨ ਕੀਤਾ। ਇੱਕ ਪਿੱਛੇ ਜੇ ਮਨਮੋਹਨ ਬਾਵਾ ਹੋਣਾ ਦੀ ਕਿਤਾਬ ਪੜ੍ਹੀ, ਕਾਲ ਕਥਾ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਇੱਥੇ ਕੋਈ ਸੂਰਜ ਮੰਦਰ ਵੀ ਸੀ, ਕਿਉਂਕਿ ਉਹ ਇੱਕ ਨਾਵਲ ਹੈ, ਨਾਵਲ 'ਚ ਕਲਪਨਾ ਵੀ ਹੋ ਸਕਦੀ ਹੈ, ਜ਼ਰੂਰੀ ਨਹੀਂ ਉਹ ਇਤਿਹਾਸ ਹੋਵੇ, ਜ਼ਰੂਰੀ ਨਹੀਂ ਸੂਰਜ ਮੰਦਰ ਹੋਵੇ। ਪਰ ਇੱਥੇ ਜਿਹੜਾ ਕਿਲ੍ਹੇ ਦੇ ਆਲੇ ਦੁਆਲੇ ਦਾ ਇਲਾਕਾ ਹੈ, ਇਹ ਬੜਾ ਉੱਚਾ ਹੈ, ਅਤੇ ਲੱਗਦਾ ਹੀ ਹੈ ਵੀ ਇੱਥੇ 'ਤੇ ਵਸਿਆ ਹੋਇਆ ਬਠਿੰਡਾ, ਜਿਹੜਾ ਹੁਣ ਦਾ ਬਠਿੰਡਾ ਹੈ। ਪਰ ਇੰਨੀ ਆਬਾਦੀ ਦੇ ਥੱਲੇ ਖੋਜ ਕਰਨੀ, ਉਹ ਤੁਹਾਨੂੰ ਪਤਾ ਵੀ ਸਰਕਾਰਾਂ ਕਦੋਂ ਕਰਦੀਆਂ ਹੁੰਦੀਆਂ, ਰਾਜਨੀਤਿਕ ਲੋਕ ਕਦੋਂ ਕਰਦੇ ਇਹ ਗੱਲਾਂ।
ਉਹ ਕਹਿੰਦੇ ਇੰਨੇ ਲੋਕਾਂ ਨੂੰ ਵਿਰੋਧ ਕਰਨਾ ਜ਼ਰੂਰੀ ਹੈ, ਆਪਾਂ ਨੂੰ ਕੀ ਲੋੜ ਹੈ, ਬੈਠੇ ਬੈਠੇ ਰਹਿੰਦੇ, ਆਪਾਂ ਕਿਸੇ ਥੇ ਤੋਂ ਲੈਣਾ ਕੀ ਹੈ। ਉਹ ਕੀ ਲੈਣਾ ਵਾਲੇ ਜਿਹੜੇ ਆ ਨਾ। ਦੂਜੀ ਗੱਲ, ਜੇ ਕਿਸੇ ਨੂੰ ਦੱਸੋ ਤਾਂ ਇੱਕ ਸਾਡੇ ਹੋਰ ਚੱਲਦਾ ਇੱਥੇ ਮਾਲਵੇ, ਤੁਹਾਡੇ ਵੀ ਉਹ ਚੱਲਦਾ ਹੋਣਾ ਵੀ ਐਂ ਕਿਵੇਂ ਹੋ ਜੂ। ਉਦੋਂ ਵੀ ਅੱਗੇ ਪੁਰਾਣੇ ਥੋੜ੍ਹੇ ਸੇ ਭਲਾਂ ਦੀ ਐਂ ਕਿਵੇਂ ਹੋ ਜੂ, ਉਹ ਐਂ ਕਿਵੇਂ ਹੋ ਜੂ ਵਾਲਾ ਜਿਹੜਾ ਕੰਮ ਹੈ ਨਾ, ਉਹ ਸਾਡਾ ਮਤਲਬ ਸਾਨੂੰ ਕੁਛ ਕਰ ਨਹੀਂ ਦਿੰਦਾ। ਅੱਛਾ, ਆਪਾਂ ਉਹ ਗੱਲਬਾਤ ਕਰ ਰਹੇ ਤੇ ਵੀ ਰਜੀਆ ਸੁਲਤਾਨਾ ਫਿਰ ਉਰੇ ਹੀ ਮਾਰੀ, ਉਹ ਆਪਣੇ ਰਸਤੇ ਮੈਂ ਕਿਤੇ। ਹਾਂ, ਨਹੀਂ ਇੱਥੋਂ ਉਹ ਜਦੋਂ ਭੱਜੀ ਕਿ ਦੋਵਾਂ ਨੇ ਇੱਕ ਸਕੀਮ ਬਣਾ ਲਈ। ਨਿਗਰੋ ਤਾਂ ਉਹ ਜਿਹਦੇ ਕੋਲ ਵਿਆਹ ਕਰਾਇਆ ਤਾਂ ਸ਼ਾਇਦ। ਨਹੀਂ ਜੀ, ਨਹੀਂ, ਅਲਤੂਨੀਆਂ ਨਾਲ ਉਹਨੇ ਮਤਲਬ ਜਿਹੜੀ ਹੈ ਨਾ, ਜਦੋਂ ਭੱਜੀ ਤਾਂ ਉਦੋਂ ਬਾਅਦ ਅਲਤੂਨੀਆਂ ਨਾਲ ਵਿਆਹ ਹੋ ਗਿਆ ਉਹਦਾ, ਕਿਉਂਕਿ ਉਹਨੂੰ ਪਤਾ ਸੀ ਵੀ ਮੈਂ ਹੁਣ ਹੋਰ ਮੇਰੇ ਕੋਲ ਕੋਈ ਹੱਲ ਨਹੀਂ। ਫਿਰ ਇਹਨਾਂ ਨੇ ਹਮਲਾ ਕੀਤਾ, ਕਿਉਂਕਿ ਪਿੱਛੋਂ ਫੌਜ ਨੇ ਬਗਾਵਤ ਕਰਤੀ, ਇਹਦੇ ਭਰਾ ਨੂੰ ਉੱਥੇ ਗੱਦੀ 'ਤੇ ਬਿਠਾਤਾ। ਫਿਰ ਇਹਨੇ ਇੱਧਰੋਂ ਫੌਜ ਲੈ ਕੇ ਅਲਤੂਨੀਆਂ ਬੜਾ ਕਾਮਯਾਬ ਇੱਥੋਂ ਦਾ ਜਰਨੈਲ ਸੀ, ਜਾਂ ਉਸ ਵੇਲੇ ਤਾਂ ਉਹਨੂੰ ਸੂਬੇਦਾਰੀ ਕਹਿੰਦੇ ਹੁੰਦੇ ਸੀ। ਫਿਰ ਇੱਧਰੋਂ ਇਹ ਫੌਜ ਲੈ ਕੇ ਅਤੇ ਉੱਧਰੋਂ ਦਿੱਲੀ ਤੋਂ ਆ ਗਈ ਉਹਨਾਂ ਦੀ ਫੌਜ। ਇਹ ਫਿਰ ਹਰਿਆਣੇ 'ਚ ਕੋਈ ਥਾਂ ਹੈ ਜਿੱਥੇ ਇਹ ਮਾਰੇ ਗਏ ਅਤੇ ਇਹਨਾਂ ਦੀਆਂ ਕਬਰਾਂ ਵੀ ਪੁਰਾਣੀਆਂ ਉੱਥੇ ਬਣੀਆਂ ਹੋਈਆਂ, ਮਤਲਬ ਕਿ ਮਾਲਵਾ ਦੇ ਨੇੜੇ ਤੇੜੇ ਜੇ। ਜੀ ਮਤਲਬ ਕਿ ਮਾਲਵੇ ਮਾ ਬਹੁਤ ਤਖਤੇ ਪਲਟਦੇ ਰਹੇ, ਯੁੱਗ ਬਦਲਦੇ ਰਹੇ, ਕਦੇ ਜੰਗਲ ਦਾ ਯੁੱਗ ਹੈ, ਕਦੇ ਟਿੱਬਿਆਂ ਦਾ, ਕਦੇ ਅੱਜ ਆਪਾਂ ਰਹਿ ਰਹੇ ਹਾਂ। ਹਾਂ, ਇਹ ਨਾ ਜਿਹੜਾ ਅਸਲ ਗੱਲ ਸੀ ਜਿਹੜੀ, ਕਿ ਇੱਥੇ ਮੈਂ ਕਸੂਤੀ ਜੀ ਗੱਲ ਕਹਿਣ ਲੱਗਾ ਵੀ ਆਰੀਅਨਸ ਦੇ ਪੈਰ ਨਹੀਂ ਲੱਗੇ ਇੱਧਰ। ਆਰੀਅਨਸ ਬਹੁਤਾ ਲੰਮਾ ਸਮਾਂ ਇਸ ਇਲਾਕੇ 'ਚ ਨਹੀਂ ਰਹੇ ਗਏ। ਇੱਕ ਤਾਂ ਜਿਹੜਾ ਇਲਾਕਾ ਸੀ ਹੁਣ ਜੰਗਲ ਚਾਰੇ ਪਾਸੇ, ਇੱਕ ਉਹ ਆਏ ਸੀ ਜਿਹੜੇ ਉਹ ਉਸ ਵੇਲੇ ਦੇ ਪਹਾੜੀ ਇਲਾਕਿਆਂ 'ਚੋਂ ਆਏ ਸੀ। ਕੁਛ ਜਦੋਂ ਪਹਿਲੀ ਵਾਰ ਮਾਰ ਪਈ, ਹੜੱਪਾ ਵਗੈਰਾ ਨੂੰ ਉਹਨੇ ਤਬਾਹ ਕਰਤਾ, ਲੋਕਾਂ ਦੇ ਅੰਦਰ ਇੱਕ ਰੋਸ ਜਾਗ ਪਿਆ। ਅਤੇ ਸਥਾਨਕ ਕਬੀਲੇ ਸੀ ਨਾ ਜਿਹੜੇ, ਉਹਨਾਂ ਨੇ ਪਹਿਲਾਂ ਤਾਂ ਬੜਾ ਗੌਲਿਆ ਜਾਂ ਨਹੀਂ, ਪਰ ਫਿਰ ਉਹ ਇਕੱਠੇ ਜਿਹੇ ਹੋ ਕੇ ਅਤੇ ਇਹਨਾਂ ਨੂੰ ਪੈ ਗਏ ਅਤੇ ਇਹਨਾਂ ਨੂੰ ਇੱਥੋਂ ਗਾਂਹ ਨੂੰ ਧੱਕਤਾ। ਆਰੀਅਨਸ ਜਿਹੜੇ ਜ਼ਿਆਦਾਤਰ ਹੈ ਉਹ ਕੁਰਕਸ਼ੇਤਰ ਤੋਂ ਪਰੇ, ਜਾਂ ਉਹ ਏਰੀਆ ਜਿਹੜਾ, ਜਾਂ ਗੰਗਾ ਦੇ ਆਸੇ ਪਾਸੇ, ਗੰਗਾ ਅਤੇ ਜਮਨਾ ਦੇ ਵਿਚਕਾਰ ਦਾ ਏਰੀਆ, ਉੱਧਰ ਨੂੰ ਚਲੇ ਗਏ। ਉਹਨਾਂ 'ਚ ਬਿਹਾਰ, ਯੂਪੀ ਜਾਂ ਉਹਨਾਂ 'ਚ ਜ਼ਿਆਦਾ ਹੈਗੇ ਉਹ। ਇੱਥੇ ਫਿਰ ਜਿਹੜੇ ਸੀ ਨਾ ਇੱਥੋਂ ਦੇ ਸਥਾਨਕ ਕਬੀਲੇ, ਉਹਨਾਂ ਨੇ ਹੌਲੀ ਹੌਲੀ ਇਕੱਠੇ ਹੋ ਕੇ, ਅਤੇ ਉਹਨਾਂ ਦੇ ਵਿੱਚ ਵੀ ਰਾਜੇ ਪੋਰਟ ਸਰਗੇ ਜਿਹੜੇ, ਬਹੁਤ ਤਕੜਾ ਬੰਦਾ ਸੀ। ਉਹਦੇ ਬਾਰੇ ਇਤਿਹਾਸਕਾਰ ਇਹ ਵੀ ਕਹਿੰਦੇ ਆ ਕਿ 7 ਫੁੱਟ 2-3 ਇੰਚ ਉਹਦਾ ਕੱਦ ਸੀ, ਕੋਈ 7.5 ਫੁੱਟ ਵੀ ਕਹਿੰਦੇ ਆ। ਉਹਨਾਂ ਦਾ ਫਿਰ ਇੱਥੇ ਰਾਜ ਹੋਇਆ। ਉਹਨਾਂ 'ਚ ਕੁਛ ਮਲੋਈ ਕਬੀਲੇ ਦੇ ਲੋਕ ਵੀ ਸੀ। ਮਾਲਵਾ ਜਿਹੜਾ ਸ਼ਬਦ ਹੈ ਨਾ, ਮਲੋਈ ਤੋਂ ਹੀ ਆਇਆ। ਕੁਛ ਇਹਨੂੰ ਦੇਸੀ ਬੰਦੇ ਮੇਰੇ ਮਲੇ ਵੀ ਕਹਿੰਦੇ, ਮਲਿਆਂ ਕਰਕੇ, ਮਲੇ ਜਿਹੜੇ ਝਾੜੀਆਂ ਉਹ। ਹਾਂ, ਨਹੀਂ, ਇਹ ਤਾਂ ਮਗਰੋਂ ਬਣਿਆ ਨਾ। ਅੱਛਾ, ਪਹਿਲਾਂ ਤਾਂ ਇਹ ਮਲੇ ਝਾੜੀਆਂ ਤਾਂ ਹੈ ਹੀ ਨਹੀਂ ਸੀ। ਮਲੇ ਝਾੜੀਆਂ ਨਹੀਂ ਸੀ ਪਹਿਲਾਂ ਤਾਂ ਜੰਗਲ ਸੀ। ਜੰਗਲ ਦੇ ਵਿੱਚ ਤਾਂ ਦੂਜੇ ਰੁੱਖ ਆ ਜਿਹੜੇ, ਸਗੋਂ ਪਾਣੀ ਵਾਲੇ ਰੁੱਖ, ਕਿਉਂਕਿ ਨਦੀਆਂ ਨਿੱਕੀਆਂ ਨਿੱਕੀਆਂ ਵਗਦੀਆਂ ਸੀ, ਉਹ ਜਿਹੇ ਹੋਣੇ ਸੀ। ਮਲੇ ਝਾੜੀਆਂ ਮਗਰੋਂ ਆਏ ਆ ਜਦੋਂ ਟਿੱਬੇ ਬਣ ਗਏ। ਉਹ ਤਾਂ ਫਿਰ ਜੋ ਪਾਣੀ ਨਹੀਂ ਸੀ, ਫਿਰ ਉਹ ਰੁੱਖ ਹੀ ਹੋਣਗੇ ਜਿਨ੍ਹਾਂ 'ਚ ਪਾਣੀ ਮਤਲਬ ਜਿਹੜਾ ਹੈਗਾ ਨਹੀਂ ਲੋੜ, ਜਾਂ ਘੱਟ ਆ, ਜਾਂ ਉਵੇਂ ਪਲ ਸਕਦੇ, ਮੀਂਹ ਦੇ ਸਿਰ 'ਤੇ ਪਲ ਸਕਦੇ। ਅੱਛਾ ਸੰਧੂ ਸਾਹਿਬ, ਆਪਣੇ ਸ਼ਾਇਦ ਮੈਂ ਪਹਿਲਾਂ ਦੱਸਿਆ, ਪਤਾ ਨਹੀਂ ਮੇਰੇ ਯਾਦ ਨਹੀਂ ਆ ਰਿਹਾ, ਪੰਜਾਬੀ ਸੱਥ ਦੀਆਂ ਆਪਾਂ ਬਾਤਾਂ ਕरें दोस्तों। पंजाबी साथ पूरी दुनिया के विच उसकी इकाइयाँ है तो पंजाबी साहित्य का प्रचार करे जा, सैकड़े किताबां छापी भी तो उरे अपने संधू साहब ने पंजाबी साथ बनाई भी, लखी जंगल पंजाबी साथ। सो पंजाबी साथ का काते अपने लखी जंगल वाली पंजाबी साथ का काते शुरू यार किहड़ी किताबां थाने छापी भी। वैसे तो किताबां उरे बहुत पईयां, पर मैं साथ वाली किताबां की बात कर रहा खास करके। असल गल ये हुई भी मैं खुंड चर्चा लिखदा सी, ਤੇ ਖੁੰਡ ਚਰਚਾ ਦੇ ਵਿੱਚ ਪਿੰਡਾਂ ਦੀਆਂ ਸੱਥਾਂ ਦੀਆਂ ਹੀ ਗੱਲਾਂ, ਕਿਉਂਕਿ ਖੁੰਡ ਚਰਚਾ ਹੁੰਦੀ ਕਿੱਥੇ ਹੀ ਸੱਥ 'ਚ ਬੈਠੇ ਲੋਕ। ਅੱਛਾ, ਚਲੋ ਖੁੰਡ ਚਰਚਾ ਵਾਲਾ ਛੇੜ ਲਿਆ ਸਾਨੇ, ਬਹੁਤ ਵਧੀਆ। ਆਪਾਂ ਉਰੀ ਤੇ ਸ਼ੁਰੂ ਕਰ ਲਿਆ, ਸੱਥ ਦੇ ਵਿੱਚੇ ਹੋ ਜਾਏਗਾ। ਉਹ ਜਿਹੜੇ ਚੰਗਿਆੜੇ ਇੰਨੇ ਲਿਖਦੇ ਦੇ ਸਮੇਂ ਬਹੁਤ ਪੜ੍ਹਿਆ ਜਾਂਦਾ ਤਾ, ਉਹ ਕਿਸ ਤਰ੍ਹਾਂ ਸ਼ੁਰੂ ਹੋਇਆ ਇੱਕ ਵਾਰ, ਮਤਲਬ ਕਿ ਵੀ ਦਿਮਾਗ ਮਾ ਆ ਗਿਆ ਥਾਰੇ ਵੀ ਆਪਾਂ ਇਹ ਕੰਮ ਕਰਿਆ ਬਈ? ਅਸਲ ਵਿੱਚ ਮੈਂ ਨਾ ਬਚਪਨ ਤੋਂ ਸਹਿ ਸੁਭਾਵਾਂ 'ਚ ਰਿਹਾ। ਮੇਰੇ ਵੱਡੇ ਭਾਈ ਸਾਹਿਬ ਆ ਫੋਟੋ ਸਾਹਮਣੇ ਜੀ, ਇਹ ਸਹਿ ਸਭਾ ਕੋਟਕਪੂਰਾ ਦੇ ਬਾਨੀ ਸੀ। ਸਭ ਤੋਂ ਪਹਿਲਾਂ ਸਾਡੇ ਪਿੰਡ 'ਚ 1951-52 ਦੇ ਵਿੱਚ ਸਹਿ ਸਭਾ ਬਣੀ। ਉਹ ਜ਼ਮਾਨੇ 'ਚ 47 ਵਾਲੇ ਟਾਈਮ ਹੀ ਹੋ ਗਿਆ। ਹਾਂ, ਉਹਦਾ ਨਾਂ ਸੀ ਲਿਖਾਰੀ ਸਭਾ।
ਜੀ ਇਹ 7-8 ਜਣੇ ਭਾਈ ਸਾਹਿਬ ਹੋਣੀ ਸੀਗੇ। ਬਚਪਨ ਤੋਂ ਇਹਨਾਂ ਨੂੰ ਪੜ੍ਹਨ ਦਾ ਸ਼ੌਕ ਸੀ ਅਤੇ ਇਹ ਉੱਥੇ ਬਹਿੰਦੇ ਅਤੇ ਪੜ੍ਹਦੇ ਅਤੇ ਮਾੜੀ ਮੋਟੀ ਆਪਦੀ ਕੋਈ ਕਵਿਤਾ ਲਿਖਦੇ ਜਾਂ ਕੁਛ ਵੀ। ਇਹ ਚੱਲਦਿਆਂ ਫਿਰ ਕੇਂਦਰੀ ਲਿਖਾਰੀ ਸਭਾ ਬਣ ਗਈ। ਇੱਕ ਇਹਨਾਂ ਨੂੰ ਆਦਤ ਸੀ ਵੀ ਕੋਈ ਵੀ ਚੰਗਾ ਕਿਤੇ ਸਾਹਿਤਕ ਸਮਾਗਮ ਹੁੰਦਾ ਤਾਂ ਉੱਥੇ ਪਹੁੰਚਦੇ ਸੀ। ਇਹ ਉੱਥੇ ਚਲੇ ਜਾਂਦੇ, ਉੱਥੇ ਬਹਿੰਦੇ ਜਾਂ ਕਿਸ ਤਰ੍ਹਾਂ, ਅਤੇ ਉੱਥੇ ਗੱਲਾਂ ਚੱਲਦਿਆਂ ਇਹ ਚੱਲ ਪਿਆ ਵੀ ਤੁਸੀਂ ਪਿੰਡ ਵਾਲੀ ਸਾਹਿਤ ਸਭਾ ਨੂੰ ਨਾਲ ਜੋੜ ਦਿਓ ਆਪਣੇ ਦੇ ਕੇਂਦਰੀ ਲਿਖਾਰੀ ਸਭਾ ਦੇ। ਇਹ ਕਹਿੰਦੇ ਵੀ ਪਿੰਡ ਤੱਕ ਕਿਉਂ ਸੀਮਤ ਰੱਖਣੀ ਆਪਾਂ ਸਾਹਿਤ ਸਭਾ ਕੋਟਕਪੂਰਾ ਹੀ ਬਣਾ ਲੈਂਦੇ। ਫਿਰ ਸਾਹਿਤ ਸਭਾ ਕੋਟਕਪੂਰਾ ਬਣੀ। ਕੋਟਕਪੂਰਾ ਫਿਰ ਜੁੜ ਗਈ ਇੱਧਰ। ਅਤੇ ਮੈਂ ਬਚਪਨ ਤੋਂ, ਕਿਉਂਕਿ ਕੋਟਕਪੂਰੇ ਪੜ੍ਹਦਾ ਸੀ, ਅਤੇ ਜਿੱਦਣ ਸਾਹਿਤ ਸਭਾ ਦੀ ਮੀਟਿੰਗ ਹੁੰਦੀ, ਕਿਉਂਕਿ ਭਾਈ ਸਾਹਿਬ ਨੇ ਬੈਠ ਕੇ ਸਾਈਕਲ 'ਤੇ ਜਾਣਾ ਸੀ, ਮੇਰੇ ਕੋਲ ਹੋਰ ਸਾਈਕਲ ਤਾਂ ਹੈ ਨਹੀਂ ਸੀ, ਜਾਂ ਮੈਨੂੰ ਤੁਰ ਕੇ ਜਾਣਾ ਪੈਂਦਾ। ਤੁਰ ਕੇ ਦੀ ਥਾਂ ਸਾਈਕਲ ਵਾਲਾ ਲਾਲਚ ਆ ਜਿਹੜਾ, ਵੀ ਚੱਲ ਡੰਡੇ 'ਤੇ ਬੈਠ ਕੇ ਜਾ ਵੜਾਂਗੇ ਬਾਈ ਜੀ ਨਾਲ। ਅਤੇ ਫਿਰ ਮੈਂ ਉਹ ਸਾਹਿਤ ਸਭਾ ਦੀਆਂ ਮੀਟਿੰਗਾਂ ਵੀ ਅਟੈਂਡ ਕਰਦਾ ਰਿਹਾ, ਉੱਥੇ ਵਹਿੰਦਾ ਰਿਹਾ ਉੱਥੇ ਕੀ ਕੁਛ ਚੱਲਦਾ। ਬਚਪਨ ਤੋਂ ਭਾਈ ਸਾਹਿਬ ਮੈਥੋਂ 18-20 ਸਾਲ ਵੱਡੇ ਸੀ, ਅਤੇ ਪੜ੍ਹਾਉਂਦੇ ਉਹ ਡੰਡੇ ਨਾਲ ਹੀ ਸੀ। ਅੱਛਾ। ਕਿਉਂਕਿ ਅਧਿਆਪਕ ਸੀ, ਸਖਤ ਬਹੁਤ ਸੀ। ਉਹਨਾਂ ਨੇ ਮੈਨੂੰ ਕਿਤਾਬ ਦੇ ਦੇਣੀ ਵੀ ਆਹ ਕਿਤਾਬ ਲੈ ਲਾ, ਇਹ ਕੱਲ੍ਹ ਨੂੰ ਸ਼ਾਮ ਨੂੰ ਆਪਾਂ ਇਹ ਕਿਤਾਬ ਬਾਰੇ ਗੱਲ ਕਰਨੀ ਹੈ। ਮੈਨੂੰ ਕਈ ਰੁੱਖੀਆਂ ਕਿਤਾਬਾਂ ਵੀ ਪੜ੍ਹਨੀਆਂ ਪਈਆਂ। ਮਾਰਕਸ ਲੈਨਰ ਹੁਣਾਂ ਦੀਆਂ ਜੀਵਨੀਆਂ ਜਿਹੜੀਆਂ ਉਹ 5ਵੀਂ-6ਵੀਂ 'ਚ ਪੜ੍ਹਨੀਆਂ ਪਈਆਂ। 5ਵੀਂ-6ਵੀਂ 'ਚ ਉਦੋਂ ਪੜ੍ਹਨ ਨੂੰ ਉਹਨਾਂ ਨੂੰ ਵੇਖਣ ਨੂੰ ਜੀ ਨਹੀਂ ਕਰਦਾ, ਪੜ੍ਹਨ ਦੀ ਉਹਦਾ ਬਹੁਤ ਅਕਾਊ ਲਗਾ ਪੜ੍ਹਦੇ ਵਾਂਗੂ ਵੀ। ਉਹ ਅਕਾਊ ਤਾਂ ਲੱਗਣੀਆਂ ਹੀ ਸੀ, ਕਿਉਂ ਬਾਪੂ ਜੀ ਤਾਂ ਅਖੰਡ ਪਾਠੀ ਸੀ, ਘਰੇ ਗ੍ਰੰਥ ਵੀ ਪਏ ਸੀ, ਕਿੱਸੇ ਵੀ ਪਏ ਸੀ। ਉਹ ਤਾਂ ਮੈਨੂੰ ਬੜੇ ਚਾਅ ਨਾਲ ਮੈਂ ਪੜ੍ਹਦਾ ਸੀ। ਪਰ ਜਦੋਂ ਮਾਰਕਸ ਲੈਨਨ ਦੀਆਂ ਜੀਵਨੀਆਂ ਪੜ੍ਹਨੀਆਂ ਪਈਆਂ ਤਾਂ ਮੈਨੂੰ ਲੱਗੇ ਵੀ ਪਤਾ ਨਹੀਂ, ਇੱਥੋਂ ਤੱਕ ਕਿ ਬੇਬੇ ਨੇ ਕਹਿਣਾ ਵੀ ਆਹ ਜੁੰਡਲ ਜੇ ਕੀ ਪੜ੍ਹੀ ਜਾਂਦਾ। ਉਹ ਤਾਂ ਐਂ ਸੀ ਨਾ, ਮਾਰਕਸ ਦਾ ਉਹ ਵਾਲ ਜੇ ਖਿਲਰੇ ਵੇ ਸਾਰੇ, ਵੀ ਆਹ ਕਿਹਨੂੰ ਪੜ੍ਹੀ ਜਾਂਦਾ, ਇੱਥੇ ਤੂੰ ਪਾਠ ਕਰ ਲਿਆ ਕਰ। ਉਹ ਮੈਂ ਹੁਣ ਉਹ ਪੜ੍ਹਦਾ ਅਤੇ ਉਹ ਆਦਤ ਪੈ ਗਈ ਅਤੇ ਮੇਰੇ ਕੋਲ ਸੀ ਨੋਨ ਮੈਡੀਕਲ, ਅਤੇ ਮੈਂ ਨੋਨ ਮੈਡੀਕਲ 'ਚ ਆਪਣੀ ਛਾਲ ਲੱਗ ਗਈ। ਅਤੇ ਤੁਹਾਨੂੰ ਦੱਸੀ ਜਾਂਦਾ ਮਤਲਬ ਭਾਈ ਸਾਹਿਬ ਹੁਣੀ ਬਹੁਤ ਜ਼ਿਆਦਾ ਗਰਮ ਸੀ। ਇਹ ਕਹਿੰਦੇ ਸਕੂਲ ਬੰਦ, ਕਾਲਜ ਬੰਦ। ਬਹੁਤ ਮਿਹਨਤਾਂ ਕੀਤੀਆਂ। ਮੈਂ ਆਖਿਆ ਜੀ ਮੈਨੂੰ ਇੱਕ ਵਾਰੀ ਮੌਕਾ ਦੇ ਦਿਓ, ਜੇ ਮੈਂ ਪਹਿਲੇ ਨੰਬਰ 'ਤੇ ਨਾ ਆਇਆ ਤਾਂ ਫਿਰ ਤੁਸੀਂ ਮੈਨੂੰ ਨਾ ਲਾਇਆ ਜੋ। ਕਹਿੰਦਾ ਨਾ ਹੁਣ ਤੂੰ ਆ ਗਿਆ ਪਹਿਲੇ ਨੰਬਰ 'ਤੇ, ਰਹਿ ਇਸੇ ਕੰਮ 'ਤੇ। ਮੈਂ ਕੁਛ ਸਾਲ ਵਾਹੀ ਕੀਤੀ, ਅਤੇ ਵਾਹੀ ਜਦੋਂ ਤੁਹਾਡੇ ਕੋਲ ਸਾਧਨ ਨਾ ਹੋਣ, ਬੜਾ ਔਖਾ ਕੰਮ ਹੈ। ਫਿਰ ਮੇਰੇ ਦੋਸਤ ਮਿੱਤਰ ਸੀ ਜਿਹੜੇ ਅੱਜ ਕੱਲ੍ਹ ਕੋਈ ਅਮਰੀਕਾ ਕੋਈ ਹੋਰ ਕਿਤੇ ਹੈ, ਉਹ ਨਾਲ ਜਾਂ ਹਾੜੀ ਵਢਾਉਣ ਵੇਲੇ ਆਉਣੇ, ਜਾਂ ਕਿਤੇ ਨਰਮੇ ਦੇ ਸਪਰੇਅ ਕੋਈ ਕਰਨੀ ਇੱਕ ਅੱਧੀ, ਉਦੋਂ ਆਉਣੇ। ਅਤੇ ਐਂ ਕਰਦਿਆਂ ਵੇਖ ਕੇ ਮੇਰਾ ਇੱਕ ਦੋਸਤ ਮੈਨੂੰ ਕਹਿੰਦਾ ਵੀ ਇਹ ਤੇ ਇੱਥੋਂ ਕੰਮ ਹੋਣਾ ਨਹੀਂ, ਤੂੰ ਪੜ੍ਹਨ ਲਿਖਣ ਵਾਲਾ ਬੰਦਾ, ਤੂੰ ਕਿੱਥੇ ਫਸ ਗਿਆ। ਮੈਂ ਕਿਹਾ ਨਹੀਂ ਯਾਰ, ਵਧੀਆ ਕੰਮ ਆ ਬਾਈ, ਕਰ ਛੱਡਦੇ ਆਪਾਂ। ਉਹ ਮੈਨੂੰ ਫੜ ਕੇ ਕਿਸੇ ਕੰਪਨੀ ਕੋਲ ਲੈ ਗਿਆ, ਬੈਰ ਇੰਡੀਆ ਲਿਮਟਿਡ ਉਹ ਕੰਪਨੀ ਦਾ ਨਾਂ ਸੀ, ਅਤੇ ਅੰਗਰੇਜ਼ੀ ਦਵਾਈਆਂ ਵੀ ਬਣਾਉਂਦੀ ਸੀ। ਉਹਦੇ ਨਾਲ ਇਹ ਆਪਣੇ ਨਰਮੇ ਦੇ ਸਪਰੇਅ ਵਾਸਤੇ ਪੈਸਟੀਸਾਈਡ, ਇਨਸੈਕਟੀਸਾਈਡ। ਮੈਂ ਉੱਥੇ ਜਾ ਵੜਿਆ, ਉਹਨਾਂ ਨੇ ਮੈਨੂੰ 250 ਰੁਪਈਆ ਤਨਖਾਹ ਦੇ ਦਿੱਤੀ। ਚਾਅ 'ਚ ਮੈਂ 4-5-6 ਮੁੰਡੇ ਆਪਦੇ ਨਾਲ ਦੇ ਜਿਹੜੇ ਸਾਹਿਤ ਸਭਾ ਵਾਲੇ ਹੀ ਸੀ ਸਾਡੇ, ਉਹ ਨਾਲ ਲਾ ਲਏ। ਮੈਂ ਕਿਹਾ ਇਹਦੇ ਪੈਸੇ ਮਿਲਦੇ ਆ ਜਾਓ ਇੱਧਰ। ਅਤੇ ਉੱਥੋਂ ਉਸ ਪਾਸੇ ਨੂੰ ਫਿਰ ਕੰਪਨੀ ਬਦਲੀ ਗਏ, ਕਰੀ ਗਏ। ਫਿਰ ਕੀ ਹੋਇਆ ਵੀ ਇੱਕ ਵਾਰੀ ਇੱਕ ਬਾਈ ਜੀ ਦਾ ਚੇਲਾ ਕਾਲਜ ਲੈਕਚਰਰ ਲੱਗ ਗਿਆ, ਅਤੇ ਉਹ ਮੇਰੇ ਦੋਸਤਾਂ ਮਿੱਤਰਾਂ 'ਚ ਬੈਠੇ ਤੇ ਉਹ ਦਾਰੂ ਦੂਰੂ ਕਿਤੇ ਪੀ ਰਹੇ ਸੀ। ਉਹ ਕਹਿੰਦੇ ਯਾਰ ਤੈਨੂੰ ਨਾ ਨਿਰਭੈ ਸਿੰਘ ਹੁੰਦੇ ਤਾਂ ਤੂੰ ਤਾਂ ਘਰੋਂ 10ਵੀਂ ਵੀ ਨਹੀਂ ਕਰ ਸਕਣੀ ਸੀ, ਤੇਰਾ ਤਾਂ ਇਹ ਵਜ੍ਹਾ ਹਾਲ ਹੀ ਸੀ, ਤੇਰੇ ਘਰੇ ਕੌਣ ਪੜ੍ਹ। ਉਹ ਦਾਰੂ ਪੀਤੀ, ਕਹਿੰਦਾ ਜੇ ਇੰਨਾ ਨਿਰਭੈ ਸਿੰਘ ਕਰਕੇ ਮੈਂ ਪੜ੍ਹਿਆ ਅਤੇ ਫਿਰ ਆਪਦੇ ਭਰਾ ਨੂੰ ਪੜ੍ਹਾ ਲੈਂਦਾ। ਉਹ ਭਾਈ ਸਾਹਿਬ ਵਿੱਚ ਨਹੀਂ ਸੀ, ਉਹ ਬੰਦੇ ਹੋਰ ਸੀ। ਅਤੇ ਉਹ ਮੈਨੂੰ ਆਣ ਕੇ ਕਹਿੰਦੇ ਮਾੜੀ ਮੋਟੀ ਸ਼ਰਮ ਹੈਗੀ ਤੈਨੂੰ? ਮੈਂ ਵਿੱਚ ਨਹੀਂ ਸੀ। ਮੈਂ ਕੀ? ਕਹਿੰਦੇ ਫਲਾਨਾ ਬੰਦਾ ਆ ਕਹਿੰਦਾ। ਅੱਛਾ, ਉਸ ਬੰਦੇ ਨੂੰ, ਕਿਉਂਕਿ ਬਚਪਨ 'ਚ ਮੈਨੂੰ ਮਾੜਾ ਮੋਟਾ ਗਜ਼ਲ ਬਾਰੇ ਪਤਾ ਸੀ, ਅਤੇ ਐਮ ਏ ਤੱਕ ਕਿਸੇ ਪ੍ਰੋਫੈਸਰ ਨੂੰ ਗਜ਼ਲ ਆਉਂਦੀ ਨਹੀਂ ਸੀ। ਹੁਣ ਤੱਕ ਕੋਈ ਮਾੜਾ ਮੋਟਾ ਹੈਗੇ ਜਾਣਦੇ ਹੁੰਦੇ, ਅਤੇ ਉਹ ਗਜ਼ਲ ਵਗੈਰਾ ਬਾਰੇ, ਰਵਾਈਆਂ ਬਾਰੇ, ਜਾਂ ਮੈਂ ਦੱਸ ਦੇਣਾ ਉਹਨੂੰ ਵੀ ਇਹ ਆਹ ਹੁੰਦੀ ਹੈ, ਇਸ ਤਰ੍ਹਾਂ ਕਰਕੇ ਇਹਦਾ ਮੀਟਰ ਵੀ ਐਂ ਜੇ ਚੱਲਦਾ ਹੁੰਦਾ। ਉਹ ਇਹ ਮਿਹਣੇ ਜਿਹਨੇ ਮੇਰੇ ਥੋੜ੍ਹਾ ਜਿਹਾ ਕਾਲਜੇ 'ਚ ਨਾ ਛੇਕ ਜਿਹਾ ਕਰਤਾ। ਮੈਂ ਕਿਹਾ ਹੈ? ਉਹ ਕਹਿੰਦੇ ਹਾਂ। ਫਿਰ ਆਉਂਦਾ ਤੁਹਾਨੂੰ ਕੱਖ ਨਹੀਂ, ਅਜੇ ਵੀ ਭਾਵੇਂ ਪ੍ਰੋਫੈਸਰ ਲੱਗ ਗਿਆ। ਉਹ ਕਹਿੰਦੇ ਵੀ ਨਹੀਂ ਕੁਛ ਕਰ, ਐਂ ਨਹੀਂ, ਗੱਲਾਂ ਨਾਲ ਨਹੀਂ ਚੱਲਣਾ ਕੰਮ, ਤੂੰ ਮੈਟ੍ਰਿਕ ਆ, ਐਮ ਏ ਐਮ ਫਿਲ ਹੈ, ਅਤੇ ਗੱਲ ਤਾਂ ਉਹਦੀ ਸੁਣੀ ਜਾਣੀ ਹੈ।
ਲਓ ਜੀ ਫਿਰ ਉਹ ਪ੍ਰਾਈਵੇਟ ਨੌਕਰੀ ਦੇ ਨਾਲ ਕਿਤਾਬ ਚੱਕ ਲਈ। ਦੂਜੇ ਦੋਸਤ ਖੜਮਸਤੀਆਂ ਕਰਦੇ ਜਿਹੜੇ ਮੈਂ ਲੋਏ ਵੇ ਸੀ, ਮੈਂ ਕਿਤਾਬ ਕੋਲੇ ਹੁੰਦਾ ਸੀ। ਕਰਦਿਆਂ ਚਲੋ MA MPhil ਹੋ ਗਈ, ਨਾਲ ਕਿਤਾਬਾਂ ਵਾਲੇ ਪਾਸੇ ਨੂੰ ਪੜ੍ਹਾਈ ਚੱਲ ਪਈ। ਲਿਖਦਾ ਸੀ ਉਦੋਂ ਰਸਾਲਿਆਂ 'ਚ ਕਵਿਤਾ ਗਜ਼ਲ ਵਗੈਰਾ ਛਪ ਜਾਣੀ। ਹੁਣ ਤਾਂ ਮੈਂ 1971 ਤੋਂ ਲਿਖਦਾ। 71 ਦੇ ਵਿੱਚ ਜਦੋਂ ਲੜਾਈ ਜੀ ਹੋਈ ਹੈ ਨਾ, ਉਦੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਕਾਮਰੇਡ ਨੌਜਵਾਨ ਸਭਾ ਸੀ ਜਿਹੜੀ ਉਹਦੇ ਸੀ। ਰੰਗ ਚੜ ਗਿਆ। ਰੰਗ ਤਾਂ ਉਹ ਘਰੋਂ ਹੀ ਚੜ੍ਹਨਾ ਸੀ, ਕਿਉਂਕਿ ਬਾਈ ਜੀ ਲਾਲ ਪਾਰਟੀ 'ਚ ਰਹੇ ਸੀ ਤੇ ਜਸਨ ਸੁਤੰਤਰ ਵਾਲੀ 'ਚ। ਉਹ ਇੱਕ ਵਾਰੀ ਦਿੱਲੀ ਜਾਣਾ ਪੈ ਗਿਆ। ਦਿੱਲੀ ਉੱਥੇ ਸਾਨੂੰ ਇੱਕ ਦਿਨ ਉਹਨਾਂ ਨੇ ਤਿਹਾੜ ਜੇਲ੍ਹ 'ਚ ਵੀ ਰੱਖਿਆ। ਤਜਰਬਾ ਹੋ ਗਿਆ। ਹਾਂ, ਉੱਥੋਂ ਕੋਈ ਨਵਾਂ ਤਜਰਬਾ ਹੋ ਗਿਆ। ਪੜ੍ਹਨ ਵਾਲੇ ਪਾਸੇ ਇੱਕ ਉੱਥੇ ਪੰਜਾਬੀ ਦਾ ਕੋਈ ਬੰਦੇ ਜਿੰਨੇ ਅਸੀਂ ਗਏ ਸੀ ਉਹਨਾਂ 'ਚੋਂ ਸਟੇਜ 'ਤੇ ਬੋਲਣ ਵਾਲਾ ਕੋਈ ਨਹੀਂ ਸੀ। ਮੈਂ ਮਾੜਾ ਮੋਟਾ ਕਵਿਤਾ ਲਿਖਦਾ ਸੀ ਅਤੇ ਮੈਂ ਉੱਥੇ ਸਟੇਜ 'ਤੇ ਕਵਿਤਾ ਸੁਣਾਉਣ ਲੱਗ ਜਾਂਦਾ। ਉਮਰ ਛੋਟੀ ਸੀ, ਲੋਕਾਂ ਨੇ ਤਾੜੀਆਂ ਮਾਰ ਦੇਣੀਆਂ, ਆਪਾਂ ਹਵਾ ਚੱਕ ਲੈਣੀ ਅਤੇ ਉੱਥੋਂ ਲਿਖਣ ਦੀ ਆਦਤ ਪੈ ਗਈ। ਫਿਰ ਉਹ ਭਾਈ ਸਾਹਿਬ ਉੱਤੇ ਸੋਧਾ ਲਾਉਣ ਲੱਗੇ, ਵੇਂਦੇ ਸਹਿਜ ਸਭਾ ਜਦੋਂ ਜਾ ਕੇ ਪੜ੍ਹਦਾ ਤਾਂ ਉਹ ਕਹਿੰਦੇ ਬਾਈ ਜੀ ਚੱਕ ਕੇ ਲਿਆ, ਕਿਉਂਕਿ ਉਹ ਵੀ ਕਵੀ ਸੀ। ਬਾਈ ਜੀ ਦੀ ਕਵਿਤਾ ਚੱਕ ਲਿਆ, ਕਿਹੜੀ ਇਹਨੂੰ ਕਵਿਤਾ ਲਿਖਣੀ ਆਉਂਦੀ ਹੈ। ਉਹ ਮੈਨੂੰ ਚਿੜ ਜੀ ਹੋਣੀ ਵੀ ਹੈ ਇਹ ਗੱਲ। ਫਿਰ ਮੈਂ ਘਰਦਿਆਂ ਤੋਂ ਚੋਰੀ ਭੱਜ ਕੇ ਮਾਸਟਰ ਲੱਗ ਗਿਆ ਇੱਥੇ ਆਣ ਕੇ। ਪ੍ਰੋਫੈਸਰੀ ਮੇਰੀ ਸੀ ਜਿਹੜੀ ਵਿੱਚੇ ਰਹਿ ਗਈ, ਕਿਉਂ ਉੱਥੇ ਤੁਹਾਨੂੰ ਪਤਾ ਵੀ ਜਗਾਰਡਮੈਂਟ ਜਿਹਾ ਕਰਨਾ ਪੈਂਦਾ। ਉਹ ਪਹਿਲਾਂ ਸੁਭਾਅ ਥੋੜ੍ਹਾ ਜਿਹਾ ਉਹ ਜਿਹਾ ਸੀ, ਨਹੀਂ ਹੋ ਸਕਿਆ। ਫਿਰ ਇੱਧਰ ਆ ਗਿਆ, ਮਾਸਟਰ ਲੱਗ ਗਿਆ। ਇੱਥੇ ਆਣ ਕੇ ਫਿਰ ਮੈਂ ਸੋਚਿਆ ਯਾਰ ਲਿਖੀਏ ਕਵਿਤਾ ਤਾਂ ਮੈਂ ਲਿਖ ਲੈਂਦਾ ਸੀ, ਹੁਣ ਵੀ ਲਿਖ ਲੈਂਦਾ। ਮੈਨੂੰ ਨਹੀਂ ਕੁਛ ਇਹੋ ਜਿਹਾ ਲਿਖੀਏ ਜਿਹੜਾ ਨਾ ਤਾਂ ਬਾਈ ਜੀ ਨੇ ਲਿਖਿਆ ਅਤੇ ਨਾ ਕਿਸੇ ਨੂੰ ਹੋਰ ਪਤਾ ਵੀ ਇਹ ਲਿਖੀ ਦਾ ਕਿਵੇਂ ਹੈ। ਕੁਛ ਇਹੋ ਜਿਹਾ ਲਿਖੀਏ। ਸਭ ਤੋਂ ਪਹਿਲਾਂ ਤਾਂ ਮੈਂ ਅੰਤਰਰਾਸ਼ਟਰੀ ਖਿਡਾਰੀਆਂ ਦੀਆਂ ਪਤਨੀਆਂ ਨਾਲ ਮੁਲਾਕਾਤ। ਹਾਂ, ਸ਼ਾਇਦ ਕਿਤਾਬ ਵੀ ਛਪੀ ਤੁਹਾਡੀ। ਹਾਂ, ਚੰਨ ਮਾਹੀ ਦੀਆਂ ਬਾਤਾਂ। ਉਹਦੇ 'ਤੇ ਲਿਖਣਾ ਸ਼ੁਰੂ ਕੀਤਾ ਅਤੇ ਉਹਨੂੰ ਇੰਨਾ ਅਜੀਤ ਨੇ ਚੱਕਿਆ। ਪਹਿਲਾਂ ਤਾਂ ਮੈਂ ਪੰਜਾਬੀ ਟ੍ਰਿਬਿਊਨ ਕੋਲ ਗਿਆ ਅਤੇ ਉੱਥੇ ਕੋਈ ਇੱਕ ਸੱਜਣ ਇਹੋ ਜਿਹਾ ਸੀ ਜਿਹੜਾ ਮੈਨੂੰ ਕਹਿੰਦਾ ਜੀ 3 ਕੁ ਤੁਸੀਂ ਦੇ ਦਿਓ, ਬਾਕੀ ਹੋਰ ਕਿਤੇ ਲਿਖਾਵਾਂਗੇ। ਮੈਂ ਵੀ ਮੇਰੇ ਫੋਟੋ ਮੇਰੇ ਕੋਲ ਵਾਪਸ ਕਰ, ਆਪਣੀ ਨਿਮਣੀ। 15 ਬੰਦਿਆਂ ਦੀਆਂ ਮੈਂ ਇੰਟਰਵਿਊ ਕਰ ਚੁੱਕਾ। ਸਾਈਕਲ 'ਤੇ ਜਾ ਕੇ ਦੂਰ ਤੱਕ ਉਹਨਾਂ ਦੇ ਘਰੇ ਜਾ ਕੇ ਆਏ ਅਤੇ ਤੁਸੀਂ ਕਹਿੰਦੇ 3 ਇਹ ਆਪਣੀ ਨਿਮਣੀ। ਮੈਨੂੰ 1-2 ਬੰਦੇ ਉੱਥੇ ਬੈਠੇ ਸੀ ਬਾਅਦ 'ਚ ਜਿਹੜੇ ਚੰਗੀਆਂ ਪੋਸਟਾਂ 'ਤੇ। ਮੈਨੂੰ ਅਖਬਾਰਾਂ ਵਿਗਾੜੀ ਦੀ ਨਹੀਂ ਹੁੰਦੀ। ਮੈਂ ਕੋਈ ਗੱਲ ਇਹ ਹੈ ਵੀ ਅਸੂਲ ਆਪਦੇ ਹੈ, ਅਖਬਾਰ ਆਪਦੇ ਥਾਂ 'ਤੇ। ਮੈਂ ਅਖਬਾਰ ਦੀ ਇੱਜ਼ਤ ਕਰਦਾ, ਪਰ ਆਹ ਨਹੀਂ ਅਖਬਾਰ ਮੁਤਾਬਕ ਨਹੀਂ ਮੈਥੋਂ ਚੱਲਿਆ ਜਾਣਾ। ਉੱਥੋਂ ਸਿੱਧਾ ਹੀ ਜਲੰਧਰ ਜਾ ਵੜਿਆ। ਭਾਜੀ ਨਾਲ ਗੱਲ ਕੀਤੀ, ਮੈਂ ਭਾਜੀ ਆਹ ਕੋਲ ਲਿਖਦਾ। ਕਹਿੰਦੇ ਘੱਟੋ ਘੱਟ 6 ਮਹੀਨੇ ਲਿਖਣਾ ਪਊ। ਮੈਂ ਜੀ ਇਹ ਮੇਰੀ ਗਰੰਟੀ ਹੈ। ਉਦੋਂ ਪਹਿਲਾਂ ਅਜੀਤ 'ਚ ਕੋਈ ਖੇਡ ਜਗਤ ਨਹੀਂ ਹੁੰਦਾ ਸੀ। ਉਹ ਸ਼ੁਰੂ ਹੋ ਗਿਆ, ਫਿਰ ਉਹ 4-5 ਸਾਲ ਚੱਲਦਾ ਰਿਹਾ। ਉੱਥੇ ਫਿਰਦਿਆਂ ਹੀ ਭਾਜੀ ਮੈਨੂੰ ਕਹਿੰਦੇ ਵੀ ਇਹੋ ਜਿਹਾ ਕੁਛ ਲੈ ਗਿਆ ਤੇਰੇ ਇਲਾਕੇ ਦੇ ਲੋਕਾਂ ਦੀ ਕੋਈ ਦਰਦ ਪੀੜ ਕੋਈ। ਮੈਂ ਜੀ ਛਾਪ ਲਓਗੇ? ਕਹਿੰਦੇ ਹਾਂ। ਮੈਂ ਜੀ ਵੇਖ ਲਓ, ਮੈਂ ਤਾਂ ਹੈ ਹੀ ਇਹੋ ਜਿਹਾ ਕੁਛ ਹੀ ਲਿਖੂੰਗਾ। ਕਹਿੰਦੇ ਨਹੀਂ ਲਿਖ ਤੂੰ। ਉਹ ਮੈਨੂੰ ਬਹੁਤ ਉਤਸ਼ਾਹਿਤ ਕੀਤਾ ਉਹਨਾਂ ਨੇ। ਫਿਰ ਭਾਈ ਖੁੰਡ ਚਰਚਾ ਸ਼ੁਰੂ ਹੋ ਗਈ। ਪਹਿਲਾਂ ਮੈਂ ਸੋਚਿਆ ਸੀ ਮੈਂ ਸਫ਼ਰ ਬਹੁਤ ਕਰਦਾ ਅਤੇ ਬੱਸ ਦੇ ਵਿੱਚੋਂ ਕਰਕੇ ਕਾਲਮ 'ਤੇ ਉਹ 'ਤੇ ਲਿਖਾਂ, ਪਰ ਉਹ ਇੱਕ ਸੀਮਤ ਦਾਇਰਾ ਸੀ, ਕਿਉਂਕਿ ਆਮ ਅਨਪੜ੍ਹ ਪਿੰਡਾਂ ਵਾਲੇ ਵਿਚਾਰੇ ਕਿਹੜੀਆਂ ਬੱਸਾਂ 'ਚ ਬਹਿੰਦੇ, ਕਿੰਨਾ ਕੁ ਹੁੰਦਾ। ਫਿਰ ਮੈਂ ਪਿੰਡਾਂ ਤਾਂ ਮੈਂ ਪਹਿਲਾਂ ਹੀ ਜਾਂਦਾ ਸੀ। ਖੇਡਾਂ ਖੂਡਾਂ ਦਾ ਮੈਨੂੰ ਸ਼ੌਕ ਸੀ, ਤੁਰੇ ਫਿਰਦੇ ਰਹਿੰਦੇ। ਇੱਕ ਜਦੋਂ ਕੰਪਨੀਆਂ ਜਿਹੀਆਂ 'ਚ ਲੱਗਾ, ਉਹਨਾਂ ਨੇ ਹੋਰ ਮੈਨੂੰ ਕੁਛ ਨਹੀਂ ਦਿੱਤਾ। ਵੱਖ-ਵੱਖ ਮਹਿਕਮਿਆਂ ਦੀ ਚੋਰੀ ਹੈ ਜਿਹੜੀ, ਉਹ ਮੈਨੂੰ ਪਤਾ ਲੱਗ ਗਿਆ ਵੀ ਕਿਵੇਂ ਕਰਦੇ, ਕੌਣ ਕਿੱਥੇ ਕੀ ਕਰਦਾ। ਕਈ ਕੰਪਨੀਆਂ ਜਿਹੀਆਂ ਬਦਲ ਗਈਆਂ, ਟਰੈਕਟਰਾਂ ਦੇ ਵੇਚਣ 'ਚ ਵੀ ਲੱਗਾ ਰਿਹਾ। ਹੋਰ ਉਦੋਂ ਤੁਹਾਨੂੰ ਸਾਰਿਆਂ ਨਾਲ ਹੀ ਵਾਹ ਪੈਂਦਾ। ਕਿਸਾਨੀ ਦਾ ਦਰਦ ਸੀ ਜਿਹੜਾ, ਕਿਸਾਨੀ ਦਾ। ਅਤੇ ਇੱਕ ਸ਼ੁਰੂ 'ਚ ਕਮਿਊਨਿਸਟ ਪਾਰਟੀ ਦੇ ਵਰਕਰ ਦੇ ਤੌਰ 'ਤੇ ਮੈਂ ਮੈਂਬਰ ਨਹੀਂ ਸੀ। ਵੈਸੇ ਜਿੱਥੇ ਔਖਾ ਕੰਮ ਹੁੰਦਾ ਨਾ, ਵੀ ਗਰੀਬਾਂ ਦੇ ਵਿਹੜੇ 'ਚ ਜਾ ਕੇ ਆਪਾਂ ਕੋਈ ਯੂਨਿਟ ਖੜ੍ਹਾ ਕਰਨਾ, ਅਤੇ ਉੱਥੇ ਮੈਨੂੰ ਗੱਲ ਦਿੰਦੇ ਸੀ, ਕਿਉਂਕਿ ਉਹਨਾਂ 'ਚ ਰਾਤ ਕੋਈ ਨਹੀਂ ਰਹਿੰਦਾ ਸੀ। ਮੈਂ ਅਤੇ ਮੇਰਾ ਇੱਕ ਦੋਸਤ ਸੀ, ਅਸੀਂ ਦੋਵੇਂ ਜਾ ਕੇ ਉੱਥੇ ਡੇਰੇ ਲਾ ਲੈਂਦੇ। ਉਹ ਗਰੀਬ ਜਾਤੀ ਨਾਲ ਸੰਬੰਧਿਤ ਸੀ, ਉਹਦੀਆਂ ਕੋਈ ਰਿਸ਼ਤੇਦਾਰੀਆਂ ਹੁੰਦੀਆਂ ਜਾਂ ਹੋਰ ਹੁੰਦੀਆਂ, ਉੱਥੇ ਅਸੀਂ ਇਕੱਠੇ ਪੈ ਛੱਡਦੇ। ਬਸ ਠੀਕ ਹੈ। ਉੱਥੋਂ ਫਿਰ ਖੁੰਡ ਚਰਚਾ ਦਾ ਜਨਮ ਹੋਇਆ। ਇੱਕ ਤਾਂ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ, ਨਿੱਕੀਆਂ ਸਮੱਸਿਆਵਾਂ। ਇੱਕ ਪਿੰਡਾਂ ਦਾ ਆਪਦਾ ਸਮਾਜਿਕ ਭ੍ਰਿਸ਼ਟਾਚਾਰ, ਜਿਹਨੂੰ
ਸਾਡੇ ਅਖਬਾਰ ਜਾਂ ਚੈਨਲ ਲੈਂਦੇ ਨਹੀਂ। ਸਾਡਾ ਆਪ ਦਾ ਜਿਹੜਾ ਅਸੀਂ ਕਹਿੰਦੇ ਦਾ ਸਰਕਾਰ ਨੂੰ ਸਾਰਾ ਦੋਸ਼ ਤਾਂ ਦੇ ਦਿੰਦੇ ਆ, ਦੇਣਾ ਵੀ ਬਣਦਾ ਵੀ ਸਰਕਾਰਾਂ ਨੇ ਕੁਝ ਨਹੀਂ ਕੀਤਾ, ਪਰ ਜਿਹੜਾ ਆਪ ਦਾ ਨਿੱਜੀ ਭ੍ਰਿਸ਼ਟਾਚਾਰ ਹੈ ਨਾ। ਜਿਹੜੇ ਐ ਤੁਸੀਂ ਗੱਲ ਕਰ ਰਹੇ ਅਖਬਾਰ ਤੇ ਚੈਨਲ ਵੀ ਤਾਂ ਵਿਕਾਊ ਹੈ। ਹਾਂ ਨਹੀਂ, ਹੁਣ ਤਾਂ ਬਹੁਤ ਕੁਝ ਹੋ ਗਿਆ, ਉਦੋਂ ਵੀ ਹੁੰਦਾ ਸੀ ਪਰ ਆਮ ਲੋਕਾਂ ਨੂੰ ਪਤਾ ਨਹੀਂ ਹੁੰਦਾ ਸੀ। ਮੈਨੂੰ ਉਹਨਾਂ ਨੇ 20 ਸਾਲ ਬਰਦਾਸ਼ਤ ਕੀਤਾ, ਅਜੀਤ ਨੇ 20 ਸਾਲ। ਮੇਰਾ ਖਿਆਲ ਹੈ ਬਹੁਤ ਦਿਲਚਸਪੀ ਗੱਲ ਪੜਿਆ ਗਿਆ ਯਾਰ, ਬੜਾ ਕਮਾਲ ਤਾਂ ਚੰਗਿਆੜੇ ਤੇ ਸਮਾਂ। ਉਹਦਾ ਕਾਰਨ ਸੀ ਇੱਕ ਵੀ ਉਹਨਾਂ ਨੇ ਇੱਕ ਸਰਵੇ ਕਰਾਇਆ। ਲੋਕ ਬੋਲੀ ਦੀ ਮੇਰਾ ਖਿਆਲ ਇੱਕ ਤਾਂ ਸਭ ਤੋਂ ਬੜੀ। ਇੱਕ ਤਾਂ ਬੋਲੀ ਇੰਨੀ ਸੌਖੀ ਸੀ ਵੀ ਆਮ ਬੰਦੇ ਦੀ ਸਮਝ ਵਾਲੀ ਗੱਲ ਸੀ। ਇੱਕ ਨਾਂ ਜਿਹੜੇ ਸੀ ਮੇਰੀਆਂ ਮਤਲਬ ਕੈਟੇਗਰੀਆਂ ਵੰਡਦਾ ਸੀ ਮੈਂ ਕਿ ਇਸ ਸਮੇਂ ਤੋਂ ਲੈ ਕੇ ਇਸ ਸਮੇਂ ਤੱਕ ਬੱਚਿਆਂ ਦੇ ਕੀ ਨਾਂ, ਨੌਜਵਾਨਾਂ ਦੇ ਕੀ ਹੁੰਦੇ ਆ, ਬਜ਼ੁਰਗਾਂ ਦੇ ਕੀ ਹੁੰਦੇ ਆ, ਉਦੋਂ ਅੱਗੇ ਜਿਹੜੇ ਉਦੋਂ ਵੱਡੀ ਪੀੜ੍ਹੀ ਵਾਲੇ ਉਹਨਾਂ ਦੇ ਨਾਂ ਕਿਹੋ ਜਿਹੇ ਆ। ਉਹ ਨਾਂ ਆਮ ਤੌਰ 'ਤੇ ਪਿੰਡਾਂ 'ਚ ਆਮ ਸੀ। ਇਹ ਵੀ ਇੱਕ ਦਿਲਚਸਪੀ ਵਾਲੀ ਗੱਲ ਹੈ। ਵੈਸੇ ਚੈਨਲ ਨੂੰ ਕੁੱਤਾ ਕਰਨ ਵਾਲੀ ਨਹੀਂ ਇੰਨੀ ਕੋਈ। ਉਹ ਇੱਥੇ ਮੈਂ ਵੋਟਾਂ ਪਾਉਣ ਗਿਆ ਕਿਤੇ ਅਤੇ ਇੱਕ ਕੁੜੀ ਆ ਗਈ। ਮੈਂ ਆਖਿਆ ਵੀ, ਕਹਿੰਦੀ ਐਂ ਕਰ ਲਿਆ ਅੰਗੂਠਾ। ਮੈਂ ਕੀ ਨਾਂ ਬੇਟੇ ਤੇਰਾ? ਕਹਿੰਦੀ ਵੀਰਪਾਲ। ਮੈਂ ਪੁਲਿਸ ਵਾਲੇ ਨੂੰ ਸੱਦਾਂ? ਮੈਨੂੰ ਕਹਿੰਦੀ ਕਿਉਂ ਜੀ? ਮੈਂ ਤੈਨੂੰ ਫੜ ਕੇ ਲਿਜਾਣਗੇ, ਤੈਨੂੰ ਪਤਾ ਲੱਗੂ। ਮੈਨੂੰ ਕਹਿੰਦੀ ਕਿਉਂ ਜੀ? ਮੈਂ ਕਿਹਾ ਦਸਤਖਤ ਨਹੀਂ ਕਰਦੀ। ਕਹਿੰਦੀ ਮੈਂ ਅੰਗੂਠਾ ਲਾਈ ਜਾਂਦੀ ਹਾਂ। ਮੈਂ ਤੇਰੇ ਨਾਲ ਵੀਰਪਾਲ ਹੈ ਨਾ, ਅਤੇ ਵੀਰਪਾਲ ਅਨਪੜ੍ਹ ਨਹੀਂ ਹੋ ਸਕਦੀ ਵੀ ਉਹਨੂੰ ਅੰਗੂਠਾ ਲਾਉਣਾ ਪਵੇ। ਤੈਨੂੰ ਦਸਤਖਤ ਕਰਨੇ ਆਉਂਦੇ, ਚੁੱਪ ਕਰਕੇ ਕਰਦੇ ਨਹੀਂ, ਮੈਂ ਪੁਲਿਸ ਨੂੰ ਰਿਪੋਰਟ ਦਿੰਦਾ। ਉਹ ਪਿੰਡਾਂ ਵਾਲੇ ਬੱਚੇ ਡਰ ਜਾਂਦੇ, ਉਹ ਛੇ ਦਸਤਖਤ ਕਰਦੇ। ਉਹ ਮੈਨੂੰ ਸਾਡਾ ਜਿਹੜਾ ਨਾਲ ਦਾ ਸਟਾਫ, ਮੈਨੂੰ ਤੈਨੂੰ ਕਿਵੇਂ ਪਤਾ ਲੱਗ ਗਿਆ? ਮੈਂ ਇਹਨਾਂ ਬਾਰੇ ਕਰਦਾ ਕੋਈ ਵੀ ਕਿਹੜੀ ਉਮਰ ਦੇ ਬੱਚੇ ਆ ਜਿਹੜੇ ਉਹਨਾਂ ਦੇ ਕੀ ਨਾਂ ਹੁੰਦੇ ਆ ਅਤੇ ਉਹਨਾਂ 'ਚੋਂ ਕਿੰਨੇ ਕੁ ਪੜ੍ਹਦੇ ਅਤੇ ਕਿੰਨੇ ਕੁ ਨਹੀਂ ਪੜ੍ਹਦੇ। ਮੈਂ 4-5 ਨਾਂ ਜਿਹੜੇ ਮੇਰੇ ਕੋਲ ਨਾ ਮੇਰੇ ਵਿਦਿਆਰਥੀਆਂ ਦੇ ਵਿੱਚ ਆਮ ਹੈ ਅਤੇ ਉਹ ਸਾਰੇ ਪੜ੍ਹਨ ਵਾਲੇ। ਹਾਂ, ਮੈਂ ਇਸੇ ਦਾ ਨਾਂ ਭੁੰਡੀ ਹੁੰਦਾ, ਇਸੇ ਦਾ ਨਾਂ ਗਾਮੋ ਹੁੰਦਾ, ਅਤੇ ਮੈਨੂੰ ਜਮਾ ਨਹੀਂ ਕਹਿੰਦਾ ਸੀ ਵੀ ਦਸਤਖਤ ਕਰਦੇ, ਭਾਵੇਂ ਪੜ੍ਹੀ ਲਿਖੀ ਹੁੰਦੀ। ਵੀਰਪਾਲ ਕੌਰ। ਹਾਂ, ਮੈਂ ਇਹਨੂੰ ਤਾਂ ਕਰਨੀ ਪੈਣੀ ਸੀ। ਇਹ ਜਿਹੜੀਆਂ ਗੱਲਾਂ ਇਹ ਸੀ ਨਾ, ਇਹਨਾਂ ਨੇ ਖੁੰਡ ਚਰਚਾ ਲਿਖਣ ਲਾਇਆ। ਅਤੇ ਖੁੰਡ ਚਰਚਾ ਲਿਖਦਿਆਂ ਇਹਨਾਂ ਨੇ ਅਜੀਤ ਨੇ ਸਰਵੇ ਵਗੈਰਾ ਕਰਾਇਆ ਕੋਈ ਕਿ ਬਈ ਕਿੰਨਾ ਕੁ ਪਾਪੂਲਰ ਹੈ ਜਾਂ ਕਿਵੇਂ ਹੈ, ਕਿਉਂਕਿ 20 ਸਾਲ ਬਹੁਤ ਲੰਮੇ ਹੁੰਦੇ। ਉਹ ਕਿਤੇ ਰਾਜਸਥਾਨ ਜਾਂ ਪਿੰਡਾਂ ਪੁੰਡਾਂ 'ਚ ਗਏ ਜਾਂ ਹੋਰ ਦੇ ਪਿੰਡਾਂ 'ਚ ਗਏ, ਉਹ ਕਹਿੰਦੇ ਵੀ ਅਸੀਂ ਊਂ ਤਾਂ ਅਖਬਾਰ ਖੂਰ ਨਹੀਂ ਪੜ੍ਹਦੇ, ਇੱਕ ਖੁੰਡ ਚਰਚਾ ਹੁੰਦੀ ਤਾਂ ਉਹ ਪੜ੍ਹਨ ਵਾਸਤੇ ਲੈਂਦੇ। ਉਸ ਗੱਲ ਨੇ ਮੈਨੂੰ ਵੀ ਥੋੜ੍ਹਾ ਜਿਹਾ ਉਤਸ਼ਾਹਿਤ ਕੀਤਾ। ਮੈਂ ਲਿਖਦਾ ਰਿਹਾ ਲਗਾਤਾਰ। 20 ਸਾਲ ਲਿਖਿਆ, ਉਹ ਵੀ ਕਮਾਲ ਹੈ। ਦੁਸ਼ਮਣ ਵਾਲੇ ਬਣ ਗਏ ਉਹਦੇ, ਮਿੱਤਰ ਮੁੱਤਰ ਤਾਂ ਕੋਈ ਨਹੀਂ ਬਣਿਆ। ਇਹ ਦੁਸ਼ਮਣ ਇੰਨੇ ਬਣ ਗਏ ਕਿ ਫਰਜ਼ ਕਰ ਲਓ ਤੁਸੀਂ ਪਟਵਾਰੀਆਂ 'ਤੇ ਲਿਖਤਾ। ਹਾਂ, ਅਤੇ ਦੁਸ਼ਮਣ ਬਣਨੇ ਸੀ ਉਹ। ਤੁਸੀਂ ਨਸ਼ਿਆਂ 'ਤੇ ਲਿਖਤਾ, ਅਤੇ ਨਸ਼ਿਆਂ ਨੇ ਵੀ ਦੁਸ਼ਮਣ ਬਣਨੇ ਸੀ। ਨਸ਼ਿਆਂ ਦਾ ਬਿਜ਼ਨਸ ਬਹੁਤ ਵੱਡਾ ਹੈ ਅਤੇ ਪਟਵਾਰੀਆਂ ਦਾ ਬਿਜ਼ਨਸ ਵੀ ਜਿਹੜਾ ਉਹ ਬਹੁਤ ਵੱਡਾ ਹੈ, ਛੋਟਾ ਜਿਹਾ ਨਹੀਂ ਗਾ। ਉਹ 'ਚ ਇਕੱਲੇ ਪਟਵਾਰੀ ਦੋਸ਼ੀ ਨਹੀਂ ਹੁੰਦੇ। ਮੈਂ ਇਕੱਲੇ ਪਟਵਾਰੀਆਂ ਦੋਸ਼ੀ ਵੀ ਨਹੀਂ ਕਿਹਾ ਗਾ, ਮੈਂ ਤਾਂ ਉੱਤੋਂ ਤੱਕ ਲੈ ਗਿਆ ਵੀ ਜਾਂਦਾ ਕਿੱਥੇ ਹੈ। ਜੇ ਇੱਕ ਫਰਜ਼ ਕਰ ਲਓ ਇੱਥੇ ਮੁੱਖ ਮੰਤਰੀ ਆਇਆ ਅਤੇ ਉਹਦੇ ਵਾਸਤੇ ਇੱਕ ਫੰਕਸ਼ਨ ਹੋਣਾ, ਉਹ ਸਾਰਾ ਪੈਸਾ ਕਿੱਥੋਂ ਆਉਣਾ? ਪੈਸਾ ਤਾਂ ਪਟਵਾਰੀਆਂ ਨਹੀਂ ਇਕੱਠਾ ਕਰਨਾ। ਅਤੇ ਪਟਵਾਰੀ ਬਈ ਜਦੋਂ ਜੇ ਉੱਥੇ ਉਹ ਫੰਕਸ਼ਨ 'ਤੇ 2 ਲੱਖ ਰੁਪਈਆ ਲੱਗਣਾ ਹੈ ਤਾਂ ਉਹ 5-7 ਲੱਖ ਰੁਪਈਆ ਤਾਂ ਉਹਨੇ ਕਰਨਾ ਹੀ। ਮੇਲੇ ਜਿੰਨੇ ਹੁੰਦੇ, ਇਹ ਪੈਸੇ ਕਿੱਥੋਂ ਆਉਂਦੇ? ਇਹ ਵੀ ਇਸੇ ਤਰ੍ਹਾਂ ਆਉਂਦੇ। ਉਹ ਫਿਰ ਉਦੋਂ ਵੱਧ ਇਕੱਠਾ ਕਰਨਗੇ। ਇਹ ਗੱਲਾਂ ਖੁੰਡ ਚਰਚਾ 'ਚ ਆਉਂਦੀਆਂ, ਲੋਕਾਂ ਨੂੰ ਪਤਾ ਹੈ ਨਹੀਂ ਸੀ, ਪਰ ਦੁਖੀ ਲੋਕ ਸੀਗੇ ਇਹਨਾਂ ਗੱਲਾਂ ਤੋਂ। ਉਹ ਇਹਨੂੰ ਦਿਲਚਸਪੀ ਲੈਂਦੇ ਵੀ ਆਹ ਠੀਕ ਹੈ। ਫਿਰ ਜਿੰਨੇ ਵੀ ਉਸ ਵੇਲੇ ਦੇ ਕਾਲਮੋਵ ਜੇ ਚੱਲੇ, ਮਾਈਆਂ ਬੀਬੀਆਂ ਬਾਰੇ ਸੀ, ਉਹ ਹਮਾਰਾ ਜੀਵਨਾ, ਜਾਂ ਇੱਕ ਸੀਗਾ ਬੋਲ ਜਮੂਰੇ ਬੋਲ, ਜਾਂ ਵਾਹ ਕੁੜੀਏ ਪੰਜਾਬ ਦੇ, ਜਾਂ ਗੱਭਰੂ ਪੁੱਤ ਪੰਜਾਬ ਦੇ, ਇਸ ਕਿਸਮ ਦੇ ਕਾਲਮ ਸੀ ਜਿਹੜੇ ਉਹ ਹਫ਼ਤਾਵਾਰੀ। ਬਾਕੀਆਂ ਨੂੰ ਤਾਂ ਮੈਂ ਕਿਸੇ ਨੂੰ ਸਾਲ 2 ਸਾਲ 4 ਸਾਲ ਚਲਾ ਕੇ ਬੰਦ ਕਰ ਦਿੰਦਾ। ਖੁੰਡ ਚਰਚਾ ਇਹ ਮੈਨੂੰ ਬੰਦ ਕਰਨ ਨਹੀਂ ਦਿੰਦੇ। ਮਗਰੋਂ ਵੀ ਮੈਂ ਹੱਥ ਬੰਨ੍ਹ ਕੇ ਮੈਂ ਕਿਹਾ ਬਸ ਕਰੋ ਯਾਰ, 20 ਸਾਲ ਦੁਸ਼ਮਣਾਂ ਦੀ ਗਿਣਤੀ ਹੈ ਜਿਹੜੀ, ਉਹ ਤਾਂ 20 ਲੱਖ ਹੋ ਗਈ। ਇਹ ਆਪਣੇ ਹਫ਼ਤੇ ਸ਼ਬਦਾਂ ਦਾ ਨਾ ਹਫ਼ਤਾਵਾਰੀ ਸੀ। ਕਮਾਲ ਹੈ ਵੈਸੇ, ਹਰ ਵਾਰ ਲਿਖ ਕੇ ਤਿਆਰ ਰਹਿਣਾ। ਉਹ ਬਸ ਉਹ ਇੱਕ ਨਾ ਮਤਲਬ ਜਨੂਨ ਸੀ। ਉਹ ਜਨੂਨ ਅਧੀਨ ਇੱਕ ਜਦੋਂ ਮੇਰੀ ਪ੍ਰੋਫੈਸਰੀ ਗਈ ਨਾ, ਮੈਨੂੰ ਲੱਗ ਗਿਆ ਵੀ ਆਪਾਂ ਨੂੰ ਪ੍ਰੋਫੈਸਰ ਨਹੀਂ ਕੋਈ ਰੱਖਦਾ ਗਾ। ਨੰਬਰ ਮੇਰੇ ਬਹੁਤ ਸੀ, ਮੇਰੇ ਨਾਲ 5% ਘੱਟ ਵਾਲੇ ਆ ਜਿਹੜੇ, ਉਹ ਸਾਰੇ ਪ੍ਰੋਫੈਸਰ, ਸੀਨੀਅਰ ਪ੍ਰੋਫੈਸਰ ਰਿਟਾਇਰ ਹੋਏ ਆ। ਪਰ ਉਹ ਮੈਨੂੰ ਪਤਾ ਸੀ ਵੀ ਰੱਖਣਾ ਨਹੀਂ ਮੈਨੂੰ ਪੈਂਦਾ। ਉਹਦਾ ਕਾਰਨ ਆ ਵੀ ਜਿਹੜੀਆਂ ਗੱਲਾਂ ਮੈਂ ਲਿਖਦਾ ਸੀ ਇਹਨੂੰ ਅਜੀਤ ਹਜ਼ਮ ਕਰ ਗਿਆ। ਮੈਂ ਤਾਂ ਬੜਾ ਉਹਨਾਂ ਧੰਨਵਾਦੀ ਹਾਂ। ਮੈਨੂੰ ਉਮੀਦ ਨਹੀਂ ਸੀ ਕਿ ਜੋ ਮੈਂ ਲਿਖਦਾ ਇਹਨੂੰ ਕੋਈ ਅਖਬਾਰ ਹਜ਼ਮ ਕਰ ਲੂਗਾ।
ਕਿਉਂਕਿ ਜਦ ਤੁਸੀਂ ਲੋਕਾਂ ਦੀ ਗੱਲ ਸਿੱਧੇ ਰੂਪ 'ਚ ਲਿਖੋਗੇ ਨਾ, ਲੋਕ ਬੋਲੀ। ਆ ਤੁਸੀਂ ਆਹ ਹੀ ਲਓ, ਤੁਸੀਂ ਤੁਹਾਡਾ ਚੈਨਲ ਹੈ, ਤੁਸੀਂ ਲੋਕਾਂ ਦੀ ਗੱਲ ਕਰਦੇ ਆ, ਲੋਕ ਬੋਲੀ 'ਚ ਕਰਦੇ ਆ, ਕਿੰਨਿਆਂ ਕੁ ਨੂੰ ਚੰਗੀ ਲੱਗਦੀ ਹੈ? ਉਹ ਯਾਰ ਛੱਡੋ, ਪਰ ਉਹ ਚੰਗਿਆੜੇ ਕੱਢੀ ਜਾਂਦਾ ਹੈ। ਪਰ ਆਮ ਲੋਕਾਂ 'ਚ ਜਿਹੜੇ ਆਮ ਲੋਕ ਹੈ ਉਹਨਾਂ ਨੂੰ ਹੀ ਚੰਗੀ ਲੱਗਦੀ ਹੈ। ਯਾਰ ਗੱਲ ਕਰਦਾ, ਸਾਡੀ ਗੱਲ ਕਰਦਾ। ਜਦੋਂ ਲੋਕਾਂ ਨੂੰ ਇਹ ਲੱਗ ਜਾਂਦਾ ਵੀ ਸਾਡੀ ਗੱਲ ਹੈ, ਤੇ ਉਹ ਉਸ ਗੱਲ ਨੂੰ ਬੇਸ਼ੱਕ ਕੋਈ ਜੀਤ ਪੜ੍ਹਨਾ ਚਾਹਵੇ ਨਾ ਪੜ੍ਹਨਾ ਚਾਹਵੇ, ਜਾਂ ਪੰਜਾਬੀ ਟ੍ਰਿਬਿਊਨ ਪੜ੍ਹਨਾ ਚਾਹਵੇ ਨਾ ਪੜ੍ਹਨਾ ਚਾਹਵੇ, ਜਦੋਂ ਲੋਕਾਂ ਦੀ ਗੱਲ ਹੋਊਗੀ ਤਾਂ ਉਹ ਪੜ੍ਹਨਗੇ। ਇਹ ਤਰ੍ਹਾਂ ਚੈਨਲ ਹੈ। ਜਦੋਂ ਤੁਸੀਂ ਲੋਕਾਂ ਦੀ ਗੱਲ ਕਰਦੇ ਆ ਤੇ ਲੋਕਾਂ ਨੇ ਤਾਂ ਭਾਈ ਉਸ ਗੱਲ ਨੂੰ ਲੈਣਾ ਹੀ ਹੈ। ਤੇ ਖੁੰਡ ਚਰਚਾ ਵੱਧਦਿਆਂ ਬੜੇ ਨਜ਼ਾਰੇ ਆਏ ਉਹਦੇ 'ਚ। ਇੱਕ ਵਾਰੀ ਇੱਕ ਮਾਈ ਆ ਗਈ, ਮੈਂ ਸਕੂਲੋਂ ਆਇਆ ਤੇ ਸਾਈਕਲ ਅਜੇ ਖੜਾ ਕੀਤਾ ਸੀ, ਕਹਿੰਦੀ ਭਾਈ ਇੱਥੇ ਇੱਕ ਬੰਦਾ ਰਹਿੰਦਾ, ਨੂੰ ਘੱਲੀ। ਕੌਣ ਹੈ? ਕਹਿੰਦੀ ਕੋਈ ਲਾਭ ਲੂਭ ਸਿੰਘ ਜਿਹਾ ਹੈ। ਮੈਂ ਕੀ ਗੱਲ ਹੋ ਗਈ? ਕਹਿੰਦੀ ਮੈਂ ਸੇਕ ਦੇਣਾ ਉਹਨੂੰ। ਅੱਛਾ, ਪੂਰਾ ਭਲਾ ਹੋ ਜੀ। ਘਰਾਂ ਹੀ ਘਰੇ ਕਿ ਸਕੂਲ? ਘਰੇ। ਅੱਛਾ, ਘਰਾਂ ਹੀ ਆ ਗਈ। ਘਰੇ ਆ ਗਈ। ਮੈਂ ਕੀ ਗੱਲ ਕੀ ਹੋ ਗਈ ਤੈਨੂੰ, ਕੀ ਹੋ ਗਿਆ? ਕਹਿੰਦੀ ਉਹਨੇ ਮੇਰੇ ਮਾਪਿਆਂ ਨੂੰ ਛੱਜ 'ਚ ਪਾ ਛੱਡਤਾ। ਅੱਛਾ, ਉਹ ਸਾਡੇ ਵਾਲਾ ਕੰਜਰ ਦੱਸ ਕੇ ਗਿਆ ਹੋਊ। ਤੁਹਾਡੇ ਵਾਲਾ ਕੰਜਰ ਕਿਹੜਾ? ਮੈਂ ਨਾ ਉਹਨੂੰ ਜਾਣਾ ਨਾ ਉਹ ਕੰਜਰ ਨੂੰ। ਉਹ ਕਹਿੰਦੀ ਮੇਰੇ ਵਾਲਾ ਉਹ ਛਿੰਦਾ। ਅੱਛਾ। ਮੈਂ ਕਿਹਾ ਮੈਂ ਤਾਂ ਜਾਣਦਾ ਨਹੀਂ। ਕੋਈ ਨਹੀਂ, ਮੈਂ ਕੱਲ ਦਿੰਦਾ। ਤੇ ਮੈਂ ਉਹਨੂੰ ਹੌਲੀ ਹੌਲੀ ਮੈਂ ਕਿਹਾ ਠੰਡੀ ਦਾ ਕਰਕੇ ਮਾੜਾ ਜਿਹਾ, ਕਿਤੇ ਇੱਥੇ ਸੱਚੀਓ ਗਲੀ ਜਲੂਸ ਕੱਢ ਦੇਵੇ। ਮੈਂ ਉਹਨੂੰ ਕਿਹਾ, ਮੈਂ ਵੇ ਗੱਲ ਸੁਣ, ਪਹਿਲੀ ਗੱਲ ਵੀ ਤੂੰ ਉਹ ਬੰਦੇ ਨੂੰ ਜਾਣਦੀ ਹੈ ਕਿ ਨਹੀਂ? ਤੇ ਮੈਂ ਜੇ ਤੂੰ ਨਹੀਂ ਜਾਣਦੀ ਤੇਰੇ ਮਾਪਿਆਂ ਨੂੰ ਕਿੱਥੇ ਜਾਣਦੇ? ਨਹੀਂ ਕਹਿੰਦੀ ਸਾਡੇ ਵਾਲਾ ਦੱਸ ਕੇ ਗਿਆ ਉਹ। ਮੈਂ ਤੁਹਾਡੇ ਵਾਲਾ ਇੱਥੇ ਤਾਂ ਨਹੀਂ ਆਇਆ, ਸਾਡੇ ਇੱਥੇ ਮੈਂ ਇੱਥੇ ਹੀ ਰਹਿਣਾ ਹੈ ਨੇੜੇ ਤੇੜੀ, ਇੱਥੇ ਤਾਂ ਨਹੀਂ ਕੋਈ ਜਾਣਦਾ ਨਹੀਂ ਉਹਨੂੰ। ਕਰਕੇ ਹੌਲੀ ਹੌਲੀ ਮੈਂ ਚੱਲ ਤੂੰ ਆਏਂ ਕਰ, ਤੂੰ ਘਰੇ ਚੱਲ, ਮੈਂ ਉਹਨੂੰ ਘੱਲਦਾ। ਤੁਹਾਡਾ ਘਰ ਕਿੱਥੇ ਹੈ? ਕਹਿੰਦੇ ਉਹ ਫਲਾਣੇ ਥਾਂ 'ਤੇ। ਉਹ ਮੇਰੇ ਘਰਾਂ ਦਾ ਨਾਂ ਛਿੰਦਾ ਹੈ, ਛਿੰਦਾ, ਉਹਨੂੰ ਸਾਰੇ ਹੀ ਜਾਣਦੇ ਆ। ਮੈਂ ਚੱਲ ਠੀਕ ਹੈ, ਘੱਲ ਦਿੰਦਾ ਕੋਈ। ਲਓ ਜੀ, ਉਹਨੂੰ ਤੋਰਤਾ ਤੇ ਮੈਂ ਘਰੇ ਪਾਣੀ ਪੀਣੀ ਜਾਂ ਪੀਤਾ, ਚਾਹ ਪੀਤੀ। ਮੈਂ ਚੱਲੀਏ ਤਾਂ ਅਸੀਂ, ਫੇਸ ਤਾਂ ਕਰਨਾ ਪੈਣਾ, ਕੱਲ੍ਹ ਨੂੰ ਫੇਰ ਆਊ। ਮੈਂ ਜਾ ਵੜਿਆ ਤੇ ਉਹ ਜੀ ਆਪਦੇ ਘਰਾਂ ਨਾਲ ਦੂਰੋਂ ਦੂਰੀ ਦੋਵੇਂ ਜਾਣੇ, ਵੇ ਕੰਜਰੀ ਦੇ, ਵੇ ਫਲਾਨਾ, ਧਮਕ ਲੱਗੀ ਪਈ। ਉਹ ਮੈਂ ਕਿਹਾ ਭਾਈ ਕੀ ਕਿਉਂ ਲੜਦੇ ਆ? ਉਹ ਕਹਿੰਦੀ ਆਇਆ ਉਹ ਜਿਹਨੇ ਉਹ ਬੰਦੇ ਨੂੰ ਦੱਸਿਆ। ਮੈਂ ਕਿਹਾ ਵੀ ਤੂੰ ਬਾਈ ਮੈਨੂੰ ਜਾਣਦਾ? ਕਹਿੰਦਾ ਨਾ, ਮੈਂ ਤਾਂ ਤੈਨੂੰ ਅੱਜ ਵੇਖਣਾ ਪਹਿਲੇ ਦਿਨ। ਆ ਸੁਣ ਲਾ ਭਾਈ ਬੀਬੀ, ਮੈਂ ਉਹੀ ਬੰਦਾ। ਆ ਤੇਰੇ ਸਾਹਮਣੇ ਨੇ ਕੀ ਆਖਿਆ? ਇਹ ਮੈਨੂੰ ਨਹੀਂ ਜਾਣਦਾ, ਮੈਂ ਇਹਨੂੰ ਨਹੀਂ ਜਾਣਦਾ, ਨਾ ਮੈਂ ਤੈਨੂੰ ਜਾਣਦਾ। ਕਹਿੰਦੀ ਫਿਰ ਤੂੰ ਮੇਰੇ ਮਾਪਿਆਂ ਬਾਰੇ ਕਿਉਂ ਲਿਖਿਆ? ਮੈਂ ਕਿਵੇਂ, ਕਿੱਥੇ ਲਿਖਿਆ? ਮੈਂ ਹੁਣ ਮੇਰੇ ਕਿਹੜਾ ਦਿਮਾਗ ਸੀ ਵੀ ਕਿੱਥੇ ਕੀ ਲਿਖਿਆ? ਕਹਿੰਦੀ ਉਹ ਜਿਹੜਾ ਸੰਤਾ ਬੰਤਾ ਜਿਹੜੇ ਤੂੰ ਲਿਖੇ ਐ, ਉਹ ਮੇਰੇ ਭਰਾ ਦੋਵੇਂ। ਅੱਛਾ, ਪੱਗਾ ਛਿੜ ਗਿਆ। ਮੈਂ ਵੀ ਸੰਤਾ ਬੰਤਾ ਤੇਰੇ ਭਰਾਵਾਂ ਤੋਂ ਬਿਨਾਂ ਸਾਰੇ ਮਾਲਵੇ 'ਚ ਕੋਈ ਨਹੀਂ ਹੋਰ ਹੋਣਗੇ। ਮੇਰੇ ਘਰ ਦੀ ਕਹਾਣੀ ਹੈ। ਹਾਜ਼ਰੀਆਂ ਗੱਲਾਂ ਹੋਈਆਂ ਨਾ, ਉਹ ਸਾਕ ਪਿੱਛੇ ਰੌਲਾ ਪਿਆ ਉਹਨਾਂ ਦਾ, ਤੇ ਇਹਦਾ ਘਰ ਹੁੰਦਾ, ਤੁਹਾਡੇ ਇਕੱਲਿਆਂ ਦੇ ਨਹੀਂ ਹੁੰਦਾ। ਨਹੀਂ ਭਾਈ, ਮੈਨੂੰ ਇਹਦੇ ਤੇ ਨਹੀਂ ਭਰੋਸਾ। ਮੈਂ ਇਹਦੇ 'ਤੇ ਭਰੋਸਾ ਨਾ ਹੋਵੇ ਤਾਂ ਇਹ ਨਾਲ ਲੜ ਪਾ, ਮੇਰੇ ਨਾਲ ਕਾਹਨੂੰ ਅੱਡਾ ਲਾਉਣੀ ਹੈ? ਇਹ ਜਿਹੀਆਂ ਗੱਲਾਂ ਆਮ ਹੁੰਦੀਆਂ। ਜਿਹੜੇ ਮਹਿਕਮੇ ਦੇ ਵਿਰੁੱਧ ਲਿਖਿਆ ਗਿਆ ਉਹ ਮਹਿਕਮਾ ਦੁਸ਼ਮਣ ਬਣ ਗਿਆ। ਜਿਹੜੇ ਲੋਕਾਂ ਦੇ ਕਿਤੇ ਨਾਂ ਰਲ ਗਏ ਕੁਦਰਤੀ, ਉਹ ਗਾਲਾਂ ਕੱਢੇ। ਗਾਲਾਂ ਕੀ, ਮਤਲਬ ਰਹਿਣਾ ਔਖਾ ਹੋ ਜਾਂਦਾ। ਉਹ ਥਾਂ 'ਤੇ ਕਿਰਾਏ 'ਤੇ ਰਹਿੰਦਾ ਸੀ, ਕਦੇ ਜੁੱਲੀਆਂ ਚੱਕ ਕੇ ਕਿਤੇ ਆਹ ਘਰ ਤਾਂ ਪਿਆ ਵੀ ਜਿਹਨੇ ਘਰੇ ਹੋਣਾ। ਵੇਖੋ ਸਿੱਧੀ ਗੱਲ ਹੈ ਵੀ ਲਾਂਭਾ ਦੇ ਨਾਲ ਤਾਂ ਕਿਤੇ ਨਾ ਕਿਤੇ ਕੋਈ ਆ ਹੀ ਜਾਣਾ। ਪਹਿਲਾਂ ਕਹਿੰਦਾ ਇਹ ਚੰਗਾ ਬੰਦਾ, ਇਹਨੂੰ ਕੋਈ ਸ਼ਾਬਾਸ਼ੀ ਦੇ ਨਾਲ ਤਾਂ ਅਜੇ ਤੱਕ ਨਹੀਂ ਆਇਆ, ਵੀ ਲੰਬੇ ਵਾਲੇ ਹੀ ਆਉਂਦੇ ਨਾ। ਮੈਨੂੰ ਫਿਰ ਸਾਹਿਤਕਾਰਾਂ ਨੇ ਵੀ, ਸਹਿਤ ਸਭਾਵਾਂ ਨੇ ਵੀ ਕੀ ਮਾਨਤਾ ਦੇਣੀ ਸੀ? ਇਹੋ ਜਿਹੇ ਬੰਦੇ ਨੂੰ ਕੌਣ ਦਿੰਦਾ? ਸੰਧੂ ਸਾਹਿਬ, ਕਿੰਨੀ ਕਿਤਾਬਾਂ ਹੋ ਗਈਆਂ ਹੁਣ ਤੱਕ ਥਾਰੀਆਂ? ਕਿਤਾਬਾਂ 11-12 ਕੁ ਹੋ ਗਈਆਂ, 10-15 ਦਾ ਮੈਟਰ ਜਿਹਾ ਪਿਆ ਜੇ, ਉਹ ਹੌਲੀ ਹੌਲੀ ਕਰਾਂਗੇ। ਇਹਦੇ 'ਚੋਂ 4 ਤਾਂ ਖੁੰਡ ਚਰਚਾ ਹੀ ਹੈ। ਗੱਭਰੂ ਪੁੱਤ ਪੰਜਾਬ ਦੇ 2-3 ਥਾਵਾਂ 'ਤੇ ਛਪ ਗਈ ਹੈ। ਸਭ ਤੋਂ ਪਹਿਲਾਂ ਮੇਰੀ ਗੁਰਮੁਖੀ 'ਚ ਲਪਾਂਤਰ ਪਾਕਿਸਤਾਨੀ ਨਾਵਲਾਂ 'ਤੇ ਸੀ। ਉਹ ਤਾਂ ਜਿਵੇਂ ਹੁੰਦਾ ਐਮਫਿਲ ਵਾਲੇ ਆਪਦਾ ਛਪਾ ਛਪੂ ਲੈਂਦੇ, ਉਵੇਂ ਜਿਹੀ ਸੀ ਉਹ। ਫਿਰ ਚੰਨ ਮਾਹੀ ਦੀਆਂ ਬਾਤਾਂ ਹੋ ਗਈ। ਫਿਰ ਇਹ ਜਦੋਂ ਹਰਜੀਤ ਹੁਣੀ ਮਰੇ ਹੈ, ਇਹਨਾਂ ਦੇ ਵਿਚਾਰਾਂ ਬਾਰੇ ਵੱਡੀ ਹਾਂ। ਹੋਰ ਵੀ ਇਹ ਜਿਹੀਆਂ ਖੇਡਾਂ 'ਤੇ ਸੀ,
ਜਾਂ ਇਹ ਜਿਹੜੇ ਫੀਚਰ ਸੀ ਇਸ ਕਿਸਮ ਦੇ ਉਹਨਾਂ 'ਤੇ ਸੀ ਬੋਲ ਜਮੂਰੇ ਬੋਲ, ਇਹ ਵਿੱਚ ਕਿਉਂਕਿ ਪੰਜਾਬੀ ਬੋਲੀ ਨਾਲ ਸੰਬੰਧਿਤ ਹੈ ਜ਼ਿਆਦਾ ਇਹਦੇ 'ਚ। ਅੱਛਾ, ਇਹ ਫਿਰ ਸੱਥ ਵਾਲਾ ਚੰਗਿਆੜਾ ਕਿਸ ਤਰ੍ਹਾਂ ਕੱਢਿਆ? ਸੱਥੋਂ ਸੱਥ ਵਾਲਾ ਅਸਲ ਵਿੱਚ ਜਦੋਂ ਇਹ ਗੱਲਾਂ ਚੱਲਦੀਆਂ ਤੇ ਮੈਨੂੰ ਡਾਕਟਰ ਸਾਹਿਬ ਮੈਨੂੰ ਕਹਿੰਦੇ ਵੀ ਇੱਕ ਵਾਰੀ ਆਓ ਤੁਸੀਂ ਸਾਡੇ ਕੋਲ। ਅੱਜ ਵੀ ਨਾ ਮੈਂ ਡਾਕਟਰ ਸਾਹਿਬ ਨੂੰ ਫੋਨ ਕਰਿਆ, ਡਾਕਟਰ ਨਿਰਮਲ ਸਿੰਘ ਲਾਂਬੜਾ ਉਹਨਾਂ ਨੂੰ, ਕਹਿੰਦੇ ਉੱਥੇ ਜਾ ਕੇ ਆ ਯਾਰ ਲਾਭ ਸਿੰਘ ਸੰਧੂ ਨਾਲ ਕੋਲ, ਉਹ ਵੀ ਮਾਲਵੇ, ਕਹਿੰਦਾ ਸ਼ਹਿਦ ਇਕੱਠਾ ਕਰੀ ਬੈਠੇ ਆ। ਉਹ ਇਸ ਗੱਲ 'ਤੇ ਨਾ ਡਾਕਟਰ ਸਾਹਿਬ ਨੇ ਜਦੋਂ ਸੱਦਿਆ ਮੈਨੂੰ ਕਹਿੰਦੇ ਵੀ ਆਹ ਗੱਲ ਆ ਵੀ ਆਪਾਂ ਉੱਥੇ ਸੱਥ ਬਣਾਉਣੀ ਹੈ। ਮੈਂ ਕਿਹਾ ਜੀ ਸੱਥ ਬਣਾਉਣ ਵਾਲੀ ਤਾਂ ਕੋਈ ਚੀਜ਼ ਨਹੀਂ ਹੁੰਦੀ, ਵੀ ਸੱਥ ਤਾਂ ਸੱਥ ਹੀ ਆ। ਨਹੀਂ, ਕਹਿੰਦੇ ਅਸੀਂ ਇਹੀ ਚਾਹੁੰਦੇ ਹਾਂ ਕਿਉਂਕਿ ਤੁਸੀਂ ਇਹ ਕੁਝ ਕਰਦੇ ਆ ਅਤੇ ਕੁਛ ਖੇਤਰਾਂ ਦੇ ਵਿੱਚ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਅਤੇ ਉੱਧਰ ਜੇ ਤੁਸੀਂ ਇਹ ਕਰ ਲਓ ਤਾਂ। ਮੈਂ ਕਿਹਾ ਵੀ ਮੈਂ ਸਹਿਜ ਸੁਭਾਵਾਂ ਤੋਂ ਬੜਾ ਟਲਦਾ ਹਾਂ। ਕਹਿੰਦੇ ਵੀ ਆਪਾਂ ਸਹਿਜ ਸੁਭਾਅ ਨੂੰ ਨਹੀਂ ਕਰਾਂਗੇ ਕੁਛ ਵੀ, ਆਪਣਾ ਜੋ ਕੁਛ ਹੋਊਗਾ ਉਹਦਾ ਸੰਬੰਧ ਲੋਕਾਂ ਨਾਲ ਹੋਊ, ਜਾਂ ਆਪਣੇ ਪੁਰਾਣੇ ਜਿਹੜਾ ਸੱਭਿਆਚਾਰ ਅਸੀਂ ਖਤਮ ਕਰਦੇ ਜਾ ਰਹੇ ਹਾਂ ਉਹਨਾਂ ਬੋਲੀਆਂ ਨਾਲ ਜਿਹੜੀ ਬੋਲੀ ਖਤਮ ਕਰਦੇ ਜਾ ਰਹੇ ਹਾਂ। ਹੁਣ ਕੁਛ ਸ਼ਬਦ ਹੈ ਜਿਹੜੇ ਸਾਡੇ ਖਾਸ ਕਰਕੇ ਲੱਖੀ ਜੰਗਲ ਦੇ ਇਲਾਕੇ 'ਚ ਜਿਹੜੇ ਸ਼ਬਦ ਵਰਤੇ ਜਾਂਦੇ ਉਹ ਸ਼ਬਦ ਹੀ ਖਤਮ ਹੋ ਗਏ। ਅੱਜ ਅਸੀਂ ਕਿਸੇ ਨੂੰ ਕਹੀਏ ਵੀ ਉੱਥੇ ਚੁੰਡ 'ਚ ਬਹਿ ਜਾ, ਅਤੇ ਮੈਨੂੰ ਲੱਗਦਾ ਵੀ ਸਾਡੇ 'ਤੇ ਕੋਈ ਸਮਝਦਾ ਨਹੀਂ। ਇਸੇ ਤਰ੍ਹਾਂ ਹੀ ਜਿਵੇਂ ਤੁਸੀਂ ਪੌਦੀ 'ਤੇ ਕੰਮ ਕਰ ਰਹੇ ਆ, ਪੌਦੀ ਬੋਲਦੇ ਆ, ਪੌਦੀ ਲੋਕਾਂ ਨੂੰ ਦੱਸਦੇ ਆ, ਇਸ ਇਲਾਕੇ ਦੀ ਜਿਹੜੀ ਬੋਲੀ ਸੀ ਉਹਨੂੰ ਕੋਈ ਸਾਂਭ ਨਹੀਂ ਰਿਹਾ ਸੀ। ਕਿਉਂਕਿ ਜੇ ਕੋਈ ਸਾਹਿਤਕਾਰ ਲਿਖਦਾ ਸੀ ਤਾਂ ਉਹ ਮਲਵਈ ਭਾਸ਼ਾ ਦੇ ਨਾਲ ਨਾਲ ਨਾ ਕੇਂਦਰੀ ਭਾਸ਼ਾ ਵੱਲ ਨੂੰ ਜਾ ਵੜਦਾ ਸੀ, ਕਿਉਂਕਿ ਉਹਨੂੰ ਇਹ ਹੁੰਦਾ ਸੀ ਜੇ ਇਕੱਲੀ ਮਲਵਈ 'ਚ ਲਿਖਿਆ ਤਾਂ ਵਿਕਣੀ ਨਹੀਂ ਕਿਤਾਬ। ਸਾਡੇ ਇਹ ਵੀ ਤਾਂ ਵੇਖੋ ਸਾਹਿਤਕਾਰਾਂ ਦੀ ਇੱਕ ਸਮੱਸਿਆ ਨਾ, ਸਾਹਿਤਕਾਰਾਂ ਨਾਲੋਂ ਜ਼ਿਆਦਾ ਪਬਲਿਸ਼ਰਾਂ ਦੀ ਸਮੱਸਿਆ। ਕਹਿੰਦੇ ਐਂ ਜੇ ਕਰੋ ਜੀ ਤੁਸੀਂ ਆਹ ਇਹੋ ਜਿਹਾ ਮਾਲ ਵਿਕਦਾ। ਹਾਂ, ਆਹ ਮਾਲ ਵਿਕਦਾ। ਤੁਸੀਂ ਵੇਖ ਲਓ ਚੰਗੇ ਚੰਗੇ ਨਾਵਲਕਾਰ ਉਹਨਾਂ ਦੀ ਜਿਹੜੀਆਂ ਵਧੀਆ ਰਚਨਾਵਾਂ ਉਹਦੇ ਉੱਤੇ ਕੋਈ ਨਾ ਕੋਈ ਕੁੜੀ ਜੀ ਦੀ ਫੋਟੋ ਲੱਗ ਦਿਆ ਜਾਂ ਕੁਛ ਕਰ ਦਿੰਦੇ ਅਤੇ ਅਗਲੇ ਕਹਿੰਦੇ ਚਲ ਠੀਕ ਹੈ ਬਈ। ਇਹਨਾਂ ਗੱਲਾਂ 'ਚ ਇਹ ਫੀਚਰ ਸਾਰੇ ਨਿਕਲਦੇ ਰਹੇ। ਇੱਕ ਫਿਰ ਮੈਂ ਇਹੀ ਸੋਚ ਲਿਆ ਵੀ ਮੈਂ ਇਹੋ ਜਿਹਾ ਕੁਛ ਨਹੀਂ ਲਿਖਣਾ। ਮੈਂ ਕਹਾਣੀਆਂ ਵੀ ਲਿਖੀਆਂ, ਕੋਈ ਨਹੀਂ ਛਪਾਈ, ਕਵਿਤਾਵਾਂ ਲਿਖੀਆਂ, ਕੋਈ ਨਹੀਂ ਛਪਾਈ, ਮਤਲਬ ਗਾਂ ਕਿਤਾਬ ਨਹੀਂ ਕੋਈ ਛਪਾਈ, ਗਜ਼ਲਾਂ ਲਿਖੀਆਂ, ਕੋਈ ਕਿਤਾਬ ਨਹੀਂ ਛਪਾਈ। ਜੋ ਕੁਛ ਕਰਦਾ ਰਿਹਾ ਉਹਨਾਂ ਦਾ ਉਹਨੂੰ ਛਪਣ ਰੂਪ 'ਚ ਨਹੀਂ ਲੈਂਦਾ। ਪਹਿਲਾਂ ਤਾਂ ਰਸਾਲਿਆਂ ਅਖਬਾਰਾਂ 'ਚ ਉਹਨਾਂ 'ਚ ਦਿੰਦਾ ਰਹਿੰਦਾ ਸੀ ਮੈਂ ਕਵਿਤਾਵਾਂ ਵਗੈਰਾ। ਬਾਅਦ 'ਚ ਮੇਰਾ ਜਦੋਂ ਇੱਧਰ ਇਹ ਸਮਝ ਲਓ ਵੀ ਇੰਨਾ ਬੋਝ ਹੋ ਗਿਆ ਨਾ ਕਿ 5 ਫੀਚਰ ਜਾਂ 6 ਫੀਚਰ ਤੁਸੀਂ ਹਫ਼ਤੇ ਦੇ ਲਿਖਣੇ ਹੈ। ਨਾਲ ਤੁਸੀਂ ਕਵਰੇਜ ਕਰਨੀ ਹੈ ਫੀਲਡ 'ਚ ਕਿ ਜੇ ਕਿਤੇ ਖੇਡਾਂ ਦਾ ਵੱਡਾ ਹੋ ਰਿਹਾ, ਕੋਈ ਹੋਰ ਕਲਚਰ ਹੋ ਰਿਹਾ ਜਾਂ ਕੁਛ ਵੀ, ਉਹਦੇ 'ਚ ਜਾਓ, ਉੱਥੇ ਜਾਓ, ਉੱਥੇ ਜਾ ਕੇ ਉਹਨੂੰ ਮਾੜਾ ਮੋਟਾ ਉਹਦਾ ਕਰੋ ਕੁਛ। ਉਹਨਾਂ ਗੱਲਾਂ ਨੇ ਮੈਨੂੰ ਮਾਨਸਿਕ ਤੌਰ 'ਤੇ ਥੋੜ੍ਹਾ ਜਿਹਾ ਥਕਾਤਾ। ਫਿਰ ਮੈਂ ਸੋਚਿਆ ਵੀ ਨਹੀਂ, ਇੱਕ ਕੰਮ ਹੋਰ ਹੈ, ਇਹ ਕਿਤਾਬਾਂ ਵਾਲਾ, ਵੀ ਲੋਕ ਕਿਤਾਬਾਂ ਪੜ੍ਹਨੋਂ ਨਹੀਂ ਹਟੇ। ਮੇਰਾ ਇੱਕ ਵਿਚਾਰ ਨਾ ਆਮ ਬੰਦਿਆਂ ਤੋਂ ਉਲਟ ਹੈ, ਜਿਹੜੇ ਕਹਿੰਦੇ ਲੋਕ ਕਿਤਾਬਾਂ ਨਹੀਂ ਪੜ੍ਹਦੇ। ਮੈਂ ਕਹਿੰਦਾ ਨਹੀਂ, ਕਿਤਾਬਾਂ ਤਾਂ ਪੜ੍ਹਦੇ ਹੈ। ਦੋ ਗੱਲਾਂ ਜਿਹੜੀਆਂ ਲੋਕਾਂ ਨੂੰ ਕਿਤਾਬਾਂ ਨਾਲ ਜੁੜ ਨਹੀਂ ਦੇ ਰਹੀਆਂ, ਇੱਕ ਕਿਤਾਬ ਦਾ ਬਹੁਤ ਮਹਿੰਗੀ ਹੋਣਾ, ਦੂਜਾ ਕਿਤਾਬ ਕਿੱਥੋਂ ਲੈਣ। ਫਿਰ ਮੈਂ ਪਿੰਡਾਂ ਪੁੰਡਾਂ 'ਚ ਜਾ ਕੇ ਸਕੂਲਾਂ 'ਚ ਪ੍ਰਦਰਸ਼ਨੀਆਂ ਵੀ ਲਾਈਆਂ, ਉਹਨਾਂ ਨੂੰ ਦੱਸਿਆ ਵੀ ਥੋੜ੍ਹਾ ਮੋਟਾ ਜਿੰਨਾ ਕੁ ਦੱਸ ਸਕਦਾ ਸੀ, ਯੂਨੀਵਰਸਿਟੀਆਂ 'ਚ ਵੀ ਹੋਰ ਵੀ ਥਾਵਾਂ 'ਤੇ। ਅਤੇ ਗਰੀਬ ਤੋਂ ਗਰੀਬ ਬੱਚੇ ਆ ਜਿਹੜੇ ਉਹ ਕਿਤਾਬਾਂ ਨੂੰ ਚੁੰਬੜੇ, ਜਿਨ੍ਹਾਂ ਦੀ ਜੇਬ 'ਚ 10 ਰੁਪਈਏ ਹੈ, ਉਹ ਵੀ ਕਿਤਾਬ ਨੂੰ ਆਏ। ਮੈਂ ਅਤੇ ਸਿਮਰਨ ਗਏ ਇੱਕ ਵਾਰੀ, ਅਸੀਂ ਮੇਲਾ ਲਾਇਆ ਕਿ ਸਕੂਲ 'ਚ, ਅਤੇ ਜਦੋਂ ਬੰਨ੍ਹਣ ਲੱਗੇ ਨਾ ਸਾਰਾ ਕੁਛ ਕਿਤਾਬਾਂ ਕਾਫੀ ਵੱਡੇ, ਇੱਕ ਜਵਾਕੜੀ ਆ ਗਈ ਛੋਟੀ ਜੀ। ਉਹ ਜਵਾਕੜੀ ਆਣ ਕੇ ਕਹਿੰਦੀ ਵੀ ਮੈਂ ਤੁਹਾਡੇ ਨਾਲ ਆਹ ਕੰਮ ਕਰਾ ਦਿਆਂ ਜੀ। ਮੈਂ ਤਾਂ ਕਰਾ ਦੇ ਪੁੱਤ। ਉਹ ਕਿਤਾਬਾਂ ਇਕੱਠੀਆਂ ਘੱਟ ਕਰਾਵੇ ਅਤੇ ਉਹਨਾਂ ਨੂੰ ਵੇਖਿਆ ਤੋਲ ਕੇ, ਆਹ ਕਿਤਾਬ ਵੇਖ ਲਈ, ਆਹ ਵੇਖ ਲਈ, ਆਹ ਵੇਖ ਲਈ। ਮੈਂ ਅੰਦਾਜ਼ਾ ਲਾ ਗਿਆ ਵੀ ਬੱਚੀ ਕਿਤਾਬ ਚਾਹੁੰਦੀ ਹੈ, ਅਤੇ ਉਹ ਵੀ ਉਹਦੀ ਮਤਲਬ ਪੈਰਾਂ 'ਤੇ ਜੁੱਤੀ ਵੀ ਨਹੀਂ ਸੀ ਵਿਚਾਰੀ ਦੇ। ਮੈਂ ਆਖਿਆ ਕੋਲ ਪੈਸੇ ਤਾਂ ਹੈ ਨਹੀਂ ਗੇ। ਉਹਨੂੰ ਕਿਹਾ ਬੇਟੇ ਕਿਤਾਬ ਲੈਣੀ ਹੈ, ਕਿਹੜੀ ਲੈਣੀ ਦੱਸ। ਨਹੀਂ ਜੀ ਇਹ ਤਾਂ ਮਹਿੰਗੀਆਂ ਕਿਤਾਬਾਂ, ਮੇਰੇ ਕੋਲ ਇੰਨੇ ਪੈਸੇ ਨਹੀਂ। ਮੈਂ ਕੋਈ ਨਹੀਂ, ਸਾਡੇ ਨਾਲ ਕੰਮ ਕਰਾਇਆ ਵੇਖ, ਤੂੰ ਤਾਂ ਬਣਾਈ ਜਾਂਦੀ ਹੈ। ਕਹਿੰਦੀ ਨਹੀਂ ਜੀ ਇਹ ਤਾਂ ਮੈਂ ਆਪਦੇ ਸ਼ੌਕ ਨਾਲ ਕਰਦੀ। ਮੈਂ ਕੋਈ ਨਹੀਂ ਬੇਟੇ ਸ਼ੌਕ ਨਾਲ ਕਰਦੀ ਹੈ, ਤੂੰ ਕਿਤਾਬ ਤਾਂ ਤੂੰ ਪੜ੍ਹਨੀ ਹੈ ਨਾ, ਕਿ ਤੂੰ ਵੇਚੇਂਗੀ। ਨਹੀਂ ਜੀ ਕਿ ਪੜ੍ਹਨੀ ਹੈ। ਮੈਂ ਚੰਗਾ ਜਿਹੜੀ ਤੈਨੂੰ ਚੰਗੀ ਲੱਗਦੀ ਲੈ ਲਾ। ਉਹ ਛੋਟੀ ਕਿਤਾਬ ਬੱਚੀ ਵੇਖੋ, ਛੋਟੀ ਜੀ ਬਹੁਤ ਛੋਟੀ, ਸਿਆਣੀ ਇੰਨੀ ਵੀ ਉਹਨੇ ਉਹ ਕਿਤਾਬ ਚੱਕੀ। ਕਹਿੰਦੀ
ਪਰ ਮੇਰੇ ਕੋਲ ਪੈਸੇ ਤਾਂ ਹੈ ਨਹੀਂ, ਮੇਰੇ ਕੋਲ ਤਾਂ 10 ਰੁਪਏ ਹੀ ਹੈ। ਕਿਤਾਬ ਸੀ ਕੋਈ 50-60 ਰੁਪਏ ਦੀ ਹੋਣੀ ਹੈ, ਕਿਉਂਕਿ ਇੰਨੀਆਂ ਮਹਿੰਗੀਆਂ ਕਿਤਾਬਾਂ ਤਾਂ ਘੱਟ ਤੋਂ ਘੱਟ ਵਾਲੀਆਂ ਹੋ ਗਈਆਂ ਨਾ। ਉਹਨੇ ਕੁੜੀ ਨੇ ਕਿਤਾਬ ਮੈਨੂੰ ਕਹਿੰਦੀ ਜੀ ਆਹ ਲਓ 10 ਰੁਪਏ। ਮੈਂ ਕਿਹਾ ਨਹੀਂ ਬੇਟੇ ਰਹਿਣ ਦੇ, ਚੱਲ ਕੋਈ ਨਹੀਂ ਤੁਸੀਂ ਸਾਡੇ ਨਾਲ ਕੰਮ ਕਰਾਇਆ। ਨਹੀਂ ਜੀ ਕਹਿੰਦੀ ਇਹ 10 ਰੁਪਏ ਲੈ ਲਓ। ਮੈਂ ਕਿਉਂ? ਇਹ ਕਹਿੰਦੀ ਜੀ ਅੱਜ ਨਾ ਤੜਕੇ ਮੈਂ ਆਪਦੀ ਮਾਂ ਨੂੰ ਵੇਖਿਆ 10 ਰੁਪਏ ਉਹਨੇ ਨਾ ਮਤਲਬ ਜਿਹੜਾ ਚਾਹ ਵਾਲਾ ਡੱਬਾ ਉਹਦੇ ਥੱਲੇ ਲਕੋਏ ਸੀ, ਅਤੇ ਮੈਂ ਉਹ ਚੱਕ ਲਏ ਅਤੇ ਮੇਰੀ ਮਾਂ ਗਾਲਾਂ ਕੱਢਦੀ ਮਗਰ ਭੱਜ ਪਈ। ਨਹੀਂ ਉਤਰੇ ਦੀ ਇਹਦੀ ਤਾਂ ਪੱਤੀ ਲਿਆਉਣੀ ਹੈ, ਇਹ ਕਰਨਾ, ਪਤਾ ਨਹੀਂ ਕਹਿੰਦੀ ਕੀ ਕੁਛ ਬੋਲੀ, ਗਾਲਾਂ ਕੱਢੀ ਗਈ। ਮੈਂ ਛੂਟ ਵਰਤੀ, ਕਹਿੰਦੀ ਮੇਰੀ ਬੇਬੇ ਤੋਂ ਭੱਜਿਆ ਨਹੀਂ ਗਿਆ, ਅਤੇ ਮੈਂ ਆਣ ਕੇ ਆ ਗਈ। ਮੈਨੂੰ ਸੱਚ ਜਾਣਿਓ ਵੀ ਪਹਿਲੀ ਵਾਰ ਇਹ ਮਹਿਸੂਸ ਹੋਇਆ ਵੀ ਮੇਰਾ ਮਿਸ਼ਨ ਕਾਮਯਾਬ ਹੈ। ਜੋ ਮੈਂ ਚਾਹੁੰਦਾ ਸੀ ਉਹ ਆ ਵਾਪਰ ਗਿਆ। ਹਾਲਾਂਕਿ ਮੇਰਾ ਜੀਅ ਨਹੀਂ ਕਰਦਾ ਸੀ ਵੀ ਉਹ ਜਿਹਦੇ ਘਰੇ ਯਾਰ ਚਾਹ ਬਣਨੀ ਉਹੋ ਜਿਹੇ 10 ਰੁਪਏ ਆ ਤਾਂ, ਅਤੇ ਉਹ ਕਿਤਾਬ ਲੈ ਰਹੀ ਹੈ ਉਹਦੀ ਥਾਂ 'ਤੇ, ਚੋਰੀ ਕਰਕੇ ਲਿਆਈ ਹੈ। ਇਹ ਕੋਈ ਵਧੀਆ ਗੱਲ ਤਾਂ ਹੈ ਨਹੀਂ, ਪਰ ਦੂਜੇ ਪਾਸੇ ਵੀ ਉਹ ਬੱਚੀ ਦਾ ਸ਼ੌਕ, ਜਿਹਨੂੰ ਇਹ ਪਤਾ ਸਾਡੇ ਸਕੂਲ 'ਚ ਕਿਤਾਬਾਂ ਆਉਣੀਆਂ ਅੱਜ, ਕਿਉਂਕਿ ਦੱਸਤਾ ਸੀ ਉਹਨਾਂ ਨੇ, ਅਧਿਆਪਕਾਂ ਨੇ ਵੀ ਭਾਈ ਆਪਾਂ ਮੇਲਾ ਕਿਤਾਬਾਂ ਦਾ ਲਾਉਣਾ, ਕਿੰਨੇ ਲੈਣੀ ਹੋਈ ਤਾਂ। ਉਸ ਗੱਲ ਨੇ ਮੈਨੂੰ ਹੋਰ ਪ੍ਰੇਰਿਤ ਕਰਤਾ। ਇੱਥੇ ਵੀ ਕਈ ਵਾਰੀ ਕੋਈ ਬੱਚਾ ਇਹੋ ਜਿਹਾ ਆ ਜਾਂਦਾ ਵੀ ਉਹਦੇ ਕੋਲ ਪੈਸੇ ਪੂਸੇ ਨਹੀਂ ਹੁੰਦੇ, ਉਹ ਕਿਤਾਬਾਂ ਵੇਖੀ ਜਾਊ, ਪਤਾ ਤਾਂ ਲੱਗ ਹੀ ਜਾਂਦਾ। ਜੇ ਮੈਂ ਕਹਿ ਦਿਆਂ ਬਈ ਕੋਈ ਨਹੀਂ ਪੁੱਤ ਲੈ ਜਾ ਕਿਤਾਬ, ਨਹੀਂ ਜੀ ਅਜੇ ਨਹੀਂ, ਮੈਂ ਫੇਰ ਲੈ ਜਾਵਾਂ। ਇੱਥੇ ਅਜੀਦਾ ਪਿੰਡ ਹੈ ਇੱਕ ਬੜਾ ਮਸ਼ਹੂਰ ਆ, ਉੱਥੋਂ ਕੋਲ ਲਾਇਬ੍ਰੇਰੀ ਵਗੈਰਾ ਵੀ ਪੁਰਾਣੀ ਬਣੀ ਹੋਈ ਹੈ, ਅਤੇ ਉੱਥੇ ਇੱਕ ਵਾਰੀ ਅਸੀਂ ਦੋਨੋਂ ਆਮ ਤੌਰ 'ਤੇ ਹੁੰਦੇ ਸੀ, ਅਤੇ ਉੱਥੇ ਮੇਲਾ ਲਾਇਆ ਅਤੇ ਅਸੀਂ ਬੰਨ੍ਹ ਕੇ ਸਭ ਕੁਛ ਤੁਰਨ ਲੱਗੇ ਹਾਂ, ਅਤੇ ਇੱਕ ਬੱਚਾ ਹੌਂਕਦਾ ਹੋਇਆ ਭੱਜਿਆ ਹੋਇਆ, ਵਾਲ ਜੇ ਵਿਚਾਰੇ ਖਿਲਰੇ ਵੇ, ਅਤੇ ਮੈਂ ਤਾਂ ਸਹੁੰ ਪਾ ਲਓ ਜੀ, ਮੈਂ ਵੱਡੇ ਮਹਾਰਾਜ ਦੀ ਸਹੁੰ ਜੀ, ਮੈਨੂੰ ਤਾਂ ਆਹ ਕਿਤਾਬਾਂ ਮੈਂ ਨਹੀਂ ਲਈਆਂ, ਮੈਨੂੰ ਪਤਾ ਨਹੀਂ ਕਿਹਨੇ ਪਾ ਦਿੱਤੀਆਂ ਜੀ, ਮੈਂ ਚੋਰੀ ਨਹੀਂ ਕਰਦਾ ਜੀ, ਮੈਂ ਨਹੀਂ ਚੋਰੀ ਕਰਦਾ। ਮੈਂ ਸਾਨੂੰ ਕੋਈ ਪਤਾ ਨਹੀਂ ਗੱਲ ਕੀ ਹੈ, ਸਾਨੂੰ ਪਤਾ ਕੁਛ ਵੀ ਨਾ ਲੱਗੇ। ਉਹਨੇ ਕਿਤਾਬਾਂ ਕੱਢੀਆਂ, ਆਹ ਜੀ ਮੇਰੇ ਕਿਸੇ ਹੋਰ ਨੇ ਮੇਰੇ ਝੋਲੇ 'ਚ ਪਾ ਦਿੱਤੀਆਂ। ਮੈਂ ਕਿਹਾ ਬੇਟੇ ਰੱਖ ਲਓ, ਕੋਈ ਨਹੀਂ, ਫਿਰ ਹੁਣ ਜੇ ਪਾਤੀਆਂ ਤਾਂ ਪਾਤੀਆਂ ਸੀ, ਪੜ੍ਹ ਲਈ ਜਾ ਕੇ। ਨਾ ਜੀ ਨਾ, ਮੇਰੇ ਤਾਂ ਬਾਪੂ ਨੇ ਆਖਿਆ ਹੱਡ ਤੋੜ ਦੂੰ ਜੇ ਆਹ ਕਿਤਾਬਾਂ ਘੱਟ ਲੈ ਕੇ ਉੱਥੇ ਦੇ ਕੇ ਆ। ਉਹ ਦੇ ਗਿਆ ਜੀ। ਤੀਜੇ ਕੁ ਸਾਲ ਅਸੀਂ ਫਿਰ ਮੇਲਾ ਲਾਇਆ, ਅਤੇ ਮੈਂ ਉਹ ਜਾ ਕੇ, ਕਿਉਂਕਿ ਮੈਂ ਬੱਚਿਆਂ ਨੂੰ ਸੰਬੋਧਨ ਕਰਦਾ ਹੀ ਸੀ, ਮੈਂ ਕਿਹਾ ਮੈਂ ਕਿਉਂ ਆਇਆ। ਨਾ ਤਾਂ ਮੈਂ ਪ੍ਰਿੰਸੀਪਲ ਸਾਹਿਬ ਨੇ ਮੈਨੂੰ ਸੱਦਿਆ, ਨਾ ਕਿਸੇ ਅਧਿਆਪਕ ਨੇ ਸੱਦਿਆ, ਅਤੇ ਮੈਂ ਕਿਤਾਬਾਂ ਦਾ ਮੈਨੂੰ ਆਏ ਵੀ ਕੋਈ ਨਹੀਂ ਕੋਈ ਵਿਕਦੀ ਹੈ ਕਿ ਨਹੀਂ, ਮੈਂ ਕਿਉਂ ਆਇਆ ਇਹ ਦੱਸ ਦਿੰਦਾ ਵੀ ਇਹ ਸਕੂਲ ਦੇ ਵਿੱਚ ਆਹ ਘਟਨਾ ਵਾਪਰੀ, ਮੈਂ ਉਹ ਘਟਨਾ ਸੁਣਾਤੀ ਸਾਰੀ। ਅਸੀਂ ਮੇਲਾ ਲਾਇਆ ਅਤੇ ਪ੍ਰਿੰਸੀਪਲ ਹੌਲੀ ਦਿਨ 500 ਰੁਪਈਆ ਦੇ ਗਈ। ਮੈਂ ਜੀ ਇਹ ਕਾਹਦੇ ਵਾਸਤੇ? ਕਹਿੰਦੀ ਜੀ ਇਹ ਮੈਂ ਆ ਵੇਖੋ ਨਾ ਕੀਤਾ ਸੀਗਾ ਇਹਦਾ ਉਦਘਾਟਨ ਪ੍ਰਦਰਸ਼ਨੀ ਦਾ। ਮੈਂ ਜੀ ਤੁਸੀਂ ਇਹ ਕਿਤਾਬਾਂ ਲੈ ਲਓ। ਕਹਿੰਦੀ ਨਹੀਂ ਕਿਤਾਬਾਂ ਤਾਂ ਚਲੋ ਕੋਈ ਨਹੀਂ, ਉਹ ਅਸੀਂ ਅੱਡ ਪੈਸੇ ਦਿਆਂਗੇ। ਮੈਂ ਨਹੀਂ, ਐਂ ਨਹੀਂ ਚੱਲਣਾ, ਇਹ ਕਿਤਾਬਾਂ ਲੈ ਲਓ ਤੁਸੀਂ। ਉੱਥੇ ਫਿਰਦਿਆਂ ਬੱਚੇ ਆਈ ਗਏ, ਬੱਚੇ ਗੱਲਾਂ ਕਰਨ ਹੀ ਲੱਗ ਜਾਂਦੇ, ਪੁੱਛਣ ਲੱਗ ਜਾਂਦੇ ਹੈ। ਅਤੇ ਇੱਕ ਬੱਚਾ ਆਇਆ, ਦਾੜੀ ਉਹਦੀ ਥੋੜ੍ਹੀ ਆਪਣੇ ਇਹ ਜੌਨ ਜਿੱਡੀ, ਅਤੇ ਉਹਨੇ ਕਿਤਾਬਾਂ ਲਈਆਂ 10-15। ਹੁਣ 10-15 ਸਕੂਲ ਦਾ ਕਿਤਾਬਾਂ ਬੱਚਾ ਕਿੱਥੋਂ, ਅਜੇ ਤਾਂ ਇੱਕ ਦੀ ਆਸ ਨਹੀਂ ਰੱਖਦੇ ਵੀ ਇੱਕ ਵੀ ਲੈ ਲੂ। ਲਈਆਂ ਅਤੇ ਕਹਿੰਦਾ ਜੀ ਆ ਪੈਸੇ ਲਓ। ਕਿੰਨੇ ਬਣੇ? ਮੈਂ ਇੰਨੇ ਕੁ ਬਣੇ, ਇੰਨਾ ਛੋਟ ਦਿਆਂਗੇ ਤੈਨੂੰ। ਮੈਨੂੰ ਕਹਿੰਦਾ ਜੀ ਛੋਟ ਤਾਂ ਨਹੀਂ ਮਿਲੇਗੀ। ਮੈਂ ਕਿਉਂ? ਨਹੀਂ ਜੀ ਕਹਿੰਦਾ ਮੈਂ ਇਹ ਕਿਤਾਬਾਂ ਲੈਣੀਆਂ, ਛੋਟ ਨਹੀਂ ਲੈਣੀ। ਮੈਂ ਚੱਲ ਕਿਤਾਬਾਂ ਤੋਂ ਵੱਧ ਲੈ ਲਾ। ਉਹਦਾ ਫਿਰ ਕਹਿੰਦਾ ਛੋਟ ਹੀ ਹੋ ਗਈ। ਮੈਂ ਨਹੀਂ ਛੋਟ ਨਹੀਂ। ਕਹਿੰਦੇ ਤੁਸੀਂ ਮੈਨੂੰ ਸਿਆਣਿਆ ਨਹੀਂ। ਮੈਂ ਨਹੀਂ ਬੇਟੇ ਮੈਂ ਤਾਂ ਸਿਆਣਾ। ਕਹਿੰਦਾ ਤੁਸੀਂ ਉੱਥੇ ਇੱਕ ਮੁੰਡੇ ਬਾਰੇ ਗੱਲ ਕੀਤੀ ਸੀ, ਮੈਂ ਉਹ ਹੋਈ ਹੈ। ਹੁਣ ਕਿੱਥੇ ਦਾ ਉਹ ਮੁੰਡਾ ਜਿਹੜਾ 2 ਸਾਲ ਪਹਿਲਾਂ ਸੀ, ਵਾਲ ਜੇ ਖਿਲਰੇ ਅਤੇ ਕਿੱਥੇ ਮੁੰਡੇ 'ਤੇ ਵਧੀਆ ਪੱਗ ਪੁੱਗ ਬੰਨੀ, ਵਧੀਆ ਸੋਹਣੀ ਪਰਸਨੈਲਿਟੀ ਬਣਾਈ ਵੀ। ਮੈਂ ਕਿਹਾ ਬੇਟੇ ਮੈਂ ਤੈਨੂੰ ਸਿਆਣਿਆ ਨਹੀਂ ਸੀ। ਕਹਿੰਦਾ ਜੀ ਮੈਂ ਉਹੀ ਹੈ। ਮੈਂ ਉਦੋਂ ਦਾ ਪੈਸੇ ਜਮ੍ਹਾਂ ਕਰੀ ਜਾਂਦਾ। ਕੋਈ ਸਾਡੇ ਰਿਸ਼ਤੇਦਾਰ ਆ ਗਿਆ 10 ਦੇ ਗਿਆ, 20 ਦੇ ਗਿਆ, ਮੈਨੂੰ ਮੇਰੀ ਮਾਂ ਨੇ ਕਿਤੇ 10-20 ਦੇ ਤੇ, ਉਹ ਸਾਰੇ ਪੈਸੇ ਜਮ੍ਹਾਂ ਕਰਕੇ ਇੰਨੇ ਹੋ ਗਏ ਆ, ਅਤੇ ਮੈਂ ਲੈਣੀਆਂ ਕਿਤਾਬਾਂ ਹੀ ਆ। ਹੁਣ ਉਹ ਜੇ ਬੱਚੇ ਭਾਵੇਂ 6 ਮਹੀਨੇ ਚੈੱਕ ਮਿਲ ਜਾਂਦਾ ਹੈ, ਸਾਲ ਚੈੱਕ ਮਿਲ ਜਾਂਦਾ ਹੈ, ਆਪਣਾ ਮਿਸ਼ਨ ਕਾਮਯਾਬ ਹੈ। ਕਿਉਂਕਿ ਇਹ ਮਿਸ਼ਨ ਲੈ ਕੇ ਚੱਲੇ ਹਾਂ ਕਿ ਬੱਚਿਆਂ ਨੂੰ ਕਿਤਾਬਾਂ ਮਿਲ ਜਾਣ।
ਸੰਧੂ ਸਾਹਿਬ ਆਪਣੇ ਪੰਜਾਬੀ ਸਾਥੀ ਦੇ ਵਿੱਚ ਕਿੰਨੀਆਂ ਕਿਤਾਬਾਂ? ਇੱਕ ਤਾਂ ਮੇਰੇ ਹੱਥ ਦੇ ਵਿੱਚ ਹੈ ਲੱਖੀ ਜੰਗਲ ਦਾ ਵਿਰਸਾ। ਹਾਂਜੀ, ਇਹ ਪਹਿਲਾਂ ਤਾਂ ਛਾਪੀ ਸੀ ਜੀ ਉੱਥੇ ਆਪਣੇ ਸੱਥ ਵੱਲੋਂ ਲਾਂਬੜਾਈ। ਫਿਰ ਇਹ ਦੂਜਾ ਐਡੀਸ਼ਨ ਛਪਿਆ ਇਹਦਾ। ਹੋਰ ਕਿਹੜੀ ਇਸ ਤਰ੍ਹਾਂ ਇੱਥੇ ਬੇਟੇ ਉਹ ਲੈ ਕਰ ਚੱਕ ਕੇ ਆਪਣਾ ਬੋਲ ਜਮੂਰੇ ਬੋਲ ਇੱਥੇ ਪਈ ਹੋਣੀ ਹੈ। ਕਿੰਨੀਆਂ ਕਿਤਾਬਾਂ ਛਾਪ ਚੁੱਕੇ ਆ ਲੱਖੀ ਜੰਗਲ ਸੱਥ ਦੇ? 10 ਕੁ ਹੋ ਗਈਆਂ ਹੋਣਗੀਆਂ ਜੀ। ਅੱਛਾ, 7 ਕਿਤਾਬ ਤੇ ਕਈਆਂ ਦੇ ਤਾਂ 2-2 ਐਡੀਸ਼ਨ ਨਿਕਲ ਗਏ, ਕਈਆਂ ਦਾ ਇੱਕ ਨਿਕਲਿਆ। ਕਈ ਆ ਜਿਵੇਂ ਹੁਣ ਨਵੀਂ ਛਾਪੀ ਹੈ। ਫੜਾਇਆ ਭਾਈ ਜੀ, ਉਹ ਉੱਥੇ ਉੱਤੇ ਪਈ ਹੈ ਬੇਟੇ, ਬੋਲ ਜਮੂਰੇ ਬੋਲ। ਇਹ ਬਸ ਇੱਥੇ ਇੱਕ ਮਹਿੰਦਰ ਸਿੰਘ ਪੰਜੂ ਹੋਣਾ ਦੀਆਂ 2 ਕਿਤਾਬਾਂ ਕਹਾਣੀਆਂ ਦੀਆਂ ਛਪੀਆਂ ਸੀ। ਇਸ ਤਰ੍ਹਾਂ ਇੱਕ ਹੋਰ ਮਿੱਤਰ ਸੀ, ਉਹਨਾਂ ਨੇ ਵੀ ਅੱਛਾ ਜੀ, ਪ੍ਰੋਫੈਸਰ ਕਰਮ ਸਿੰਘ ਜੀ ਬਾਰੇ, ਉਹਨਾਂ ਬਾਰੇ ਸੀ ਇੱਕ ਕਿਤਾਬ। ਕੀ ਬਾਤ ਹੈ। ਉਹ ਸੀ। ਬਾਕੀ ਪਹਿਲਾਂ ਤਾਂ ਇੱਕ ਯੋਜਨਾ ਜੀ ਇਹ ਬਣਾਈ ਸੀ ਵੀ ਆਪਾਂ ਕਿਤਾਬਾਂ ਆਪ ਛਾਪਿਆ ਕਰਾਂਗੇ। ਪਰ ਫਿਰ ਕਿਤਾਬਾਂ ਜਿਹੜੀਆਂ ਛਪਾਈ ਤੇ ਉਹ ਸਾਰਾ ਕੁਝ ਬੜਾ ਮਹਿੰਗਾ ਹੋ ਗਿਆ। ਕਦੇ ਹਟ ਜਾਂਦੇ ਆ, ਕਦੇ ਇੱਕ ਅੱਧੀ ਕੋਈ ਦੋਸਤ ਮਿੱਤਰ ਆਉਂਦਾ ਉਹਦੀ ਛਾਪ ਦਿੰਦੇ ਆ। ਇਸ ਵਿੱਚ ਬਹੁਤ ਕਮਾਲ ਲਿਖਿਆ ਵਾ, ਜਿਹੜਾ ਸਾਰਾ ਥਾਨਾ ਵੇਰਵਾ ਦੇ ਆ। ਬੀਬੀਆਂ ਵਿੱਚੋਂ ਪਹਿਲੀ ਕਵੀਸ਼ਰ ਈਸ਼ਰ ਕੌਰ ਸੀ ਮਾਈ, ਮਾਨਸਾ ਜ਼ਿਲ੍ਹੇ ਦੀ ਜੰਮੀ ਜਾਈ, ਦਿੜਬੇ ਕੋਲ ਵਿਆਹੀ, ਸਾਹਿਬਜ਼ਾਦਿਆਂ ਦੀ ਸੀ ਉਸਨੇ ਸੋਹਣੀ ਕਥਾ ਬਣਾਈ। 1933 'ਚ ਛਾਪੇ ਕਿੱਸੇ, ਵਾਹ ਵਿਸਵੇਦਾਰਾ, ਲੱਖੀ ਜੰਗਲ ਦਾ ਵਿਰਸਾ ਬੜਾ ਨਿਆਰਾ। ਇਹ ਸਾਰੇ ਦੇ ਵਿੱਚ ਸਾਰੇ ਵੇਰਵੇ ਜਿਸ ਤਰ੍ਹਾਂ ਅੱਗੇ ਆ ਰਿਹਾ, ਗਿੱਲਾਂ ਵਾਲਾ ਮਾਘੀ ਸਿੰਘ ਸੀ ਸੋਹਣੇ ਛੰਦ ਬਣਾਉਂਦਾ, 80-90 ਪ੍ਰਸੰਗਾਂ ਨੂੰ ਪਹਿਲਾਂ ਆਪ ਸੀ ਗਾਉਂਦਾ, ਪਿੰਗਲ ਬਾਹਰੇ ਛੰਦ ਉੱਤੇ, ਪਿੰਗਲ ਬਾਹਰੇ ਛੰਦਾਂ ਉੱਤੇ ਵੀ ਸੀ ਹੱਥ ਜਮਾਉਂਦਾ, ਡੋਲੀ ਝੋਕ ਤੇ ਬੈਂਤ ਕਵਿਤ ਲਿਖਦਾ ਸੀ 2 ਤਾਰਾ। ਕਮਾਲਾਂ ਹੈ ਸਾਰੇ, ਮਤਲਬ ਕਿ ਵੇਰਵੇ ਦੇ ਵੇ ਹੈ ਇਹ ਸਾਰੀ ਕਿਤਾਬ। ਬਸ ਇੱਕ ਤਾਂ ਇਹ ਨਾ ਵੀ ਪਿੰਡਾਂ 'ਚ ਫਿਰਿਆ ਬਹੁਤ ਸੀ ਮੈਂ। ਇੱਕ ਇਹਨਾਂ ਲੋਕਾਂ 'ਚ ਮੇਰੀ ਦਿਲਚਸਪੀ ਸੀ। ਕਵਿਛਰੀ ਦੇ ਉੱਤੇ ਮੈਂ ਮੈਂ ਕਵਿਸ਼ਰੀ ਵੀ ਕਰਦੇ ਰਹੇ। ਕਵਿਛਰੀ ਮੈਂ ਆਪ ਨਾਲੋਂ ਜ਼ਿਆਦਾ ਬੱਚਿਆਂ ਨੂੰ ਜ਼ਿਆਦਾ ਕਰਾਈ ਹੈ ਸਕੂਲਾਂ ਵਾ। ਸਕੂਲ ਦੇ ਵਿੱਚ ਸਾਡੀਆਂ ਟੀਮਾਂ ਮਤਲਬ ਇੱਥੋਂ ਤੱਕ ਹੋ ਗਿਆ ਸੀ ਵੀ 12-13 ਟੀਮਾਂ ਬਣ ਗਈਆਂ ਸੀ। ਸੱਥ ਵੱਲੋਂ ਇੱਕ ਪ੍ਰੋਗਰਾਮ ਬਣਾਇਆ ਅਤੇ ਉਦੋਂ ਮੁਕਾਬਲਾ ਰੱਖਿਆ ਸੀ ਅਤੇ ਉਹਦੇ 'ਚ 9-10 ਜੱਥੇ ਤਾਂ ਮੇਰੇ ਆਪਦੇ ਸਕੂਲ ਦੇ ਸੀ। ਪੰਜਾਬ ਲੈਵਲ 'ਤੇ ਜਿੱਤੇ ਬੱਚੇ ਪਹਿਲੇ ਦੂਜੇ ਨੰਬਰ 'ਤੇ ਹੀ ਆਉਂਦੇ ਰਹੇ। ਈਬੀ ਹੋਆ ਕਵਿਸ਼ਰੀ ਸਕੂਲਾਂ ਮੇਰੇ ਖਿਆਲ ਈਬੀ ਕਰਾਵਾਂ ਸਕੂਲਾਂ ਮੈਂ ਕਵਿਸ਼ਰੀ ਹੈ। ਹਾਂ ਹੁਣ ਵੀ ਕਰਾਉਂਦੇ, ਪਰ ਹੁਣ ਮੈਂ ਤਾਂ ਕਿਤੇ ਕਾਲਜਾਂ ਕੂਲਜਾਂ ਦੇ ਬੱਚੇ ਕੋਈ ਕਹੇ ਸੱਦ ਲੈਂਦੇ, ਮੈਂ ਉੱਥੇ ਜਾ ਉਹਨਾਂ ਨੂੰ ਤਿਆਰ ਕਰਾ ਦਿੰਦਾ। ਆ ਪਿਛਲੇ 2-3 ਸਾਲਾਂ ਤੋਂ ਘਟ ਗਿਆ ਕੰਮ ਥੋੜ੍ਹਾ ਜਿਹਾ, ਕਿਉਂਕਿ ਆ ਕਰੋਨਾ ਵਗੈਰਾ ਸੀ, ਫੰਕਸ਼ਨ ਨਹੀਂ ਹੋਏ ਜਾਂ ਹੋਰ ਕੁਛ ਨਹੀਂ ਹੋਇਆ। ਇੱਕ ਬਾਤ ਮੈਨੂੰ ਲਗਾ ਵੀ ਜਿਹੜਾ ਮਾਸਟਰ ਹੈ, ਹਾਂਜੀ, ਕੱਲਾ ਮਾਸਟਰ पढ़ाने का नहीं होता, उसके अंदर एक रूह हुआ ਜਿਹੜੀ ਨਿਆਣੇ ਦੀ ਰੂਹ ਗਲ ਇੱਕ ਮਿਕ ਹੋ ਜਾ ਤਾਂ ਕੋਈ ਮੈਨੂੰ ਲੱਗਾ ਚੰਗਿਆੜਾ ਨਿਕੜਾ, ਨਹੀਂ ਤਾਂ ਬਹੁਤ ਬੰਦੇ ਹਾਜ਼ਰੀ ਲਾਉਣ ਜਾ ਰਹੇ ਹੈ। ਅਸਲ ਵਿੱਚ ਮੇਰਾ ਜਿਹੜੇ ਭਾਈ ਸਾਹਿਬ ਸੀ ਨਾ, ਇਹ ਵੀ ਅਧਿਆਪਕ ਸੀ। ਇਹਨਾਂ ਦੇ ਚੇਲੇ ਅੱਜ ਵੀ ਜਿਹੜੇ 50 ਸਾਲ ਪਹਿਲਾਂ ਪੜ੍ਹੇ ਹੋਏ ਆ, ਉਹ ਇਹਨਾਂ ਨੂੰ ਯਾਦ ਰੱਖਦੇ ਆ। ਸਾਡੀ ਫੈਮਿਲੀ 'ਚ ਇੱਕ ਸੀਗੇ, ਅਸੀਂ ਬੱਚੇ ਨੂੰ ਓਨ ਕਰ ਲੈਂਦੇ ਸੀ। ਨੁਕਸ ਵੀ ਹੁੰਦਾ, ਇਹ ਗੁਣ ਵੀ ਹੁੰਦਾ। ਕੋਈ ਵੀ ਬੱਚਾ ਜਿਹੜਾ ਓਨ ਕਰ ਲਿਆ ਨਾ, ਅਪਣਾ ਲਿਆ, ਉਹਨੂੰ ਫਿਰ ਜਿੱਥੋਂ ਤੱਕ ਉਹ ਪਹਿਲੀ ਗੱਲ ਤਾਂ ਸਟੇਜ ਵਾਲੇ ਬੱਚੇ ਭਾਲੀ ਦੇ ਸੀ। ਇੱਕ ਵਿਛਰੀ ਦਾ ਇੱਕ ਮੇਰਾ ਵੱਖਰਾ ਕੰਮ ਸੀ ਕਿ ਜਿਹੜਾ ਬੱਚਾ ਸਟੇਜ 'ਤੇ ਆਉਂਦਾ ਗਾਣੇ ਗੂਣੇ 'ਚ ਗਾਉਂਦਾ ਨਾ, ਮੈਂ ਨਹੀਂ ਲੈਂਦਾ ਸੀ, ਕਿਉਂਕਿ ਉਹ 'ਚ ਹੀਰੋਇਜ਼ਮ ਦੀ ਭਾਵਨਾ ਆ ਜਾਂਦੀ ਹੈ, ਸਿੱਖਣ ਦੀ ਭਾਵਨਾ ਘੱਟ ਜਾਂਦੀ ਹੈ। ਮੈਂ ਉਹ ਬੱਚੇ ਲੈਂਦਾ ਅਤੇ ਫਿਰ ਮੈਨੂੰ ਕੁੜੀਆਂ ਜ਼ਿਆਦਾ ਲੈਣੀਆਂ ਪਈਆਂ, ਕਿਉਂਕਿ ਕੁੜੀਆਂ ਦੀ ਆਵਾਜ਼ ਆ ਜਿਹੜੀ ਉਹਨਾਂ ਦਾ ਮਿਲਾਨ ਹੋ ਜਾਂਦਾ। ਮੁੰਡਿਆਂ ਦੀ ਆਵਾਜ਼ ਦੇ ਵਿੱਚ 9ਵੀਂ 10ਵੀਂ ਤੋਂ ਬਾਅਦ ਨਾ ਆਵਾਜ਼ ਤਬਦੀਲੀ ਆਉਂਦੀ ਹੈ, ਅਤੇ ਬੱਚੇ ਜਿਹੜੇ ਉਹਨਾਂ ਤੋਂ ਕਈ ਵਾਰੀ ਆਵਾਜ਼ ਨਹੀਂ ਮਿਲਦੀ। ਫਿਰ ਉਹ ਬੱਚਿਆਂ ਨਾਲ ਇੰਨਾ ਲਗਾਓ ਹੋ ਗਿਆ। ਉਹ ਵੀ ਕਿਸੇ ਪ੍ਰਾਈਵੇਟ ਸਕੂਲ ਨੇ ਮਿਹਣਾ ਮਾਰਿਆ ਸੀ ਕਿ ਸਰਕਾਰੀ ਸਕੂਲ ਨਾਲੇ ਉਹੀ ਚੱਕੀ ਫਿਰਦੇ, ਇਹਨਾਂ ਦੇ ਪੱਲੇ ਕੀ ਹੁੰਦਾ। ਉਹ ਫਿਰ ਮੇਰਾ ਪ੍ਰਿੰਸੀਪਲ ਸੀ ਜਿਹੜਾ ਬਾਅਦ 'ਚ CO ਵਗੈਰਾ ਬਣਿਆ, ਉਹ ਮੈਨੂੰ ਕਹਿੰਦਾ ਵੀ ਜਾਂ ਤਾਂ ਚੱਜ ਨਾ ਕਰੋ ਜਾਂ ਕਰੋ ਨਾ। ਮੈਂ ਕਿਹਾ ਜੀ ਵੀ ਮੈਂ ਤਾਂ ਕਰ ਲੂੰ, ਅੰਗਰੇਜ਼ੀ ਵਾਲੇ, ਸਾਇੰਸ ਵਾਲੇ ਅਤੇ ਮੈਥ ਵਾਲੇ ਇਹ ਤੁਹਾਡੇ ਗੱਲ ਪੈ ਜਾਣਗੇ ਵੀ ਇਹ ਸਾਰਾ ਦਿਨ ਇੱਥੇ ਗਾਉਣ ਚੱਲੀ ਜਾਂਦੇ ਜੀ, ਕਿਹਨੇ ਪੜ੍ਹਿਆ ਮੈਥ। ਉਹ ਐਂ ਕਰਦਿਆਂ ਇੱਕ ਬੱਚੇ ਨੂੰ ਮੇਰੀ ਇੱਕ ਆਦਤ ਸੀ, ਜਦੋਂ ਮੈਂ ਅਭਿਆਸ ਕਰਾਉਂਦਾ ਸੀ ਨਾ, ਸਕੂਲ ਤੱਕ ਸੀਮਿਤ ਨਹੀਂ ਰਹਿੰਦਾ ਸੀ। ਮੈਂ ਜੇ ਇੱਥੇ ਫਰਜ਼ ਕਰ ਲਓ ਗੁਰਦੁਆਰਾ ਸਾਹਿਬ 'ਚ ਕਿਤੇ ਅਖੰਡ ਪਾਠ ਦਾ ਭੋਗ ਪਿਆ ਤਾਂ ਮੈਂ ਬੱਚਿਆਂ ਨੂੰ ਖੜ੍ਹੇ ਕਰਦੇ ਹੁੰਦਾ। ਚਲੋ ਵੀ ਇੱਥੋਂ ਤੱਕ ਹੋ ਗਿਆ ਕਿ 6ਵੀਂ ਤੋਂ 12ਵੀਂ ਤੱਕ ਵਾਲਿਆਂ ਨੂੰ ਤਾਂ ਮੈਂ ਐਂ ਕਰ ਲੈਂਦਾ। ਉਦੋਂ ਇਹ ਥੱਲੇ ਇੱਕ ਪਨੀਰੀ ਤਿਆਰ ਹੋ ਗਈ। ਉਹ ਪਨੀਰੀ ਨੇ ਕੀ ਜਾਣਾ, ਧੱਕੇ ਨਾ ਜਾ ਕੇ ਨਾ ਕੁੜੀਆਂ ਨੇ, ਜਿਵੇਂ ਹੁਣ ਕਿਸੇ ਦੇ ਘਰੇ ਅਖੰਡ ਪਾਠ ਦਾ ਭੋਗ ਪਿਆ,
ਉਹਨਾਂ ਨੇ ਜਾ ਕੇ ਜਿਹੜਾ ਵੀ ਸਟੇਜ 'ਤੇ ਜਾਂ ਗਿਆਨੀ ਜਾਂ ਕੋਈ ਵੀ ਹੋਣਾ ਉਹਨੂੰ ਕਹਿੰਦੇ ਜੀ ਅਸੀਂ ਛੰਦ ਲਾਉਣਾ ਜੀ। ਹੁਣ ਕੀ ਆਖੇ ਬੱਚਿਆਂ ਨੂੰ, ਕੀ ਆਖੂ ਕੋਈ? ਉਹ ਕਹਿੰਦੇ ਲਾ ਲਓ ਭਾਈ। ਉਹਨਾਂ ਨੇ ਛੰਦ ਲਾ ਦੇਣਾ, ਉਹਨਾਂ ਨੂੰ 100 200 400 ਰੁਪਈਆ ਬਣ ਜਾਣਾ। ਉਹਨਾਂ ਸਾਰੇ ਬੱਚਿਆਂ ਦਾ ਖਰਚਾ ਪਾਣੀ ਜਿਹੜਾ ਜਿੰਨਾ ਚਿਰ ਪੜ੍ਹੇ ਹੈ ਉਹ ਕੋਈ ਚੀਜ਼ 'ਚ ਚੱਲਦਾ ਰਿਹਾ, ਆਪੇ ਹੀ ਕਰਦੇ ਰਹੇ। ਕਮਾਲ ਸੀ ਕਵਿਸ਼ਰੀ। ਮੈਂ ਸੁਣਿਆ ਵੀ ਜੇ ਬਾਬੂ ਰਾਜਬਲੀ ਉਹਨੇ 1965 ਦੀ ਉਹਨਾਂ ਸਮੇਂ 'ਚ ਆਏ ਤੇ ਉਰੇ, ਹਾਂਜੀ ਹਾਂਜੀ, ਕਹਿੰਦੇ ਵੀ 100 ਜਥਾ ਆਇਆ ਵਾ ਤਾਂ 100 ਜਥਾ ਕਵਿਸ਼ਰੀ का, मालवे की कविश्री का एड्डा बड़ा मतलब कि हो रहा है। ਬਾਬੂ ਜੀ ਚੌਂਕੜੀ ਮਾਰ ਕੇ ਬਹਿ ਗਏ। ਜਿੰਨਾ ਚਿਰ ਉਹ ਚੱਲਦਾ ਰਹਿੰਦਾ ਸਾਰੇ ਦਿਨ ਦਾ ਸਮਾਗਮ, ਬਾਬੂ ਜੀ ਉਵੇਂ ਹੀ ਬੈਠੇ ਹੁੰਦੇ ਸੀ। ਅੱਛਾ। ਨਹੀਂ ਤਾਂ ਉਦੋਂ ਬਿਰਧੀ ਸੀਗੇ ਉਹ, ਪਰ ਇਹ ਨਹੀਂ ਸੀ ਕਿ ਬਾਬੂ ਜੀ ਕਦੇ ਆਏ ਲੱਤ ਜੀ ਕਰ ਲਈ, ਕਦੇ ਆਪਾਂ ਜੇ ਬੈਠਣਾ ਹੋਵੇ ਮੈਂ ਤਾਂ ਸੌਰੀ ਕਰੂੰਗਾ, ਇੱਥੇ ਬੈਠੇ ਵੀ ਆਪਾਂ ਕਰੀ ਜਾਂਦੇ। ਉਹ ਨਹੀਂ ਇਹ ਕਰਦੇ ਸੀ। ਦੂਜੀ ਗੱਲ, ਉਹਨਾਂ ਨੂੰ ਉਸ ਵਿੱਚ ਮਾਲਵੇ ਦੇ ਵਾਰਿਸ਼ਾ ਕਿਹਾ ਜਾਂਦਾ ਹੈ। ਮਾਲਵੇ ਦੀ ਰੂਹ, ਮਾਲਵੇ ਦੇ ਪਿੰਡ ਪਿੰਡ ਬਾਰੇ ਇੰਨਾ ਕੁਝ ਜਾਣਦੇ ਸੀ। ਇੱਕ ਦਿਨ ਅਸੀਂ ਗਏ ਉੱਥੋਂ, ਉਹਨਾਂ ਦੀ ਥਵੇਂ ਦੇਖਿਆ ਬਾਬੂ ਜੀ ਨੂੰ? ਹਾਂਜੀ, ਬਾਬੂ ਜੀ ਨੂੰ ਨਹੀਂ ਬਾਬੂ ਜੀ ਨੂੰ ਮੈਂ ਉਦੋਂ ਹੀ ਦੇਖਿਆ ਬਸ ਇੱਕ ਵਾਰੀ, ਜਦੋਂ ਆਏ ਤੇ 65 ਵੇਲੇ। ਅੱਛਾ, ਦਰਸ਼ਨ ਸਾਹੋ ਕੇ ਪਿੰਡ ਹੈ ਨਾ, ਸਾਹੋ ਕੇ ਪਤਾ ਪਿੰਡ, ਉੱਥੇ ਆਏ ਸੀ। ਇੱਕ ਵਾਰੀ ਦਰਸ਼ਨ ਹੋਏ ਤੇ ਮੈਂ ਉਹਨਾਂ ਦੀ ਕਵਿਸ਼ਰੀ ਦਾ ਕਿਉਂ ਇੰਨਾ ਹੋਇਆ ਕਿ ਸਾਡੇ ਪਿੰਡ 'ਚ ਉਹਨਾਂ ਦਾ ਇੱਕ ਜੱਥਾ ਸੀ, ਜਿਹੜਾ ਪਹਿਲਾ ਜੱਥਾ ਸੀ, ਉਹ ਸਾਡੇ ਪਿੰਡ 'ਚ ਇੱਕ ਬਰਸੀ 'ਤੇ ਆਉਂਦਾ ਹੁੰਦਾ ਸੀ। ਅਤੇ ਇੱਕ ਸਾਡੇ ਪਿੰਡ ਨਾਥਾਂ ਦਾ ਮੋਸ਼ਾ ਬਣਾਉਂਦੇ ਸੀ, ਮੋਸ਼ਾ ਲਾਉਂਦੇ ਸੀ, ਬਰਸੀ ਹੁੰਦੀ ਹੈ ਬਰਸੀ। ਉਦੋਂ ਫਿਰ ਉਹ ਆਉਂਦੇ, ਬਸੰਤ, ਰੁਲਦੂ ਅਤੇ ਮੁਖਤਿਆਰ, ਤਿੰਨਾਂ ਦਾ ਜੱਥਾ ਸੀ। ਉਹ ਬਾਬੂ ਜੀ ਦੇ ਜਿਹੜੇ ਪਿੰਗਲੋਂ ਬਾਰੇ ਛੰਦ ਸੀ ਨਾ, ਵੈਸੇ ਤਾਂ ਮੇਰੇ ਨਾਨਕੇ ਰਾਮੂ ਵਾਲੇ ਕਰਨੈਲ ਸਿੰਘ ਹੋਣੀ ਸਾਡੇ ਪਿੰਡ ਆਉਂਦੇ ਰਹੇ ਅਤੇ ਮੈਂ ਉਹਨਾਂ ਦਾ ਸੁਣਦਾ ਰਿਹਾ ਸਾਰਾ, ਪਰ ਮੈਨੂੰ ਜਿਹੜਾ ਆਨੰਦ ਬਾਬੂ ਜੀ ਦੀ ਕਵਿਸ਼ਰੀ 'ਚ ਆਇਆ, ਖਾਸ ਕਰਕੇ ਜਦੋਂ 72 ਕਲਾ ਲੱਗਦੀ, ਇੱਕ ਥੋੜ੍ਹਾ ਜਿਹਾ ਉਦੋਂ ਕਾਮਰੇਡੀ ਕੀੜੇ ਸੀ ਅਤੇ ਉਦੋਂ 5 ਪਿਸਤੌਲਾਂ ਵਾਲੇ ਕਰਦੇ ਫੈਰ ਫਰੰਗੀ, ਅਤੇ ਜਾਂ ਸੁਨਸਾਨ ਛਾਉਣੀਆਂ ਜੀ, ਰੌਣਕਾਂ ਘਟੀਆਂ ਹੋਣ, ਬੰਦ ਹਟੀਆਂ ਹੋਣ। ਬਾਬੂ ਜੀ ਦਾ ਛੰਦ ਚੰਗਾ, ਆਮਦਾ ਆਨੰਦ ਚੰਗਾ, ਹਾਂਜੀ, ਲਾਉਂਦਾ ਸੋਹਣੀ ਨੁੱਕ 'ਚ। ਉਹ ਜਿਹੜੀਆਂ ਪਿੰਗਲੋਂ ਬਾਹਰੇ ਛੰਦ ਸੀ ਨਾ, ਉਹ ਜਦੋਂ ਉਹ ਗਾਉਂਦੇ ਤਾਂ ਉਹ ਬੜਾ ਹੈਰਾਨ ਜਿਹਾ ਹੋਈਦਾ ਵੀ ਇਹਦੀ ਤਰਜੀ ਵੱਖਰੀ ਹੈ। ਉਹ ਸਿੱਖਦਿਆਂ ਫਿਰ ਸਕੂਲ 'ਚ ਮੇਰੇ ਕੰਮ ਆਇਆ। ਕੁਛ ਤਾਂ ਮੈਂ ਆਪ ਬੱਚਿਆਂ ਨੂੰ ਤਿਆਰ ਕਰਾਉਂਦਾ, ਫਿਰ ਇੱਕ ਅੱਧਾ ਕਵਿਸ਼ਰ ਪੁਰਾਣਾ ਫੜ ਲਿਆਉਂਦਾ। ਇੱਕ ਬਾਬਾ ਚੰਗੇੜਾ ਸੀ, ਉਹ ਵੀ ਚੰਗੇੜੇ ਕੱਢੀ ਸੀ। ਇਹਦਾ ਸਿਰਾ ਵੀ ਬਾਬਾ ਚੰਗੇੜਾ ਵੀ ਤਾਂ ਕੋਈ, ਹਾਂ, ਸਾਧੂ ਸਿੰਘ ਚੰਗੇੜਾ ਸੀ ਉਹਨਾਂ ਦਾ ਨਾਮ। ਇੱਥੇ ਮੈਂ ਨੇ ਲਿਖਿਆ ਪੜਿਆ, ਪਤਾ ਨਹੀਂ ਕਿਤੇ ਸ਼ਾਇਦ ਉਹਨਾਂ ਦਾ ਇੱਥੇ ਕਿਵੇਂ ਉਹ ਉੱਥੇ, ਹਾਂ ਇੱਥੇ ਕਿਹਨੂੰ ਪੜਿਆ ਕਿਤੇ ਲਿਖਿਆ ਵਾ ਚੰਗਿਆੜਾ ਸ਼ਬਦ। ਹਾਂ, ਇੱਥੇ ਹਰਮਨ ਇੱਧਰ ਹੋਈ ਪੜ੍ਹ ਜਾ ਦੇਖੀ, ਤੀਜੇ 'ਚ ਸਾਧੂ ਸਿੰਘ ਚੰਗਿਆੜਾ ਲਿਖਿਆ ਵਾ। ਹਾਂਜੀ ਹਾਂ, ਇਹਨਾਂ ਦਾ ਸਨਮਾਨ ਵੀ ਕੀਤਾ ਸੀ। ਉਹ ਹੁਣ ਤਾਂ ਪਿਛਲੇ ਸਾਲ ਕਰੋਨਾ ਜੇ ਵੇਲੇ ਉਦੋਂ ਚੱਲ ਵਸੇ। ਸੋ ਮੈਨੂੰ ਲੱਗਾ ਤੱਤ ਸਾਰੇ ਉਹ ਹੈ ਵੀ ਸਾਡੀ ਜ਼ਿੰਦਗੀ ਮੈਂ ਪੂਰੇ ਚੰਗਿਆੜੇ ਕੱਢੇ, ਆਨੰਦ ਲਿਆ ਯਾਰ। ਉਹ ਜਿਹੜਾ ਡੇਰਾ ਹੈ ਕਿਤਾਬਾਂ ਵਾਲਾ, ਉੱਧਰ ਜਿਹੜਾ ਹੈਗਾ ਬਾਬੇ ਬਾਬੂ ਰਾਜਬਲੀ, ਕਵਿਸ਼ਰ ਮਾਘੀ ਸਿੰਘ ਗਿੱਲ, ਦਮੋਦਰ ਸ਼ਾਹ ਮੁਹੰਮਦ, ਹਾਸ਼ਮ ਸ਼ਾਹ, ਕੋਈ ਹੈ ਹੀ ਨਹੀਂ ਜਿਹੜਾ ਨਹੀਂ ਹੈ। ਇਹ ਕਦ ਸ਼ੁਰੂ ਕਰ ਲਿਆ ਸ਼ੁਰੂ ਸਾਡਾ, ਫਿਰ ਵੀ ਆਨੰਦ ਲੈ ਰਹੇ ਹਾਂ ਪੂਰਾ। ਇਹ ਮੈਂ 9 ਦੇ ਵਿੱਚ ਰਿਟਾਇਰ ਹੋ ਗਿਆ ਸੀ, ਅਤੇ 9 ਤੋਂ ਪਹਿਲਾਂ ਮੈਨੂੰ ਇਹ ਜਾਣਾ ਪਿਆ ਕੇਰਲਾ। ਮੈਂ ਕਈ ਗੇੜੇ ਕੱਢੇ, ਅਤੇ ਉੱਥੇ ਨਾ ਇੱਕ ਵਾਰੀ ਆ ਗੱਲ ਚੱਲ ਪਈ ਵੀ ਪੰਜਾਬ ਆ ਜਿਹੜਾ, ਇਹਦੇ ਕੋਲ ਸਹੂਲਤਾਂ 'ਤੇ ਪੜ੍ਹਦਾ ਕਿਉਂ ਨਹੀਂ, ਅਤੇ ਜਿਹੜਾ ਹੈਗਾ ਕੇਰਲਾ ਇਹ ਬਿਨਾਂ ਸਹੂਲਤਾਂ ਤੋਂ ਪੜ੍ਹੀ ਜਾਂਦਾ, ਗੱਲ ਕੀ ਹੈ? ਉਹ ਮਿੱਤਰ ਮੇਰਾ ਮੈਨੂੰ ਕਹਿੰਦਾ ਵੀ ਜਵਾਬ ਦੇ ਦੇ ਇੱਕੋ ਗੱਲ 'ਚ ਹੀ, ਤੁਸੀਂ ਕਹਿੰਦਾ ਅੰਗਰੇਜ਼ਾਂ ਤੋਂ ਸ਼ਰਾਬ ਲੈ ਲਈ, ਅਸੀਂ ਕਿਤਾਬ ਲੈ ਲਈ। ਕਿਆ ਬਾਤ ਹੈ। ਮੈਂ ਨਹੀਂ ਯਾਰ, ਇਹ ਤਸੱਲੀ ਨਹੀਂ ਹੋਈ। ਫਿਰ ਕਹਿੰਦਾ ਮੇਰੇ ਘਰੇ ਆ ਜਾਓ, ਤਸੱਲੀ ਕਰਾ ਦੂੰ। ਉਹ ਨਾਲ ਦੇ ਮੇਰੇ ਕਹਿੰਦੇ ਐਵੇਂ ਨੰਬਰ ਬਣਾਉਂਦਾ ਹੈ, ਘਰੇ ਸੱਦ ਕੇ ਨੇ, ਹੋਰ ਆਪਾਂ ਤੋਂ ਕੀ ਲੈਣਾ। ਮੈਂ ਕਿਹਾ ਯਾਰ ਫਿਰ ਵੀ ਆਪਾਂ ਗੱਲ ਚਲੋ ਜੋ ਕਿਹਾ ਉਹਨੇ, ਚੱਲ ਵੜਦੇ ਹਾਂ। ਜਦੋਂ ਅਸੀਂ ਘਰੇ ਗਏ ਅਤੇ ਉਹਨੇ ਜੀ ਚੜ੍ਹਿਆ ਇੱਕ ਦਰਖਤ ਜੇ 'ਤੇ ਸਾਨੂੰ ਤੋੜ ਕੇ ਉਹਨੇ ਪਹਿਲਾਂ ਨਾਰੀਅਲ ਨੂੰ ਖਵਾਏ, ਉਹਦੇ ਘਰੇ ਲੱਗੇ ਪਏ ਸੀ। ਫਿਰ ਉਹ ਕਹਿੰਦਾ ਵੀ ਆ ਜਾਓ, ਕਮਰੇ 'ਚ ਲੈ ਗਿਆ। ਕਹਿੰਦਾ ਇਹ ਮੇਰੇ ਪਾਪਾ ਦੀ ਕੁਰਸੀ ਆ, ਵੱਡੀ ਸਾਰੀ ਕੁਰਸੀ, ਆਰਾਮ ਕੁਰਸੀਆਂ ਜਿਵੇਂ ਆਪਣੇ ਹੁੰਦੀਆਂ, ਇੱਥੇ ਕਹਿੰਦਾ ਉਹ ਬੈਠ ਕੇ ਪੜ੍ਹਦੇ ਹੈ। ਅਸੀਂ ਆਖਿਆ ਵੀ ਪਾਪਾ ਦੀ ਕੁਰਸੀ ਹੋਰ ਨਹੀਂ ਕੋਈ ਪੜ੍ਹਦਾ? ਨਹੀਂ ਜੀ, ਕਹਿੰਦਾ ਇਹ ਉਹਨੇ ਲਾਇਬ੍ਰੇਰੀ ਹੈ, ਇਹ ਉਹੀ ਪੜ੍ਹਦੇ ਇੱਥੇ, ਉਹਦੀ ਲਾਇਬ੍ਰੇਰੀ। ਅਸੀਂ ਇੱਕ ਦੂਜੇ ਕਨੀ ਵੇਖ ਕੇ, ਮੇਰਾ ਇੱਕ ਸਾਥੀ ਬੋਲਿਆ, ਕਹਿੰਦਾ ਇਹ ਤੋਂ ਵੱਧ ਕਿਤਾਬਾਂ ਤਾਂ ਮੇਰੇ ਕੋਲ ਵੀ ਹੈਗੀਆਂ ਯਾਰ। ਉਹ ਕਹਿੰਦਾ ਮੈਂ ਕਦੋਂ ਕਹਿੰਦਾ ਤੁਹਾਡੇ ਕੋਲ ਕਿਤਾਬਾਂ ਨਹੀਂ, ਤੁਸੀਂ ਤਾਂ ਅਧਿਆਪਕ ਹੈ। ਮੇਰੇ ਪਾਪਾ ਪੁਲਿਸ ਦੇ ਵਿੱਚ DSP ਸੀ। ਫਿਰ ਉਹ ਜੀ ਉਹਦੀ ਮਾਂ ਦੇ ਕਮਰੇ 'ਚ ਲੈ ਗਿਆ, ਅਤੇ ਮਾਂ ਉਹਦੀ ਵੈਸੇ ਮੰਜੇ 'ਚ ਬਿਮਾਰ ਪਈ ਸੀ। ਉੱਥੇ 300-400 ਕਿਤਾਬ ਉਹਦੀ ਲਾਇਬ੍ਰੇਰੀ 'ਚ।
ਮਾਂ ਦੀ। ਮਾਂ ਦੀ। ਫਿਰ ਉਹ ਆਪਦੀ ਭੈਣ ਦੇ ਕਮਰੇ 'ਚ ਲੈ ਕੇ, ਉਹ ਡਾਕਟਰ ਸੀ, ਡਿਊਟੀ 'ਤੇ ਗਈ ਵੀ ਸੀ। ਉੱਥੇ ਮੈਨੂੰ ਲੱਗਦਾ 500 ਕਿਤਾਬ ਹੋਣੀ ਹੈ। ਮੈਂ ਕਿਹਾ ਵੀ ਇਹ ਤਾਂ ਉਹਦੀ ਮੈਡੀਕਲ ਲਾਈਨ ਦੀਆਂ ਹੋਣੀਆਂ। ਨਹੀਂ ਨਾ, ਇਹ 'ਚ ਕਹਿੰਦਾ 200 ਤੋਂ ਵੱਧ ਕਿਤਾਬ ਨਹੀਂ ਉਹਦੀ ਮੈਡੀਕਲ ਲਾਈਨ ਦੀ, ਬਾਕੀ ਸਾਡੀਆਂ ਮਲਿਆਲਮ ਦਾ ਸਾਹਿਤ ਹੈ, ਲਿਟਰੇਚਰ ਸਾਡਾ। ਫਿਰ ਆਪਦੇ ਕਮਰੇ 'ਚ ਲੈ ਗਿਆ। ਉਹ ਚਿੱਤਰਕਾਰ ਸੀ। ਉੱਥੇ ਤਾਂ ਫਿਰ ਮੈਨੂੰ ਲੱਗਦਾ ਵੀ ਚਾਰੇ ਪਾਸੇ ਕਿਤਾਬਾਂ ਹੀ ਕਿਤਾਬਾਂ ਸੀ। ਉਹਨੇ ਐਂ ਗੱਲਾਂ ਕਰਦਿਆਂ ਕਹਿੰਦਾ ਵੀ ਤੁਹਾਡੇ ਸ਼ਹਿਰ 'ਚ ਕਿਤਾਬਾਂ ਦੀਆਂ ਕਿੰਨੀਆਂ ਦੁਕਾਨਾਂ? ਮੈਂ 1-2 ਹੋਣਗੀਆਂ। ਕਿੰਨੀ ਆਬਾਦੀ ਹੈ? ਆਬਾਦੀ ਹੈਗੀ ਹੈ 2-2.5 ਲੱਖ। ਕਹਿੰਦਾ ਮੇਰਾ ਸ਼ਹਿਰ ਤਰਵਿੰਦਰਮ ਹੈ ਨਾ ਜਿਹੜਾ, ਇਹ 'ਚ ਸਾਡੀ ਜਿਹੜੀ ਤਾਂ ਆਪਣੀ ਹੈਗੀ ਹੈ ਮਲਿਆਲਮ ਦੇ ਲਿਟਰੇਚਰ ਦੀਆਂ ਕਿਤਾਬਾਂ ਜਿਹੜੀਆਂ, ਇਹ ਘੱਟ ਤੋਂ ਘੱਟ 100 ਹੈ। 100 ਦੁਕਾਨਾਂ? ਹਾਂ। ਅਤੇ ਕਹਿੰਦਾ ਤੁਸੀਂ ਕਦੇ ਵੇਖਿਆ ਜਾਓ ਸਾਡੇ ਬੰਦੇ ਕਿਤਾਬ ਨਾਲ ਜੁੜੇ ਹੋਣਗੇ। ਸਾਡੇ ਕਹਿੰਦੇ ਸਨਮਾਨ ਵੀ ਇੱਕ ਵੱਖਰੀ ਕਿਸਮ ਦਾ ਹੁੰਦਾ ਹੈ। ਸਾਡੇ ਕੋਈ ਫਿਲਮ ਲੱਗੀ ਹੋਵੇ, ਮਾੜੀ ਹੋਵੇ, ਚੰਗੀ ਹੋਵੇ, ਜੇ ਮਲਿਆਲਮ ਦੀ ਫਿਲਮ ਹੈ ਨਾ, ਉਹ ਹਾਊਸ ਬੁੱਕ ਹੀ ਹੁੰਦਾ। ਅਸੀਂ ਆਪਦੀ ਬੋਲੀ ਨੂੰ ਪਰਨਾਏ ਹੋਏ ਲੋਕ ਹਾਂ। ਕੀ ਬਾਤ ਹੈ। ਉਸ ਗੱਲ ਤੋਂ ਮੈਨੂੰ ਐਂ ਲੱਗਾ ਯਾਰ ਕਿਤਾਬਾਂ ਦੀ ਦੁਕਾਨ ਤਾਂ ਹੋਣੀ ਚਾਹੀਦੀ ਹੈ। ਮੈਨੂੰ ਲੋਕਾਂ ਨੇ ਬੜਾ ਆਖਿਆ, ਹੁਣ ਜੇ ਮੈਂ ਦੁਕਾਨ ਕਿਰਾਏ 'ਤੇ ਦੇਣੀ ਹੋਵੇ 35-40 ਹਜ਼ਾਰ ਰੁਪਈਆ ਤਾਂ ਆ ਸਕਦਾ। ਲੋਕ ਮੈਨੂੰ ਕਮਲਾ ਵੀ ਕਹਿੰਦੇ ਵੀ ਉਹ ਹੈ ਪਾਗਲ ਬੰਦਾ ਹੈ ਇਹਨੂੰ ਕੋਈ ਵੀ ਉਹ ਕੰਮ ਕਰਦਾ ਜਿਹਦੇ 'ਚ ਵੱਟ ਤਾਂ ਕੁਛ ਨਹੀਂ। ਪਰ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਜਿਹੜੀ ਵੱਟ ਇੱਥੋਂ ਮਿਲਦੀ ਹੈ, ਉਹ ਇੱਥੋਂ ਹੀ ਮਿਲ ਸਕਦੀ ਹੈ। ਜਿਹੜਾ ਆਨੰਦ ਇੱਥੇ ਆ ਸਕਦਾ ਉਹ ਇੱਥੋਂ। ਤੁਸੀਂ ਹੁਣ ਵੇਖੋ, ਤੁਸੀਂ ਆਏ ਹੈ, ਤੁਹਾਨੂੰ ਕੋਈ ਮਾੜਾ ਮੋਟਾ ਮਹਿਸੂਸ ਹੋਇਆ ਵੀ ਬੋਰੀਅਤ ਹੈ ਜਾਂ ਕੁਛ? ਇੱਥੇ ਜਿੱਧਰ ਨੂੰ ਤਰਫੋਂ ਕਿਤਾਬ ਪਈ ਹੈ, ਮੈਂ ਤਾਂ ਦੇਖ ਕੇ ਕਿਹਾ, ਮੈਂ ਕਿਹਾ ਇਹ ਤਾਂ ਸਿਰਾ ਹੈ। ਜਦੋਂ ਕੋਈ ਮਰਜ਼ੀ ਚੱਕੋ ਪੜ੍ਹ ਲਓ। ਫਿਰ ਇੱਥੇ ਇਹੋ ਜਿਹੇ ਵੀ ਬੱਚੇ ਕੋਈ ਵੀ ਆ ਜਾਂਦੇ ਜਿਨ੍ਹਾਂ ਕੋਲ ਨਹੀਂ ਪੈਸੇ ਹੁੰਦੇ, ਅਸੀਂ ਬੈਠ ਕੇ ਪੜ੍ਹ ਲਓ ਭਾਈ, ਆ ਜਾਂਦੇ ਇਹੋ ਜਿਹੇ ਵੀ। ਪਰ ਉਹ ਨਿਗਾਹ ਬਹੁਤ ਰੱਖਣੀ ਪੈਂਦੀ ਹੈ, ਕਿਉਂਕਿ ਇਹ ਸ਼ਹਿਰ ਹੈ ਜਿਹੜਾ ਅੱਜ ਕੱਲ੍ਹ ਹੋਰ ਕਿਸਮ ਦਾ ਬਣ ਗਿਆ। ਇੱਥੇ ਆਈਲੈਟ ਵਾਲੇ ਬਹੁਤ ਆਉਂਦੇ ਜਾਂਦੇ ਹੈ, ਅਤੇ ਉਹਨਾਂ ਤੋਂ ਖਤਰਾ ਵੀ ਹੁੰਦਾ ਵੀ ਮੁੰਡਾ ਕੁੜੀ ਬੈਠ ਕੇ ਹੋਰ ਕੋਈ ਪੁੱਠੀਆਂ ਸਿੱਧੀਆਂ ਗੱਲਾਂ ਨਾ ਕਰਨ। ਪਰ ਜੋ ਆਨੰਦ ਆ ਰਿਹਾ, ਇੱਕ ਮਿਸ਼ਨ ਹੈ। ਉਹ ਮਿਸ਼ਨ ਦੇ ਵਿੱਚ ਵੇਖੋ, ਜੇ ਆਪਾਂ ਇਹ ਕਹੀਏ ਵੀ ਮੁਨਾਫੇ ਪੈਸਿਆਂ ਦੇ ਰੂਪ 'ਚ ਹੋਵੇ, ਤਾਂ ਕੋਈ ਮਿਸ਼ਨ ਨਹੀਂ ਪੈਸਿਆਂ ਵਾਸਤੇ ਹੁੰਦਾ। ਇੱਥੇ ਤਾਂ ਇੱਕ ਆਨੰਦ ਹੈ ਪੜ੍ਹਾਈ। ਜਿਹਨੇ ਪੜ੍ਹਨਾ, ਇੱਥੋਂ ਅੱਗੇ ਕੌਣ ਆਉਂਦਾ ਹੈ ਜਿਹਨਾਂ ਕਿਤਾਬ ਨਾਲ ਕੋਈ ਸੰਬੰਧ ਹੈ? ਘੱਟੋ ਘੱਟ ਸਿਆਣੇ ਲੋਕ ਤਾਂ ਆਉਂਦੇ, ਗੱਲ ਵੀ ਕਰਦੇ ਕਿਤਾਬ ਬਾਰੇ। ਆਪਾਂ ਵੀ ਮੋੜ ਘੋੜ ਕੇ ਕਿਤਾਬ 'ਤੇ ਫੇਰ ਆ ਜਾਂਦੇ। ਬਹੁਤ ਵਧੀਆ ਚੰਗਿਆੜਾ ਸੰਧੂ ਸਾਹਿਬ। ਕੋਈ ਹੋਰ ਬਾਤ ਰਹਿ ਤਾਂ ਨਹੀਂ ਗਈ? ਮੇਰੇ ਖਿਆਲ ਹੈ ਵੀ ਜੇ ਐਂ ਗੱਲਾਂ ਕਰੀ ਗਏ, ਮੈਂ ਆ ਰੇਡੀਓ ਦਾ ਬੰਦਾ, ਮੈਂ ਤੁਹਾਨੂੰ ਤਾਂ ਪਹਿਲਾਂ ਟਾਈਮ ਪੁੱਛਿਆ ਵੀ ਮੁੱਕਣੀਆਂ ਨਹੀਂ। ਟਾਈਮ ਪੁੱਛਿਆ ਸੀ ਤੁਹਾਨੂੰ, ਕਿਉਂਕਿ ਜ਼ਿੰਦਗੀ ਦਾ ਤਜਰਬਾ ਜਿਹੜਾ ਵੀ ਘੱਟੋ ਘੱਟ ਵੀ 55 ਸਾਲ ਤੋਂ ਤਾਂ ਮੈਂ ਸਿੱਧੇ ਰੂਪ 'ਚ ਕਿਤਾਬਾਂ ਨਾਲ ਜੁੜਿਆ। ਉਦੋਂ ਪਹਿਲਾਂ ਬਚਪਨ 'ਚ ਜਿਹੜੀਆਂ ਪੜ੍ਹ ਲਈਆਂ 5ਵੀਂ, 4ਥੀ, 3 'ਚ, ਉਹ ਪਤਾ ਨਹੀਂ ਕਿੰਨੀਆਂ ਸੀ। ਨਹੀਂ, ਇੱਕ ਉਹ ਆਪਣੇ ਪਾ ਹੋਆ ਨਾ, ਤੁਹਾਨੂੰ ਪਤਾ ਹੀ ਹੈ, ਇੱਕ ਉਹ ਗੰਡਾਸਾ ਹੋਆ, ਫਿਰ ਆਪਾਂ ਉਸ ਤਾਂ ਗੰਡਾਸਾ ਮਾਰ ਕੇ ਛੋਟਾ ਵੀ ਕਰ ਲਿਆ ਕਰਾਂ। ਹਾਂ। ਨਹੀਂ, ਉਹ ਇਸੇ ਕਰਕੇ ਨਾ ਵੀ ਉੱਥੇ ਸਮਾਂ ਹੁੰਦਾ। ਜੇ ਰੇਡੀਓ 'ਚ ਆਪਾਂ ਗੱਲ ਕਰਨੀ ਹੈ ਤਾਂ 9.5 ਮਿੰਟ ਆ ਮੇਰੇ ਕੋਲ, ਅਤੇ ਮੈਂ 9 ਮਿੰਟਾਂ 'ਚ ਖ਼ਤਮ ਕਰਨੀ ਹੈ। ਇੱਥੇ ਜਦੋਂ ਸੀਮੀਐਲ ਚੈਨਲ 'ਤੇ ਕਰਨਾ ਹੁੰਦਾ, ਉਦੋਂ ਕੁੱਲ 15 ਮਿੰਟ, ਉਹਦੀ ਐਡੀਟਿੰਗ ਕਰਕੇ 10 ਮਿੰਟ। ਜੇ ਮੈਂ ਉਹ ਦੂਜੇ ਹੋਰ ਕਿਸੇ ਵੀ ਨਾਲ ਕੀਤੀ ਗੱਲ, ਤਾਂ ਉਹ ਬਸ 10 ਤੋਂ 15 ਮਿੰਟ ਹੁੰਦੇ ਆ। ਉਹਦਾ ਤੁਸੀਂ ਕਹਿਤਾ ਵੀ ਕੋਈ ਨਹੀਂ, ਆਪਾਂ ਖੁੱਲ੍ਹੇ ਚੱਲਦੇ, ਅਤੇ ਆਪਾਂ ਖੁੱਲ੍ਹੇ ਚੱਲ ਪਏ। ਬਸ ਆਪਾਂ ਰਸ ਜਿਹੜਾ ਕੱਢ ਲਿਆ ਵਿੱਚ, ਤੇ ਰਸ ਵਿੱਚ ਇਕੱਠਾ ਕਰਕੇ ਇਹਦੇ 'ਚੋਂ ਕੀ ਕਰਨਾ ਤੁਸੀਂ ਹੁਣ? ਇਹ ਤੁਹਾਡੀ ਐਡੀਟਿੰਗ 'ਤੇ ਸਾਰਾ ਕੁਝ ਜਿਹੜਾ ਕੁਝ ਤੁਹਾਨੂੰ ਚਾਹੀਦਾ। ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ। ਪਰ ਇਹ ਇੱਕ ਅਖੀਰ 'ਤੇ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹੂੰਗਾ ਜੀ ਕਿ ਮੈਂ ਇਕੱਲਾ ਕੁਛ ਨਹੀਂ ਕਰ ਸਕਦਾ ਸੀ। ਜਦੋਂ ਤੱਕ ਤਾਂ ਭਾਈ ਸਾਹਿਬ ਜਾਂਦੇ ਸੀ, ਉਹਨਾਂ ਦੀਆਂ 2 ਅੱਖਾਂ ਹਰ ਵੇਲੇ ਮੇਰੇ ਉੱਤੇ ਨਜ਼ਰ ਰੱਖਦੀਆਂ ਸੀ ਵੀ ਕੀ ਕਰ ਰਿਹਾ। ਇੱਕ ਉਹ ਮੇਰੀ ਕਿਸੇ ਰਚਨਾ ਨੂੰ ਟੋਕ ਕਰ ਸਕਦੇ ਸੀ ਵੀ ਆਹ ਚੀਜ਼ ਰਹਿ ਗਈ, ਆਹ ਹੋਰ ਕਰ, ਕਿਉਂਕਿ ਉਹ ਇਸ ਕੰਮ ਦੇ ਮਾਹਰ ਸੀ, ਮਾਸਟਰ ਸੀ। ਦੂਜੀ ਗੱਲ, ਪਰਿਵਾਰ ਦੇ ਵਿੱਚ ਨਾ ਤਾਂ ਮੇਰੇ ਘਰਦਿਆਂ ਨੇ ਮੈਨੂੰ ਐਂ ਕਿਹਾ ਵੀ ਮੈਨੂੰ ਸੂਟ ਚਾਹੀਦਾ, ਮੈਨੂੰ ਇਹ ਚਾਹੀਦਾ, ਮੇਰੀ ਵਾਈਫ ਨੇ, ਨਾ ਬੱਚਿਆਂ ਦੀ ਕੋਈ, ਨਹੀਂ ਤਾਂ ਅੱਜ ਕੱਲ੍ਹ ਦੀਆਂ ਕੁੜੀਆਂ ਨਾ ਕਹਿੰਦੀਆਂ ਆ ਤੁਸੀਂ ਚੱਕ ਲਓ ਜਵਾਕ, ਮੈਨੂੰ ਨਹੀਂ ਕਦੇ ਆਖਿਆ ਸੀ ਉਹ ਜਵਾਕਾਂ ਨੂੰ ਤੁਸੀਂ ਚੱਕੋ। ਫਿਰ ਜਦੋਂ ਮੈਂ ਬਹਿ ਗਿਆ ਲਿਖਣ, ਚਾਹ ਪਿਉਣੀ ਉਹਨਾਂ ਦੀ ਡਿਊਟੀ ਸੀ। ਉਹਨਾਂ ਨੂੰ ਪਤਾ ਸੀ ਵੀ ਜੇ ਇੰਨਾ ਚਿਰ ਨੇ ਲਿਖਣਾ ਤਾਂ ਇੰਨੀ ਚਾਹ ਚਾਹੀਦੀ ਹੈ। ਚਾਹ ਵਾਲਾ ਖਾੜਾ ਚੱਲਦਾ ਰਿਹਾ, ਪੂਰਾ ਹੀ ਚੱਲਦਾ ਰਿਹਾ ਜੀ। ਉਹ ਜੋ ਵੀ ਜ਼ਿੰਮੇਵਾਰੀਆਂ ਉਹਨਾਂ ਨੇ ਨਿਭਾਈਆਂ, ਉਹ
ਉਹਨਾਂ ਨੇ ਮੈਨੂੰ ਇਹ ਫਾਇਦਾ ਦਿੱਤਾ ਕਿ ਮੈਂ ਤੋਰੇ ਫਿਰ, ਕਿਉਂਕਿ ਮੇਰਾ ਫੀਲਡ ਵਰਕ ਜ਼ਿਆਦਾ ਸੀ। ਜੇ ਖੁੰਡ ਚਰਚਾ ਮੈਂ ਬੰਦ ਕੀਤੀ ਉਹਦਾ ਕਾਰਨ ਵੀ ਇਹ ਸੀ ਕਿ ਫੀਲਡ ਵਰਕ ਕਰਨ ਦਾ ਸਮਾਂ ਨਹੀਂ ਰਹਿ ਗਿਆ ਸੀ ਮੇਰੇ ਕੋਲ। ਇੱਕ ਆਹ ਕੰਮ ਪਛੜ ਜਾਂਦਾ, ਮੈਂ ਤਾਂ ਤੁਰਿਆ ਫਿਰੂ, ਮੈਂ ਤਾਂ ਖੁੰਡ ਚਰਚਾ ਲਿਖ ਦੂੰ, ਹੁਣ ਵੀ ਕੋਈ ਫਰਕ ਨਹੀਂ ਪੈਂਦਾ, ਆਹ ਕੰਮ ਨਹੀਂ ਰਹਿਣਾ। ਸੋ ਸੰਧੂ ਦਾ ਬਹੁਤ ਮਿਹਰਬਾਨੀ ਸਾਰੀ ਸਾਨੂੰ ਸਮਾਂ ਦਿਆ। ਮੈਂ ਚੰਗਿਆੜੇ ਸੁਣੇ ਯਾਰ, ਇਹ ਬਹੁਤ ਨਜ਼ਾਰੇ ਵਾਲੇ ਜਿਹੜੇ ਮੈਂ ਦੇਖ ਕੇ ਮੈਨੂੰ ਤਾਂ ਕਿਤਾਬਾਂ ਜਿੱਥੇ ਹੋਇਆ ਨਾ ਮੇਰਾ ਤਾਂ ਜੀ ਕਰਾ ਵੀ ਕਿਆ। ਇਹ ਇਸ ਵਿੱਚ ਧੰਨਵਾਦ ਤਾਂ ਮੈਨੂੰ ਤੁਹਾਡਾ ਕਰਨਾ ਚਾਹੀਦਾ ਹੈ, ਕਿਉਂਕਿ ਇਹ ਕੰਮ ਹੈ ਜਿਹੜਾ ਤੁਸੀਂ ਜਦੋਂ ਫੀਲਡ ਦਾ ਕੰਮ ਕਰਦੇ ਆ ਨਾ, ਮੈਨੂੰ ਫੀਲਡ ਦਾ ਕੰਮ ਕਰਨ ਵਾਲਾ ਹੀ ਸਹੀ ਲੱਗਦਾ ਹੈ। ਜਿਹੜਾ ਬੰਦਾ ਟੇਬਲ ਵਰਕ ਕਰ ਲੈਂਦਾ ਉੱਥੇ ਤਾਂ ਬੈਠ ਕੇ ਮੱਖੀ ਮਾਰ ਹਾਂ, ਬਹੁਤ ਲੋਕ ਕਰਦੇ ਆ ਇਹ ਕਿ ਗੱਲਾਂ ਮਤਾਂ ਨੂੰ ਹੀ ਸਾਰ ਲੈਂਦੇ ਵਾ, ਚੱਲ ਠੀਕ ਆਪਣਾ ਹੋ ਜੂਗਾ। ਪਰ ਜਿਹੜੀ ਗੱਲ ਹੈ ਫੀਲਡ ਜਾ ਕੇ ਬੋਲੀ ਪ੍ਰਤੀ, ਇੱਕ ਮੈਂ ਭਾਵੁਕ ਹਾਂ, ਬੋਲੀ ਪ੍ਰਤੀ ਬਹੁਤ ਭਾਵੁਕ ਹਾਂ। ਮੈਂ ਬੋਲੀ ਦਾ ਵਿਰੋਧ ਕਰਨ ਨਾਲ ਨਾ, ਭਾਵੇਂ ਇੱਥੇ ਕੋਈ ਹੋਵੇ, ਜਿਹੜੇ ਕਹਤਾ ਨਹੀਂ ਅੰਗਰੇਜ਼ੀ ਬਿਨਾਂ ਨਹੀਂ ਸਰਦਾ, ਤੇ ਮੈਂ ਉਹਨੂੰ ਦੁਨੀਆ ਦੀਆਂ ਸਾਰੀਆਂ ਉਦਾਹਰਨਾਂ ਦੇ ਦਿੰਦਾ ਵੀ ਉਹਨਾਂ ਨੇ ਉਹ ਬੰਦੇ ਨੂੰ ਅੰਗਰੇਜ਼ੀ ਥਾਰੀ ਮੈਂ ਨਾ ਸੁਣ ਰਿਹਾ ਤਾਂ ਨਹੀਂ ਤਾਂ ਅੱਜ ਕੱਲ੍ਹ ਜਿਹੜੇ ਸੁਣਾ मैं भी इस बात की कोशिश करा थारी मैं शायद बोली में कोई अंग्रेजी का शब्द नहीं सुनिया पर ਜਿਹੜੇ ਮਾਰੇ ਅੱਜ ਕੱਲ੍ਹ ਚੈਨਲਾਂ ਪਰ ਵੀ ਜਿਹੜੇ ਚਰਚਾ ਜੀ ਕਰਾਂ ਤੇ ਉਹਨਾਂ ਦੇ ਸ਼ਬਦ ਆਮ ਜਿਹੜੇ ਹੈਗੇ ਆ ਉਹ ਬਹੁਤ ਰਿਚ ਨੇ। ਤੇ ਜਿਹੜਾ ਨਾ ਅਸਲ 'ਚ ਸੈਕਰੀਫਾਈਸ ਕੀਤਾ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ, ਉਹਨਾਂ ਦਾ ਜਿਹੜੇ ਫਾਦਰ ਸੀਗੇ, ਉਹਨਾਂ ਦੀ ਮਦਰ ਸੀਗੀ, ਮੈਂ ਕਿਹਾ ਕਿਆ ਜਗਾਲੀ ਕਰ ਰਹੇ ਆ ਥਵੇਂ, ਜਿਨ੍ਹਾਂ ਨੂੰ ਆਪਣੇ ਸ਼ਬਦ ਮੈਨੂੰ ਲੱਗਾ ਨਾ ਜਦ ਬੋਲੀ ਗੱਲ ਤੁਹਾਨੂੰ ਪਿਆਰ ਹੋਆ ਥਵੇਂ ਸ਼ਬਦ ਨਹੀਂ ਆਣ ਦਿੰਦੇ। ਮੈਂ ਕਹੇ ਕਰਾਂ ਯਾਰ, ਮੈਂ ਕਿਹਾ ਮੇਰੀ ਬੋਲੀ ਦੇ ਵਿੱਚ ਜੇ ਪੰਜਾਬੀ ਦਾ ਸ਼ਬਦ ਅੰਗਰੇਜ਼ੀ का आ नहीं सकता, मैं कितना आ जाएगा थमें तो मैं जगाड़ी कर रहे हैं। इस तरह लगा भी अंग्रेजी के कोई बंदा पंजाबी बोल रहा कदे कदे। सो संधू साहब बहुत शुकराना। सो लै भी जिन्निया ने अज मैं सुनिया, मैं उन्होंने दसना चाहांगा भी बठिंडे के विच संधू साहब का डेरा है। संधू साहब किहड़ी जगह है एक बारी? ਇਹ 100 ਫੁੱਟੀ ਸੜਕ ਦੇ ਉੱਤੇ, 100 ਫੁੱਟੀ ਸੜਕ के ਉੱਪਰ है, किताब ਲਾਈਫ ਲਾਈਨ ਹਸਪਤਾਲ ਦੇ ਨਾਲ ਹੈ, ਭਾਰਤ ਗੈਸ ਜਗਦੀਪ ਗੈਸ ਏਜੰਸੀ ਦੇ ਸਾਹਮਣੇ ਹੈ। ਉਰੇ ਆ ਕੇ ਕਿਤਾਬਾਂ ਪੜ੍ਹੋ, ਬੈਠੋ, ਚੰਗਿਆੜੇ ਕੱਢੋ, ਔਰ ਰੂਹਾਂ ਦੀਆਂ ਬਾਤਾਂ ਸੁਣੋ, ਔਰ ਐਡਾ ਤਜਰਬਾ ਹੈ। ਸੋ ਮਾਨੇ ਬੜਾ ਨਜ਼ਾਰਾ ਲਿਆ, ਦੁਪਹਿਰਾ ਅੱਜ ਉਰੇ ਕੱਟਿਆ ਬਠਿੰਡੇ ਦੇ ਵਿੱਚ। ਅਜੇ ਹਮੇ ਮਾਲਵੇ ਦੇ ਵਿੱਚ ਹੀ ਥਰੇ ਕੇ ਘੁੰਮੇਗੇ ਜੀ, ਅੱਗੇ ਵੀ ਕਈ ਦਿਨਾਂ ਨੂੰ। ਹਾਂ, ਫੇਰ ਵੀ ਮੇਲੇ ਹੁੰਦੇ ਰਹੇਗੇ। ਹਾਂ ਜ਼ਰੂਰ ਜੀ, ਜੀ ਇਹਨੂੰ ਇਹ ਤਾਂ ਤੁਹਾਡਾ ਪੱਕਾ, ਤੁਸੀਂ ਹੈਡਕੁਆਟਰ ਡੇਰਾ ਸਮਝੋ, ਡੇਰਾ। ਹਾਂ ਡੇਰਾ ਸਮਝ ਲਓ। ਇੱਥੇ ਜਦੋਂ ਮਰਜ਼ੀ ਆਓ, ਤੇ ਸੱਥ ਦੀਆਂ ਗੱਲਾਂ ਸੱਥ ਵਾਂਗੂ ਹੁੰਦੀਆਂ, ਨਾ ਕੋਈ ਫਾਰਮੈਲਿਟੀ ਹੈ ਨਾ ਕੁਛ ਇਹੋ ਜਿਹਾ ਕੁਛ ਨਹੀਂ ਗਾ। ਚਾਹ ਹੁਣ ਹੋਰ ਦੱਸੋ? ਨਚਾਣੀ ਚਾਹ ਬਹੁਤ ਜ਼ਿਆਦਾ ਤੀ, ਮੈਸਰਖਾਨੇ 'ਚ ਜਾਣਾ, ਉੱਥੇ ਚਾਹ ਪੀ ਲੈਂਗੇ ਜਾ ਕੇ। ਅੱਛਾ ਅੱਛਾ। ਸੋ ਬਈ ਬਹੁਤ ਵਧੀਆ। ਸੋ ਆਪਣੀ ਬੋਲੀ, ਆਪਣੀ ਧਰਤੀ, ਆਪਣੀ ਮਿੱਟੀ ਨਾਲ ਜੁੜੇ ਰਹੋ। ਅੰਗਰੇਜ਼ੀ ਸਿੱਖਣੇ ਮੈਂ ਕਿਸੇ ਨੂੰ ਕੋਈ ਮੁੱਦਾ ਨਹੀਂ ਹੈਗਾ, ਪਰ ਆਪਣੀ ਜ਼ਬਾਨ 'ਤੇ ਵੱਡਾ ਕੁਛ ਨਹੀਂ ਹੁੰਦਾ ਦੁਨੀਆ ਦੇ ਵਿੱਚ। ਜਿਉਂਦੇ ਰਹੋ, ਰੱਬ ਰਾਖਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੁਹਾਨੂੰ ਵੀ ਸਾਰਿਆਂ ਨੂੰ, ਜਿੰਨੇ ਵੀ ਸੁਣਨ ਵਾਲੇ ਹੈ, ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।